ਫੰਡਾਮੈਂਟਲਸ ਦੇ ਬਾਰੇ ਤੇ ਫੰਡਾਮੈਂਟਲ ਕਿਵੇਂ ਅਸੀਂ ਸਟੱਡੀ ਕਰਨਾ ਹੈ, ਕਿਹੜੀ ਵੈਬਸਾਈਟ ਸਾਨੂੰ ਦੱਸੇਗੀ ਫੰਡਾਮੈਂਟਲ ਹੈ ਕੀ। ਓਕੇ, ਫੋਰ ਐਗਜ਼ਾਮਪਲ ਨਿਊਜ਼ ਕੀ ਹੁੰਦੀ ਹੈ। ਟਰੰਪ ਨੇ ਜਾਂ ਜੋ ਬਾਈਡਨ ਨੇ ਟਵੀਟ ਕੀਤਾ ਕਿ ਆਈ ਵਿਲ ਅਟੈਕ ਚਾਈਨਾ ਔਰ ਆਈ ਵਿਲ ਟੀਚ ਹਿਮ ਏ ਲੈਸਨ, ਆਈ ਵਿਲ ਟੀਚ ਅ ਲੈਸਨ ਟੂ ਡਰੈਗਨ। ਇਹਦਾ ਮਤਲਬ ਤੁਸੀਂ ਕੀ ਸਮਝਦੇ ਹੋ? ਐਨੀਬਡੀ ਕੈਨ ਟੈਲ ਮੀ? ਇਹ ਇਫੈਕਟ ਕਰੇਗਾ ਜੀ ਨੈਗੇਟਿਵਲੀ। ਬਿਲਕੁਲ। ਸੋ ਅਗਰ ਕੋਈ ਇੱਕ ਵੱਡਾ ਪ੍ਰੈਜ਼ੀਡੈਂਸ਼ੀਅਲ ਪਾਵਰ, ਕੋਈ ਬਿਜ਼ਨਸ ਟਾਈਕੂਨ ਅਗਰ ਕੁਛ ਵੀ ਟਵੀਟ ਕਰਦਾ ਹੈਗਾ ਜਿਹੜਾ ਕਿ ਟਾਰਗੇਟ ਆਡੀਅנס ਨੂੰ ਟਾਰਗੇਟ ਕਰਕੇ ਉਸ ਇਕੋਨਮੀ ਦੇ ਉੱਤੇ ਇੰਪੈਕਟ ਰੱਖਦਾ ਹੈ, ਨਿਊਜ਼ ਬਹੁਤ ਇੰਪੈਕਟ ਰੱਖਦੀ ਹੈਗੀ ਹੈ, ਠੀਕ ਹੈ। ਸੋ ਜੇ ਇਹ ਨਿਊਜ਼ ਅੱਜ ਆ ਜਾਏ, ਜੇ ਅੱਜ ਇਹ ਨਿਊਜ਼ ਆ ਜਾਏ ਕਿ ਕਿਵੇਂ ਜਿਹੜਾ ਹੈਗਾ ਅਮਰੀਕਾ ਰੇਟ ਆਫ ਇੰਟਰਸਟ ਘਟਾਏਗਾ ਜਾਂ ਵਧਾਏਗਾ, ਕੀ ਹੋਏਗਾ ਰੀਅਲ ਸਟੇਟ ਦੇ ਉੱਤੇ, ਕੀ ਅਸਰ ਪਏਗਾ ਜੇ ਰੇਟ ਆਫ ਇੰਟਰਸਟ ਵੱਧਦਾ ਹੈਗਾ ਜੀ। ਤੁਸੀਂ ਕਿਉਂਕਿ ਰੀਅਲ ਸਟੇਟ ਡੀਲ ਕਰਦੇ ਹੋ ਸੁਖਦੀਪ ਸਿੰਘ ਜੀ, ਆਈ ਥਿੰਕ ਸਾਡੀ ਲਾਸਟ ਟਾਈਮ ਵੀ ਗੱਲ ਹੋਈ ਸੀ ਰੀਅਲ ਸਟੇਟ ਦੇ ਮੈਂ ਉੱਤੇ। ਕਰਦਾ ਸੀਗਾ ਜੀ, ਹੁਣ ਛੱਡਤਾ ਹੋਇਆ, ਹੁਣ ਨਹੀਂ, ਮੈਂ ਆਈ ਐਮ ਨੋ ਮੋਰ ਇੰਟਰਸਟਿਡ ਇਨ ਰੀਅਲ ਐਸਟੇਟ, ਬਟ ਯੈਸ ਆਫ ਕੋਰਸ ਜੇ ਰੇਟ ਅਪ ਜਾਊਗਾ ਤਾਂ ਡੈਫੀਨਿਟਲੀ ਉਹ ਨੈਗੇਟਿਵ ਇੰਪੈਕਟ ਆਉਂਦਾ ਜੀ। ਮੋਰਟਗੇਜ ਵਧੇਗੀ, ਰੀਅਲ ਸਟੇਟ ਦੀ Mortgage ਮਾਰਕੀਟ ਵਧੇਗੀ। ਡਾਊਨ ਜਾਏਗੀ ਕਿਉਂਕਿ ਕੀ ਹੈ ਅਫੋਰਡੇਬਲ ਨਹੀਂ ਹੋਏਗੀ ਉਹ ਚੀਜ਼। ਫਿਰ ਬਿਲਕੁਲ ਲੋਕਾਂ ਨੇ ਫਿਰ ਵੇਟ ਕਰਨਾ ਵੀ ਨਹੀਂ ਅਸੀਂ ਇੰਨੀ ਮਹਿੰਗੀ ਮੋਰਟਗੇਜ ਨਹੀਂ ਲੈਣੀ, ਅਸੀਂ ਫਿਲਹਾਲ ਕਿਰਾਏ 'ਤੇ ਸਮਾਂ ਕੱਟ ਲੈਂਦੇ ਆ। ਜਿਨ੍ਹਾਂ ਨੇ ਪਲਾਨ ਕੀਤਾ ਹੋਣਾ, ਪੈਸੇ ਇਕੱਠੇ ਵੀ ਕੀਤੇ ਹੋਣੇ ਡਾਊਨ ਪੇਮੈਂਟ ਦੇ, ਉਹਨਾਂ ਨੂੰ ਕਹਿਣਾ ਵੀ ਨਹੀਂ ਅਸੀਂ ਇੰਨੀ ਹਾਈ ਪ੍ਰਾਈਸ 'ਤੇ ਰੀਅਲ ਸਟੇਟ ਨਹੀਂ ਲੈਣੀ, ਮੋਰਟਗੇਜ ਬਹੁਤ ਮਹਿੰਗੀ ਹੈਗੀ ਹੈ, ਠੀਕ ਹੈ। ਪ੍ਰੋਪਰਟੀ ਬੇਸ਼ੱਕ ਉਨੀ ਹੋਏ ਬਟ ਮੋਰਟਗੇਜ ਪ੍ਰਾਈਸ ਜ਼ਿਆਦਾ। ਹਾਂਜੀ ਨਿੰਦਰ ਕੌਰ ਤੁਹਾਡਾ ਸਵਾਲ ਸੀ ਕੋਈ? ਹਾਂਜੀ ਸਰ, ਮੇਰਾ ਕੁਐਸਚਨ ਇਹ ਸੀ ਵੀ ਜਿੱਦਾਂ ਆ ਤੁਸੀਂ ਮਾਰਗੇਜ ਦੀ ਗੱਲ ਕਰ ਰਹੇ ਹੋ ਇੰਟਰਸਟ ਰੇਟ ਦੀ, ਤੇ ਇਹ ਤਾਂ ਲਾਈਕ ਕਦੇ ਵੀ ਪੋਸੀਬਲ ਨਹੀਂ ਹੈਗਾ ਵੀ ਲਾਈਕ ਇੰਟਰਸਟ ਰੇਟ ਲੋ ਹੋਊਗਾ। ਇਦਾਂ ਹੁੰਦਾ ਵੀ ਲਾਈਕ ਰੀਅਲ ਲਾਈਫ ਦੇ ਵਿੱਚ ਜੇ ਇੰਟਰਸਟ ਜਿੱਦਾਂ ਹੁਣ ਸਪੋਜ਼ ਲਾਈਕ ਕੋਈ ਕਾਰ ਬਾਏ ਕਰਨੀ ਆ ਹਨਾ, ਉਹਦੇ ਤੇ 7% ਆ ਜਿਹੜਾ ਇੰਟਰਸਟ ਉਹ ਦੇ ਰਹੇ ਆ, ਤੁਹਾਨੂੰ ਲੱਗਦਾ ਵੀ ਜੇ ਅਸੀਂ ਵੇਟ ਕਰੀਏ 5 ਮਹੀਨੇ 4 ਮਹੀਨੇ ਉਹ 5% ਤੇ ਆਊਗਾ? ਲਾਈਕ ਏਦਾਂ ਹੀ ਸੇਮ ਕੇਸ ਘਰਾਂ ਦੇ ਲਈ ਹੈ ਨਾ ਰੀਅਲ ਸਟੇਟ ਦੇ ਵਿੱਚ। ਹਾਂਜੀ ਬਿਲਕੁਲ। ਤੇ ਇਦਾਂ ਪੋਸੀਬਲ ਹੁੰਦਾ ਪੋਸੀਬਲ ਹੁੰਦਾ ਹੈ। ਰਿਸੈਸ਼ਨ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਹੈਗਾ ਰੇਟ ਆਫ ਇੰਟਰਸਟ ਵਧਾਇਆ ਜਾਂਦਾ ਹੈ। ਸੋ ਜਦੋਂ ਰਿਸੈਸ਼ਨ ਕੰਟਰੋਲ 'ਚ ਹੋ ਗਿਆ ਉਦੋਂ ਜਿਹੜੀ ਗੌਰਮੈਂਟ ਹੈਗੀ ਹੈ ਉਹ ਕੀ ਕਰੇਗੀ, ਜਿਹੜਾ ਉਹ ਰੈਗੂਲਰ ਰੇਟ ਆਫ ਇੰਟਰਸਟ ਵਧਾ ਰਹੀ ਸੀ ਕਿ ਬਰਾਬਰ ਇੰਟਰਵਲਸ 'ਤੇ, ਜਾਂ ਤਾਂ ਉਹ ਵਧਾਉਣਾ ਬੰਦ ਕਰ ਦੇਗੀ ਜਾਂ ਉਹਨੂੰ ਨਿਊਟਰਲ ਕਰ ਦੇਗੀ, ਠੀਕ ਹੈ। ਮਤਲਬ ਵਧਾਏਗੀ ਨਹੀਂ ਅੱਗੇ ਵਾਸਤੇ, ਜਾਂ ਉਹਨੂੰ ਘਟਾ ਵੀ ਸਕਦੀ ਹੈ ਜਦੋਂ ਇਹ ਵੱਧਦਾ ਘਟਦਾ ਵੀ ਹੈ। ਬਟ ਇਹ ਘੱਟ ਹੁੰਦਾ ਹੈ ਕਿ ਜਿਹੜਾ ਰੇਟ ਵੱਧ ਗਿਆ ਇੱਕ ਵਾਰ ਉਹ ਫਿਰ ਮੁੜ ਕੇ ਉਸ ਲੈਵਲ 'ਤੇ ਸੇਮ ਉਸ ਲੈਵਲ 'ਤੇ ਤਾਂ ਨਹੀਂ ਆਏਗਾ। ਜਿਵੇਂ ਪੈਟਰੋਲ ਇੰਡੀਆ 'ਚ 100 ਦਾ ਹੋ ਗਿਆ ਅਤੇ ਹੁਣ 100 ਦੇ ਉੱਤੇ ਉਹ 98.80 ਦਾ ਤਾਂ ਹੋ ਸਕਦਾ ਹੈ ਰੁਪੀਜ਼ ਦਾ, ਬਟ ਉਹ 60 ਦਾ ਨਹੀਂ ਹੋਏਗਾ ਕਦੇ ਵੀ, ਕਿਉਂਕਿ ਗੌਰਮੈਂਟ ਨੂੰ ਚਸਕਾ ਲੱਗ ਗਿਆ ਅਤੇ ਲੋਕਾਂ ਨੇ ਉਹ ਚੀਜ਼ ਨੂੰ ਐਕਸੈਪਟ ਕਰ ਲਿਆ ਵੀ ਸੋ ਓਕੇ ਲੈਟਸ ਪੇ ਇਟ, ਔਰ ਲੋਕੀ ਪੇ ਕਰ ਵੀ ਰਹੇ ਹੁੰਦੇ ਆ ਉਦੋਂ। ਸੋ ਗੌਰਮੈਂਟ ਇਹਦੇ ਵਿੱਚ ਜ਼ਿਆਦਾ ਚੇਂਜਸ ਨਹੀਂ ਕਰਦੀ, ਬਟ ਹਾਂ ਰੇਟ ਆਫ ਇੰਟਰਸਟ ਘੱਟ ਹੁੰਦੇ ਨੇ। ਅੱਛਾ, ਕਿਉਂਕਿ ਮੈਨੂੰ ਵੀ ਇਸ ਰੀਅਲ ਲਾਈਫ ਦੇ ਵਿੱਚ ਆਪਾਂ ਕੋਈ ਵੀ ਚੀਜ਼ ਦੇਖਦੇ ਹਾਂ ਵੀ ਉਹਦਾ ਜਦੋਂ ਇੱਕ ਵਾਰੀ ਪ੍ਰਾਈਸ ਅਪ ਚੱਲ ਜਾਂਦਾ ਤਾਂ ਉਹਦੀ ਡਾਊਨ ਹੋਣ ਦੀ ਪੋਸੀਬਿਲਿਟੀ ਬਹੁਤ ਘੱਟ ਆ। ਈਵਨ ਕਿ ਨੋ ਡਾਊਟ ਜਿਹੜੀਆਂ ਜਿੱਦਾਂ ਆਪਾਂ ਲਾਈਕ ਸਬਜ਼ੀਆਂ ਦੀ ਟਾਈਪ ਇਹਨਾਂ ਦੀ ਗੱਲ ਕਰੀਏ ਹਨਾ, ਇਹਨਾਂ 'ਚ ਤਾਂ ਫਿਰ ਵੀ ਲਾਈਕ ਅਪ ਡਾਊਨ ਆਉਂਦਾ ਰਹਿੰਦਾ, ਬਟ ਜਿਹੜੀ ਲਾਈਕ ਫਿਕਸ ਥਿੰਗ ਆ ਹਨਾ, ਇੰਟਰਸਟ ਹੋ ਗਿਆ ਜਾਂ ਮੌਰਗੇਜ, ਤੇ ਇਹਦੇ 'ਚ ਤਾਂ ਮੈਨੂੰ ਏਦਾਂ ਲੱਗਦਾ ਵੀ ਕਦੇ ਨਹੀਂ ਆਉਂਦਾ ਹੋਣਾ ਵੀ ਲਾਈਕ ਲੋ ਹੁੰਦਾ ਵੀ ਹੈ ਜਾਂ ਨਹੀਂ ਇਹਦੇ 'ਚ। ਤੁਸੀਂ ਜ਼ਿਆਦਾ ਇਨ ਡੈਪਥ ਜਾਣਾ ਹੈਗਾ ਡਿਟੇਲ 'ਚ, ਜੇ ਤੁਹਾਨੂੰ ਇਸ ਚੀਜ਼ ਦੇ ਇੰਪੈਕਟ ਦਾ ਪਤਾ ਨਹੀਂ ਹੈਗਾ, ਸੋ ਸਿੰਪਲ ਚੀਜ਼ ਹੈ, ਸਾਡੇ ਤੁਸੀਂ ਵੈਬਸਾਈਟ 'ਤੇ ਜਾਓ, ਠੀਕ ਹੈ। ਬਲੌਗ ਦੇ ਉੱਤੇ ਬਲੌਗ 'ਚ ਜਾਣਾ ਤੁਸੀਂ, ਸਾਡੇ ਬਲੌਗਸ ਨੇ ਇੱਥੇ ਪੁਆਇੰਟ ਬਾਏ ਪੁਆਇੰਟ, ਠੀਕ ਹੈ। ਇਹ ਇੰਪੈਕਟ ਆਫ ਰੇਟ ਆਫ ਇੰਟਰਸਟ ਔਨ ਇਕੋਨਮੀ, ਮੈਂ ਤੁਹਾਨੂੰ ਇਹਦਾ ਲਿੰਕ ਭੇਜ ਦਿੰਦਾ ਹੈ, ਪਲੀਜ਼ ਗੋ ਥਰੂ ਕਰੋ ਇਹਨੂੰ, 5 ਡੇਜ਼ ਦੇ ਵਿੱਚ ਤੁਹਾਡੇ ਕੁਐਸਚਨਸ ਲੈ ਕੇ ਆਓ। ਇਹ ਦੇਖੋ ਤੁਸੀਂ ਇੰਪੈਕਟ ਆਫ ਇੰਟਰਸਟ ਰੇਟ ਔਨ ਰੇਟ ਆਫ ਇੰਟਰਸਟ ਇਜ਼ ਅ ਬਿਗ ਟੂਲ, ਇਟਸ ਲਾਈਕ ਏ ਬ੍ਰੇਕ ਐਂਡ ਐਕਸੀਲੇਟਰ ਦੋਨੇ ਨੇ। ਇਹ ਇੱਕੋ ਹੀ ਪੈਡਲ ਦੋਨੇ ਕੰਮ ਕਰਦਾ ਹੈ, ਬ੍ਰੇਕ ਦਾ ਵੀ ਅਤੇ ਐਕਸਲੇਟਰ ਦਾ ਵੀ। ਸੋ ਜਦੋਂ ਇਕੋਨਮੀ ਨੂੰ ਸਪੀਡ ਦੇਣੀ ਹੋਵੇ ਉਦੋਂ ਕੀ ਕਰਦੇ ਨੇ ਇਹ ਮਤਲਬ ਰੇਟ ਆਫ ਇੰਟਰਸਟ ਨੂੰ ਘਟਾ ਦਿੰਦੇ ਨੇ। ਜਦੋਂ ਇਕੋਨਮੀ ਨੂੰ ਸਪੀਡ ਨੂੰ ਸਲੋ ਕਰਨਾ ਹੋਵੇ ਕਿਉਂਕਿ ਇਨਫਲੇਸ਼ਨ ਜ਼ਿਆਦਾ ਹੈ, ਮਹਿੰਗਾਈ ਜ਼ਿਆਦਾ ਹੈ ਨਾ, ਲੋਕੀ ਪੈਸਾ ਜਿਹੜਾ ਹੈਗਾ ਉਹ ਇੱਕ ਪਾਸੇ ਲਾਉਣ ਲੱਗ ਗਏ ਜਾਂ ਘਰਾਂ 'ਚ ਰੱਖਣ ਲੱਗ ਗਏ, ਫਿਰ ਕੀ ਕਰਦੇ ਨੇ ਰੇਟ ਆਫ ਇੰਟਰਸਟ ਵਧਾ ਦਿੰਦੇ ਨੇ। ਜਦੋਂ ਰੇਟ ਆਫ ਇੰਟਰਸਟ ਵਧੇਗਾ ਲੋਕਾਂ ਨੇ ਪੈਸੇ ਇਨਵੈਸਟ ਵੀ ਕਰਨੇ, ਫਿਰ ਜਿਨ੍ਹਾਂ ਕੋਲ ਕੈਸ਼ ਪਿਆ ਹੈ ਵੀ ਠੀਕ ਹੈ ਜੀ ਅਸੀਂ ਉਹ ਫਲਾਣਾ ਬੌਂਡ ਲੈ ਲੈਂਦੇ ਆ, ਟਿਮਕਾ ਬੌਂਡ ਅਸੀਂ ਬੈਂਕ 'ਚ ਡਿਪੋਜ਼ਿਟ ਕਰਵਾ ਦਈਏ, ਕਿਉਂਕਿ ਬੈਂਕ ਨੂੰ ਪੈਸਾ ਚਾਹੀਦਾ ਹੈ। ਸੋ ਜਿਹੜੇ ਘਰਾਂ 'ਚ ਚੀਜ਼ਾਂ ਪਈਆਂ ਹੁੰਦੀਆਂ ਲੋਕੀ ਉਹਦਾ ਫਿਰ ਰੇਟ ਆਫ ਇੰਟਰਸਟ ਦੇ ਲਾਲਚ ਦੇ ਵਿੱਚ ਜ਼ਿਆਦਾ ਹਾਈ ਮਿਲ ਰਿਹਾ ਹੈ। ਸੋ ਜੇ ਤੁਹਾਨੂੰ ਚਾਰਜ ਜ਼ਿਆਦਾ ਹਾਈ ਕਰ ਰਿਹਾ ਹੈ ਬੈਂਕ, ਤਾਂ ਤੁਹਾਨੂੰ ਰੇਟ ਆਫ ਇੰਟਰਸਟ ਜ਼ਿਆਦਾ ਦੇ ਵੀ ਰਿਹਾ ਬੈਂਕ ਕਿਤੇ ਨਾ ਕਿਤੇ, ਉਹਦਾ ਆਪਣਾ ਇੱਕ ਫਿਕਸ ਮਾਰਜਨ ਹੈਗਾ, ਠੀਕ ਹੈ ਜੀ। ਸੋ ਇਹ ਜਿਹੜਾ ਆਰਟੀਕਲ ਹੈਗਾ ਹੈ ਨਾ, ਇਸ ਇਕਨੋਮਿਕਸ ਟੀਮ ਦਾ ਲਿਖਿਆ ਹੋਇਆ,
ਤੁਸੀਂ ਇਹਨੂੰ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ ਤੇ ਬਹੁਤ ਸਿੰਪਲ ਲੈਂਗੁਏਜ ਦੇ ਵਿੱਚ ਸੈਂਟਰਲ ਬੈਂਕ ਪੋਲਿਸੀਜ਼, ਇਨਫਲੇਸ਼ਨ ਐਕਸਪੈਕਟੇਸ਼ਨਸ, ਇਕਨੋਮਿਕ ਕੰਡੀਸ਼ਨਸ, ਗਲੋਬਲ ਫੈਕਟਰਸ, ਕਨਕਲੂਜਨ ਇਹਦਾ ਕੀ ਹੈਗਾ। ਸੋ ਤੁਸੀਂ ਜਿਹੜਾ ਹੈਗਾ ਇਹਨੂੰ ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਪ੍ਰੋਪਰ ਅੰਡਰਸਟੈਂਡਿੰਗ ਹੋ ਜਾਏ ਕਿ ਰੇਟ ਆਫ ਇੰਟਰਸਟ ਕਿਵੇਂ ਕੰਮ ਕਰਦਾ ਹੈਗਾ। ਠੀਕ ਹੈ ਜੀ, ਇਹ ਮੈਂ ਤੁਹਾਨੂੰ ਲਿੰਕ ਇਹਦਾ ਪਾ ਛੱਡਦਾ ਹੈ ਗਰੁੱਪ 'ਚ। ਸੋ ਪਲੀਜ਼ ਗੋ ਥਰੂ ਦਿਸ, ਕਿਉਂਕਿ ਰੇਟ ਆਫ ਇੰਟਰਸਟ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ, ਓਕੇ ਸਰ, ਥੈਂਕ ਯੂ ਸਰ। ਓਕੇ, ਮੈਂ ਤੁਹਾਨੂੰ ਇਹ ਰੇਟ ਆਫ ਇੰਟਰਸਟ ਦਾ ਪਾ ਦਿੰਦਾ ਹੈ ਆਰਟੀਕਲ। ਸੋ ਕਦੇ ਹੋਇਆ ਤਾਂ ਆਪਾਂ ਇਸ 'ਤੇ ਇੱਕ ਵੀਡੀਓ ਬਣਾ ਕੇ ਵੀ ਪਾਵਾਂਗੇ 15 ਮਿੰਟ ਦੀ ਕਿ ਹਾਊ ਰੇਟ ਆਫ ਇੰਟਰਸਟ ਇੰਪੈਕਟਿੰਗ ਦਾ ਮਾਰਕੀਟ। ਨਾ ਹੁਣ ਅਸੀਂ ਡਾਲਰ ਦਾ ਐਗਜ਼ਾਮਪਲ ਲਈਏ ਅਗਰ, ਸੋ ਤੁਸੀਂ ਅਗਰ ਇੱਥੇ ਆ ਗਏ investing.com 'ਤੇ, ਠੀਕ ਹੈ, ਤੁਸੀਂ ਇੱਥੇ ਸਾਈਨ ਇਨ ਵੀ ਕਰ ਲਿਆ, ਤੁਸੀਂ ਕੈਲੰਡਰ 'ਤੇ ਜਾਣਾ, ਇੱਥੇ ਟੂਲਸ ਹੋਣਗੇ, ਇਕਨੋਮਿਕ ਕੈਲੰਡਰ, ਇੱਥੇ ਕਲਿੱਕ ਕਰਨਾ ਹੈ। ਇੱਥੇ ਹਰ ਰੋਜ਼ ਜਿਹੜੀ ਸਕੈਜੂਅਲ ਨਿਊਜ਼ ਨੇ ਹੈ ਨਾ, ਉਹ ਨਿਊਜ਼ ਆਏਗੀ। ਦਿਸ ਵੀਕ ਦੀ ਨਿਊਜ਼ ਜਿਹੜੀ ਹੈਗੀ ਹੈ ਆ ਸੀਗੀ, ਕਿਉਂਕਿ ਅੱਜ ਮਾਰਕੀਟ ਆਫ ਹੈਗੀ ਹੈ। ਸੋ ਤੁਸੀਂ ਨੈਕਸਟ ਵੀਕ ਦੀ ਨਿਊਜ਼ ਦੇਖਣੀ। ਨਿਊਜ਼ ਆਪਾਂ ਕਿਹੜੀ ਕੰਟਰੀ ਦੀ ਦੇਖਣੀ ਹੈ, ਤੁਸੀਂ ਜਿਵੇਂ ਕੈਨੇਡਾ ਦੇ ਵਿੱਚ ਤੁਸੀਂ CAD JPY ਦਾ ਇੱਕ ਪੇਅਰ ਤੁਸੀਂ ਟ੍ਰੇਡ ਕਰਨਾ ਹੈ, ਰਾਈਟ। ਤੁਸੀਂ ਕੈਨੇਡੀਅਨ ਡਾਲਰ ਦੇ ਨਾਲ ਜਾਪਾਨੀ ਯੇਨ ਦਾ ਪੇਅਰ ਟ੍ਰੇਡ ਕਰਨਾ ਹੈ, ਬਾਏ ਸੈਲ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਸੋ ਤੁਸੀਂ ਕੈਨੇਡਾ ਦੀ ਨਿਊਜ਼ ਵੀ ਦੇਖਣੀ ਹੈ ਅਤੇ ਜਾਪਾਨ ਦੀ ਵੀ ਦੇਖਣੀ ਹੈ, ਕਿਉਂਕਿ ਦੋਨੇ ਕੰਟਰੀ ਦੀ ਨਿਊਜ਼ ਓਪੋਜ਼ਿਟ ਇੰਪੈਕਟ ਰੱਖਦੀਆਂ ਹੈ ਆਪਣੇ ਉਸ ਪੇਅਰ ਦੇ ਉੱਤੇ। ਫੋਰ ਐਗਜ਼ਾਮਪਲ ਅਸੀਂ US ਦਾ ਐਗਜ਼ਾਮਪਲ ਲੈ ਲੈਂਦੇ ਹਾਂ। ਤੁਸੀਂ ਪਹਿਲਾਂ ਤਾਂ ਇਹਨੂੰ ਸੈੱਟ ਕਿਵੇਂ ਕਰਨਾ, ਨੈਕਸਟ ਵੀਕ ਦੀ ਜਿਹੜੀ ਨਿਊਜ਼ ਹੈਗੀ ਹੈ, ਤੁਸੀਂ ਦੇਖੋ 2 ਸਟਾਰ ਅਤੇ 3 ਸਟਾਰ ਨਿਊਜ਼ ਮੇਨ ਹੈਗੀਆਂ ਹੈ, ਠੀਕ ਹੈ, 2 ਅਤੇ 3 ਸਟਾਰ। 1 ਸਟਾਰ ਨਿਊਜ਼ ਵੀ ਹੈਗੀ, ਤੁਸੀਂ ਅਗਰ ਡਾਊਨ ਦੇਖੋਗੇ, ਠੀਕ ਹੈ, ਇੱਥੇ 1 ਸਟਾਰ ਨਿਊਜ਼ ਵੀ ਹੈਗੀ। ਦਾ ਮਤਲਬ ਹੈ ਲੋ ਵੋਲੇਟਿਲਿਟੀ ਐਕਸਪੈਕਟਿਡ, ਕਿ ਮਾਰਕੀਟ 'ਚ ਇਸ ਵੇਲੇ ਇਹ ਕੋਈ ਵੱਡਾ ਇੰਪੈਕਟ ਨਹੀਂ ਰੱਖੇਗੀ, ਨੋਰਮਲ ਵੋਲਿਊਮ ਰਹੇਗਾ। ਇਹ ਨਿਊਜ਼ ਕੋਈ ਅਗਰ ਆ ਵੀ ਜਾਵੇ ਤਾਂ ਖਾਸ ਕੋਈ ਪ੍ਰਭਾਵ ਨਹੀਂ ਪਾਉਂਦੀ ਮਾਰਕੀਟ 'ਤੇ। ਮੋਡਰੇਟ ਵੋਲੇਟਿਲਿਟੀ ਐਕਸਪੈਕਟਿਡ, 2 ਸਟਾਰ ਜਿਹੜੀ ਨਿਊਜ਼ ਹੈਗੀ ਹੈ ਇਹ ਇੰਪੈਕਟ ਰੱਖਦੀ ਹੈਗੀ ਹੈ। ਸੋ 2 ਸਟਾਰ ਨਿਊਜ਼ ਵੀ ਅਸੀਂ ਥੋੜ੍ਹਾ ਰੱਖਦੀ ਹੈ, ਸੋ ਅਸੀਂ ਮੋਸਟਲੀ 3 ਸਟਾਰ ਨਿਊਜ਼ 'ਤੇ ਹੀ ਜਾਣਾ ਹੈ ਨਾ। ਸੋ ਹਾਈ ਵੋਲੇਟਿਲਿਟੀ ਐਕਸਪੈਕਟਿਡ, ਇਹ ਨਿਊਜ਼ ਦੇ ਰਿਲੀਜ਼ ਹੋਣ ਕਰਕੇ ਮਾਰਕੀਟ ਰਿਲੇਟਿਡ ਕਰੰਸੀ ਦੀ ਮਾਰਕੀਟ ਬਹੁਤ ਜ਼ਿਆਦਾ ਅਪਸਾਈਡ ਜਾਂ ਡਾਊਨ ਸਾਈਡ ਮੂਵ ਕਰਦੀ ਹੈਗੀ ਹੈ। ਸੋ ਤੁਸੀਂ ਨਿਊਜ਼ ਟਾਈਮ ਦੇ ਵਿੱਚ ਟ੍ਰੇਡਿੰਗ ਕਰਨੀ ਹੀ ਨਹੀਂ, ਠੀਕ ਹੈ ਜੀ। ਨਿਊਜ਼ ਟਾਈਮ 'ਚ ਆਪਾਂ ਨੇ ਟ੍ਰੇਡਿੰਗ ਕਰਨੀ ਹੀ ਨਹੀਂ। ਹੁਣ ਇਹ ਨਿਊਜ਼ ਡਿਫਰੈਂਟ ਨਿਊਜ਼ ਹੁੰਦੀਆਂ, ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ, ਜਿਵੇਂ ਇਕੱਲੀ 3 ਸਟਾਰ ਦੀ। ਪਹਿਲਾਂ ਤੁਸੀਂ ਇਹਨੂੰ ਸੈੱਟ ਕਿਵੇਂ ਕਰਨਾ, ਤੁਸੀਂ ਫਿਲਟਰਸ 'ਤੇ ਜਾਣਾ, ਪੂਰੇ ਵਰਲਡ ਦੀ ਜਿਹੜੀ ਕੰਟਰੀ ਹੈਗੀਆਂ ਉਹਨਾਂ ਦੇ ਇੱਥੇ ਜਿਹੜੀਆਂ ਜਿਨ੍ਹਾਂ ਦੀ ਆਪਣੀ ਜਿਹੜੇ ਫਰੈਕਸ ਪਾਰਟੀਸਪੇਟ ਕਰਦੀਆਂ ਉਹਨਾਂ ਦੀ ਨਿਊਜ਼, ਉਹਨਾਂ ਦੇ ਨਾਂ ਇੱਥੇ ਹੈਗੇ ਨੇ, ਅਲਬਾਨੀਆ, ਅੰਗੋਲਾ, ਅਰਜਨਟੀਨਾ, ਆਸਟ੍ਰੇਲੀਆ, ਇਹ ਉਹ। ਲੇਕਿਨ ਅਸੀਂ ਮੇਜਰ ਇਕੋਨਮੀ ਦੀ ਗੱਲ ਕਰ ਰਹੇ, ਅਸੀਂ ਮੇਜਰ ਪੇਅਰਸ ਦੀ ਗੱਲ ਕਰ ਰਹੇ, ਅਸੀਂ ਮੇਜਰ ਪਲੇਅਰਸ ਦੀ ਗੱਲ ਕਰ ਰਹੇ, ਠੀਕ ਹੈ। ਫਿਰ ਅਸੀਂ ਕੀ ਦੇਖਣਾ, ਕੈਨੇਡਾ ਤੁਸੀਂ ਸਿਲੈਕਟ ਕਰ ਲਓ, ਇੱਥੇ ਜਾਪਾਨ ਸਿਲੈਕਟ ਕਰ ਲਓ, ਓਕੇ। ਫਿਰ ਤੁਸੀਂ ਇੱਥੇ ਨਿਊਜ਼ੀਲੈਂਡ ਕਰ ਲਓ ਸਿਲੈਕਟ, ਓਕੇ। ਚਲੋ ਰਹਿਣ ਦਿੰਦੇ ਆ ਨਿਊਜ਼ੀਲੈਂਡ ਨੂੰ, ਸਵਿਟਜ਼ਰਲੈਂਡ ਨੂੰ ਵੀ, ਕਿਉਂਕਿ ਸਵਿਸ ਫਰੈਂਕ ਹੈਗਾ, ਇਹਨੂੰ ਵੀ ਤੁਸੀਂ ਰਹਿਣ ਦਿਓ। UK ਅਤੇ ਇੰਗਲੈਂਡ ਬਹੁਤ ਜ਼ਰੂਰੀ ਹੈਗਾ, ਓਕੇ। ਫਿਰ ਤੁਸੀਂ ਕੀ ਕਰਨਾ ਹੈ, ਕੈਟਾਗਰੀ ਸਿਲੈਕਟ ਕਰਨੀ, ਇੰਪਲੋਇਮੈਂਟ, ਕ੍ਰੈਡਿਟ, ਬੈਲੈਂਸ, ਇਕੋਨਮੀ ਐਕਟੀਵਿਟੀ, ਸੈਂਟਰਲ ਬੈਂਕਸ, ਕੋਈ ਅਨਾਊਂਸਮੈਂਟ, ਤੁਸੀਂ ਇਹਨੂੰ ਕਿਤੇ ਕਲਿੱਕ ਨਹੀਂ ਕਰਨਾ, ਸਾਰੀ ਨਿਊਜ਼ 2 ਸਟਾਰ। ਫਿਰ 1 ਸਟਾਰ ਤੁਸੀਂ ਨਿਊਜ਼ ਚਾਹੀਦੀ ਹੈ, ਨੋ ਦਿਸ ਇਜ਼ ਯੂਜ਼ਲੈਸ, ਲੀਵ ਇਟ। 2 ਸਟਾਰ ਲੀਵ ਇਟ, 3 ਸਟਾਰ ਓਨਲੀ, ਓਕੇ। ਅਪਲਾਈ ਕਰੋਗੇ ਤੁਸੀਂ ਜਿਹੜੀ ਤੁਸੀਂ ਕੰਟਰੀ। ਇੱਕ ਵਾਰੀ ਦੁਬਾਰਾ ਇਹਨੂੰ ਐਕਸਪਲੇਨ ਕਰੋਗੇ, ਆਪਾਂ ਸਟੈਪ ਕੀ ਸੀ, ਕਿੱਥੋਂ ਕਿੱਦਾਂ ਹੈ। ਓਕੇ, ਤੁਸੀਂ ਇੱਥੇ ਸਾਈਨ ਇਨ ਕਰ ਲਿਆ investing.com 'ਤੇ, ਠੀਕ ਹੈ ਜੀ। ਤੁਸੀਂ ਸਾਈਨ ਇਨ ਕਰ ਲਿਆ, ਤੁਸੀਂ ਟੂਲਸ 'ਤੇ ਜਾਣਾ ਹੈ। ਇਹ ਜਿਹੜੀ ਵੈਬਸਾਈਟ ਹੈ ਨਾ, ਤੁਹਾਨੂੰ ਪੂਰੀ ਮਾਰਕੀਟ ਦੀ ਇਨਸਾਈਡ, ਮਤਲਬ ਦਿਸ ਇਜ਼ ਅ ਬਾਈਬਲ ਆਫ ਫੋਰੈਕਸ। 2-3 ਵੈਬਸਾਈਟ ਇੱਦਾਂ ਦੀ, ਲੇਕਿਨ ਮੇਰੀ ਫੇਵਰੇਟ ਹੈਗੀ ਹੈ ਅਤੇ ਈਜ਼ੀ ਹੈ ਸਟੱਡੀ ਰੀਡ ਕਰਨਾ ਵੀ। ਸਟੋਕਸ ਨੇ, ਡਾਈਸਿਸ ਨੇ, ਕਮੋਡਿਟੀਜ਼ ਤੁਸੀਂ ਦੇਖ ਸਕਦੇ ਹੋ, ਮੈਟਲ, ਐਨਰਜੀ, ਗ੍ਰੇਨਸ, ਸੌਫਟ ਡਰਿੰਕਸ, ਠੀਕ ਹੈ, ਮੀਟਸ ਵਗੈਰਾ, ਹਰ ਚੀਜ਼ ਇੱਥੇ ਟ੍ਰੇਡ ਹੁੰਦੀ ਹੈ, ਗੋਲਡ ਵਗੈਰਾ ਵੀ ਹੈ ਨਾ। ਸੋ ਕਰੰਸੀ ਵਿੱਚ ਤੁਸੀਂ ਜਾ ਸਕਦੇ ਹੋ, ਮੇਜਰ ਕਰੰਸੀਜ਼ ਹੈਗੀ ਹੈ, ਲਾਈਵ ਕਰੰਸੀ, ਐਕਸਚੇਂਜ ਟੇਬਲ ਰੇਟ, ਯੂਰੋ, US, ਇਹ ਸਾਰੀ ਕਰੰਸੀ ਹੈ। ETF ਹੈ, ਫੰਡਸ ਹੈ, ਬੌਂਡਸ ਹੈ, ਸਰਟੀਫਿਕੇਟਸ ਨੇ ਜਿਹੜੀ ਗੌਰਮੈਂਟ ਇਸ਼ੂ ਕਰਦੀ ਹੁੰਦੀ ਹੈ, ਰਾਈਟ, ਪੈਨਸ਼ਨਸ ਫੰਡਸ ਵਗੈਰਾ ਸਾਰੇ। ਸੋ ਇਹ ਤੁਸੀਂ ਆਪਣੀ ਵਾਚ ਲਿਸਟ ਇੱਥੇ ਬਣਾ ਸਕਦੇ ਹੋ। ਤੁਸੀਂ ਕ੍ਰਿਪਟੋ ਦਾ ਇੱਥੇ ਦੇਖ ਸਕਦੇ ਹੋ, ਨਿਊਜ਼ ਜਿਹੜੀ ਆਮ ਨਿਊਜ਼ ਹੈਗੀ ਆ ਫਾਈਨੈਂਸ਼ੀਅਲ ਵਰਲਡ 'ਚ ਕੀ ਹੋ ਰਿਹਾ ਹਰ ਰੋਜ਼, ਠੀਕ ਹੈ। ਲੇਟੈਸਟ ਨਿਊਜ਼ ਫੋਰ ਐਗਜ਼ਾਮਪਲ ਆਪਾਂ ਦੇਖ ਲੈਂਦੇ ਆ ਕਲਿੱਕ ਕਰਕੇ, ਓਕੇ। ਜਿਵੇਂ US ਦੀ ਨਿਊਜ਼ ਹੈਗੀ ਹੈ, US ਕਮਰਸ ਚੀਫ ਸੀਕਸ ਟ੍ਰੇਡ ਟੂਰਿਜ਼ਮ ਬੂਸਟ ਇਨ ਚਾਈਨਾ ਟਾਕਸ। ਸੋ ਇਹਨਾਂ ਦੇ ਰਿਲੇਸ਼ਨਸ਼ਿਪ ਵਧਣ ਜਾ ਰਹੇ ਹੈ। 11 ਮਿੰਟ ਪਹਿਲਾਂ ਦੀ ਨਿਊਜ਼ ਹੈਗੀ, ਮੀਨਸ ਪੋਜ਼ੀਟਿਵ ਹੈਗਾ ਡਾਲਰ ਲਈ ਵੀ ਅਤੇ ਚਾਈਨੀਜ਼ ਯੇਨ ਦੇ ਲਈ ਵੀ, ਠੀਕ ਹੈ, ਯੂਆਨ ਦੇ ਲਈ ਵੀ, ਓਕੇ। ਸੋ ਇਹ ਇੱਦਾਂ ਦੀ ਨਿਊਜ਼ ਅਸੀਂ ਪੜ੍ਹਨੀ ਹੈਗੀ ਹੈ। ਸੋ ਇਹ ਲੇਕਿਨ ਸਾਨੂੰ ਜ਼ਰੂਰਤ ਨਹੀਂ ਹੈਗੀ ਹਰ ਨਿਊਜ਼ ਪੜ੍ਹਨ ਦੀ। ਸੋ ਤੁਸੀਂ ਇੱਥੇ ਐਨਾਲਿਸਿਸ 'ਤੇ ਜਾ ਸਕਦੇ ਹੋ। ਜਿਹੜੀ ਤੁਸੀਂ ਕਰੰਸੀ ਟ੍ਰੇਡ ਕਰ ਰਹੇ ਹੋ, ਜਿਹੜੀ ਤੁਸੀਂ ਇੰਸਟਰੂਮੈਂਟ ਨੂੰ ਟ੍ਰੇਡ ਕਰ ਰਹੇ ਹੋ, ਬੇਸ਼ੱਕ ਉਹ ਫਰੈਕਸ ਹੈਗਾ, ਮੈਟਲ ਹੈਗਾ ਹੈ, ਕੋਈ ਕ੍ਰਿਪਟੋ ਹੈਗਾ, ਇੰਡਾਈਸਿਸ ਹੈ, ਠੀਕ ਹੈ, ਜਾਂ ਉਹ ਕੋਈ ਬੌਂਡਸ ਵਗੈਰਾ ਨੇ, ਫਿਊਚਰਸ ਨੇ, ਡੈਰੀਵੇਟਿਵਸ ਨੇ, ਹੈ ਨਾ, ਆਪਸ਼ਨਸ ਨੇ। ਸੋ ਅਸੀਂ ਇੱਥੇ ਗੱਲ ਕਰ ਰਹੇ ਹਾਂ ਫੋਰੈਕਸ ਦੀ, ਓਕੇ। ਗੋ ਹੇਅਰ, ਕਰੰਸੀਜ਼,
ਕਰੰਸੀਜ਼ ਤੋਂ ਜਾਓ। ਐਨਾਲਿਸਿਸ ਕੀਤਾ ਹੈ ਜਿਹੜੇ ਵਰਲਡ ਦੇ ਬਹੁਤ ਫੇਮਸ ਜਿਹੜੇ ਐਨਾਲਿਸਟ ਨੇ, ਉਹ ਕੀ ਕਹਿੰਦੇ ਨੇ ਉਸ ਕਰੰਸੀ ਬਾਰੇ। ਯੂਰੋ USD ਬਾਰੇ ਨਿਊਜ਼ ਹੈ ਕਿ ਯੂਰੋ USD ਬ੍ਰੇਕਆਊਟ ਬਿਲੋ ਬੀਅਰ ਚੈਨਲ ਫੇਲਸ, ਸੋ ਇਹ ਉੱਪਰ ਜਾਏਗਾ, ਠੀਕ ਹੈ ਜੀ। ਸੋ ਵੋਲੈਟਿਲਿਟੀ ਟੂ ਕੰਟੀਨਿਊ। ਇਹ ਅਲੱਗ-ਅਲੱਗ ਤੁਸੀਂ ਅਗਰ ਗੋਲਡ ਦਾ ਦੇਖੋਗੇ, ਤੁਸੀਂ ਇੱਥੇ ਮੈਟਲ ਦਾ ਆ ਜਾਓ, ਓਕੇ, ਮਾਰਕੀਟ ਓਵਰਵਿਊ, ਕਰੰਸੀਜ਼, ਓਕੇ, ਬੌਂਡਸ, ਕ੍ਰਿਪਟੋ ਕਰੰਸੀਜ਼, ਓਕੇ, ਐਨਾਲਿਸਿਸ। ਸੋ ਇੱਥੇ ਤੁਸੀਂ ਚਾਰਟ ਦਾ ਦੇਖੋਗੇ, ਟੈਕਨੀਕਲ ਤੁਸੀਂ ਦੇਖੋਗੇ, ਅਗਰ ਟੈਕਨੀਕਲ ਐਨਾਲਿਸਿਸ ਕੀ ਕਹਿੰਦੇ ਨੇ ਸਾਰੇ, ਹੈ ਨਾ, ਆਪ ਤੁਸੀਂ ਦੇਖ ਸਕਦੇ ਹੋ। ਇੱਥੇ ਗੋਲਡ ਦਾ ਵੀ ਹੋਣਾ ਚਾਹੀਦਾ ਐਕਚੁਅਲੀ, ਸਟਾਕ ਮਾਰਕੀਟ, ਕੋਮੋਡਿਟੀਜ਼ 'ਚ ਆ ਜਾਏਗਾ, ਓਕੇ। ਕੋਮੋਡਿਟੀਜ਼ ਦੇ ਵਿੱਚ ਦੇਖੋ ਇੱਥੇ ਤੁਸੀਂ ਆਇਲ ਆ ਗਿਆ, ਗੋਲਡ ਆ ਗਿਆ। ਦ ਐਂਟੀ ਬਬਲ, gold is not a risk asset, it is an insurance policy. The gold mining industry will one day leverage all characteristics and just as a standard financial insurance policies mean to be। ਇਹਨਾਂ ਇੱਥੇ ਪੂਰਾ ਲਿਖਿਆ ਹੋਏਗਾ ਬੰਦੇ ਨੇ ਕਿ ਗੋਲਡ ਦਾ ਨੂੰ ਓਵਰਆਲ ਕੀ ਸਿਨਾਰੀਓ ਨਜ਼ਰ ਆ ਰਿਹਾ, ਉੱਪਰ ਜਾਏਗਾ, ਨੀਚੇ ਜਾਏਗਾ, ਰਾਈਟ। ਸੋ ਐਕਸਪਰਟ ਨੇ, ਓਕੇ, ਤੁਸੀਂ ਇਹਨਾਂ ਨੂੰ ਵੀ ਫੋਲੋ ਕਰ ਸਕਦੇ ਹੋ, ਇਹਨਾਂ ਨੂੰ ਵੀ ਇੱਥੇ ਫੋਲੋ ਕਰ ਸਕਦੇ ਹੋ। ਇਹਨਾਂ ਦੀ ਹਰ ਪੋਸਟ ਜਦੋਂ ਆਏਗੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ, ਠੀਕ ਹੈ। ਇਹ ਕੀ ਕਹਿ ਰਿਹਾ ਕਿ ਗੋਲਡ ਜਿਹੜੀ ਸਪਿਨ ਹੈਗੀ, ਗੋਲਡ ਦਾ ਚਾਰਟ ਹੈਗਾ, ਠੀਕ ਹੈ, ਇਹ ਏਰੀਆ ਯੂਜ਼ ਕਰਦੇ ਨੇ ਇਹਦੇ ਲਈ। ਕੀ ਕਹਿ ਰਹੇ ਨੇ ਉਹ ਗੋਲਡ ਬਾਰੇ, ਓਕੇ, ਕਿ ਉੱਪਰ ਜਾਏਗਾ ਜਾਂ ਨੀਚੇ ਜਾਏਗਾ, ਓਕੇ। ਸੋ ਦਿਸ ਹਾਊ ਨਾਓ ਜਿਹੜਾ ਅਸੀਂ ਮੇਨ ਗੱਲ ਕਰ ਰਹੇ ਸੀਗੇ ਟੂਲਸ ਅਸੀਂ ਕਿਵੇਂ ਯੂਜ਼ ਕਰਨਾ ਹੈਗਾ। ਤੁਸੀਂ ਇੱਥੇ ਟੂਲਸ 'ਚ ਆਉਣਾ ਹੈ, ਸਿੰਪਲ ਇਕੋਨੋਮਿਕ ਕੈਲੰਡਰ ਕਲਿੱਕ ਕਰਨਾ। ਇਕੋਨੋਮਿਕ ਕੈਲੰਡਰ ਦੇ ਵਿੱਚ ਅਸੀਂ ਆਪਣਾ ਟਾਈਮ ਜ਼ੋਨ ਵੀ ਸੈੱਟ ਕਰਨਾ ਹੈ, ਓਕੇ। ਕੈਨੇਡਾ ਦੇ ਅਕੋਰਡਿੰਗ ਜੋ ਵੀ ਹੈ ਤੁਹਾਡਾ ਤੁਸੀਂ ਇੱਥੇ ਸੈੱਟ ਕਰ ਸਕਦੇ ਹੋ, ਜੋ ਲਾਜ਼ਮ ਹੋਏਗਾ ਇੱਥੇ ਜ਼ਰੂਰ ਹੋਏਗਾ, ਓਕੇ। -6 ਸੀਗਾ, ਰਾਈਟ, -6, ਓਕੇ। ਮਾਊਂਟੇਨ ਟਾਈਮਸ ਆ ਗਿਆ -6 US ਐਂਡ ਕੈਨੇਡਾ, ਰਾਈਟ ਜੀ। ਜੇ ਆਪਾਂ ਇਹਨੂੰ ਇੱਥੇ ਕਰੀਏ ਤਾਂ ਇੱਥੇ ਸਾਰਾ ਟਾਈਮ ਨਿਊਜ਼ ਤੁਹਾਡੇ ਉਸ ਟਾਈਮ ਦੇ ਅਕੋਰਡਿੰਗ ਤੁਹਾਨੂੰ ਅਲਰਟ ਦੇਗੀ, 15 ਮਿੰਟ ਪਹਿਲਾਂ ਅਲਰਟ ਆ ਜਾਂਦਾ ਹੈ। ਹੁਣ ਅਸੀਂ ਇਹ ਨਿਊਜ਼ ਕਿਹੜੀ ਦੇਖਣੀ ਹੈ, ਕਿਵੇਂ ਦੇਖਣੀ ਹੈ, ਲੈਟ ਮੀ ਰਿਪੀਟ ਇਟ, ਓਕੇ। ਫਿਲਟਰ 'ਤੇ ਤੁਸੀਂ ਜਾਣਾ ਹੈ, ਅਸੀਂ ਮੇਜਰ ਕੰਟਰੀਜ਼ ਹੀ ਦੇਖਣੀ ਹੈ, ਜਿਵੇਂ ਕਿ ਕੈਨੇਡਾ ਤੁਸੀਂ ਆਪਣੀ ਕੰਟਰੀ ਦੀ ਗੱਲ ਕਰਦੇ ਹੋ, ਹੈ ਨਾ। ਜਾਪਾਨ ਹਰ ਕੰਟਰੀ ਨਾਲ ਕ੍ਰੋਸ ਪੇਅਰ ਸਟਰੋਂਗ ਮੇਜਰ ਪੇਅਰ ਬਣਾਉਂਦਾ ਹੈ, ਠੀਕ ਹੈ। ਜਾਪਾਨੀ ਨਿਊਜ਼ ਦੇਖ ਲਓ, US ਅਤੇ UK। ਤੁਸੀਂ ਯੂਰੋ ਜ਼ੋਨ ਵੀ ਦੇਖ ਸਕਦੇ ਹੋ, ਇੱਥੇ ਯੂਰੋ ਜ਼ੋਨ ਹੋਏਗਾ, ਓਕੇ, ਲੈਟ ਇਟ ਕਮ। ਯੂਰੋ ਜ਼ੋਨ ਆ ਗਿਆ। ਫਿਰ ਤੁਸੀਂ ਡਿਸਪਲੇ ਟਾਈਮ ਰਿਮੇਨਿੰਗ ਅੰਟਿਲ ਅਨਾਊਂਸਮੈਂਟ, ਓਕੇ, ਡਿਸਪਲੇ ਹੋਏਗਾ ਇੱਥੇ। ਇੰਪਲੋਇਮੈਂਟ ਤੁਸੀਂ ਇਹਨੂੰ ਕਿਸੇ ਨੂੰ ਕਲਿੱਕ ਨਹੀਂ ਕਰਨਾ, ਸਾਰੀ ਨਿਊਜ਼ ਆਉਣ ਦਿਓ। 1 ਸਟਾਰ ਤੁਹਾਨੂੰ ਨਿਊਜ਼ ਚਾਹੀਦੀ ਹੈ, ਨੋ, ਇਸ ਯੂਜ਼ਲੈਸ ਬਿਕੋਜ਼ ਦਿਸ ਇਜ਼ ਏ low impact news। देखो 1 star is low impact, so no need this, unclick, uncheck this। So second 2 star news, okay, it's okay, let's see it ki what is this। So 3 star news, yeah, is very important। So हर 2 star 3 star news ਜਿਹੜੀ ਤੁਸੀਂ ਇਕਨੋਮੀ ਸਿਲੈਕਟ ਕੀਤੀਆਂ ਤੁਹਾਨੂੰ ਇੱਥੇ ਡਿਸਪਲੇ ਹੋ ਜਾਏਗੀ। ਸੋ ਅਲਰਟ ਵੀ ਤੁਸੀਂ ਇੱਥੇ ਲਾ ਸਕਦੇ ਹੋ, ਅਪਲਾਈ ਕਰੋ। ਹੁਣ ਤੁਹਾਨੂੰ 2 ਸਟਾਰ ਅਤੇ 3 ਸਟਾਰ ਨਿਊਜ਼ ਆ ਜਾਏਗੀ, ਹੈ ਨਾ, ਕਿਉਂਕਿ ਅੱਜ ਹੌਲੀਡੇ ਹੈਗਾ, ਸੋ ਇਹ ਕੋਈ ਖਾਸ ਨਹੀਂ ਹੈਗਾ। ਹੁਣ ਅਸੀਂ ਨੈਕਸਟ ਵੀਕ ਦੀ ਦੇਖਣੀ, ਡੇਲੀ ਦੇ ਇੱਥੇ ਆਉਂਦੀ ਹੈ। ਕੱਲ੍ਹ ਦੀ ਕੀ ਸੀ, ਯਸਟਰਡੇ ਡੇ ਬਿਫੋਰ ਯਸਟਰਡੇ ਦੇ ਕੀ ਸੀਗੇ, ਨਿਊਜ਼ ਸੀਗੀ 2 ਸਟਾਰ। 3 ਸਟਾਰ ਕੋਈ ਨਿਊਜ਼ ਸੀਗੀ ਨਹੀਂ ਸੀ, ਡੋਂਟ ਵਰੀ। ਸਵੇਰੇ ਅਸੀਂ ਪਹਿਲਾਂ ਉੱਠ ਕੇ ਜਦੋਂ ਵੀ ਅਸੀਂ ਟ੍ਰੇਡ ਸਟਾਰਟ ਕਰਨੀ, ਅਸੀਂ ਫਸਟ ਆਫ ਆਲ ਦੇਖਣਾ ਕਿ ਅੱਜ ਕੋਈ 3 ਸਟਾਰ ਹਾਈ ਇੰਪੈਕਟ ਨਿਊਜ਼ ਹੈ, ਨਹੀਂ ਹੈ, ਨੋ ਵਰੀਜ਼। ਸੋ ਮਾਰਕੀਟ ਨੋਰਮਲ ਟ੍ਰੇਡ ਕਰੇਗੀ, ਓਕੇ। ਸੋ ਦਿਸ ਨੈਕਸਟ ਵੀਕ ਦੀ ਕਿਹੜੀ ਨਿਊਜ਼ ਹੈਗੀ ਹੈ, ਲੈਟਸ ਸੀ। ਸੋ ਇੱਕ ਇਹ US ਦੀ ਨਿਊਜ਼ ਹੈਗੀ ਹੈ, ਹੌਲੀਡੇ ਹੈਗਾ, ਓਕੇ। ਸੋ ਨੈਕਸਟ ਵੀਕ ਟਿਊਜ਼ਡੇ ਦੀ, ਮਤਲਬ ਮੰਡੇ ਨੂੰ ਮਾਰਕੀਟ ਬੰਦ ਹੈਗੀ ਹੈ, ਲੇਬਰ ਡੇ ਹੈਗਾ। ਸੋ ਕੈਨੇਡਾ ਅਤੇ ਅਮਰੀਕਾ ਕਲੋਜ਼ ਹੈਗਾ, ਸੋ ਮਾਰਕੀਟ ਸਲੋ ਵੋਲਿਊਮ ਰਹੇਗਾ ਕਿਉਂਕਿ ਮੇਜਰ ਇਕੋਨਮੀ ਹੈਗੀਆਂ। ਸੋ ਇਫ ਦੇ ਆਰ ਕਲੋਜ਼ ਦ ਵਰਲਡ ਇਜ਼ ਕਲੋਜ਼। ਸੋ ਟਿਊਜ਼ਡੇ ਨੂੰ 3 ਸਟਾਰ ਨਿਊਜ਼ ਦੇਖਣੀ ਆਪਾਂ ਨੇ, ਇਹਦੀ ਕਿਹੜੀ ਹੈ, ਓਕੇ। ਵੈਡਨਸਡੇ ਨੂੰ ਟਿਊਜ਼ਡੇ ਨੂੰ ਕੋਈ ਵੀ 2 ਸਟਾਰ ਨਿਊਜ਼ ਨਹੀਂ ਹੈਗੀ। ਸੋ ਵੈਡਨਸਡੇ ਨੂੰ 3 ਸਟਾਰ ਨਿਊਜ਼ ਹੈਗੀ ਹੈ, S&P ਗਲੋਬਲ US ਸਰਵਿਸਿਜ਼, ਓਕੇ। ਕੀ ਹੈਗੀ ਹੈ ਨਿਊਜ਼ 3 ਸਟਾਰ, ਕਿੰਨੇ ਵਜੇ ਆਉਣੀ ਹੈਗੀ ਹੈ ਇੱਥੇ ਇੰਡੀਆ ਦੇ 7:15 ਵਜੇ, 19:15 'ਤੇ। ਤੁਸੀਂ ਕੈਨੇਡੀਅਨ ਟਾਈਮ ਸੈੱਟ ਕਰ ਸਕਦੇ ਹੋ ਆਪਣੇ ਲਈ, ਠੀਕ ਹੈ। ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਨਿਊਜ਼ ਆ ਗਈ, ਇੱਥੇ ਅਲਰਟ ਲਾ ਦਿਓ, ਕ੍ਰੀਏਟ ਅਲਰਟ, ਠੀਕ ਹੈ ਜੀ। ਰਿਕਰਿੰਗ ਜਦੋਂ ਵੀ ਇਹ 15 ਮਿੰਟ ਬਿਫੋਰ 30 ਮਿੰਟ ਬਿਫੋਰ ਤੁਸੀਂ ਸਿਲੈਕਟ ਕਰ ਸਕਦੇ ਹੋ। ਸੋ ਕ੍ਰੀਏਟ ਦਾ ਅਲਰਟ, ਤੁਹਾਡੇ ਮੋਬਾਈਲ ਫੋਨ 'ਤੇ ਵੀ ਨੋਟੀਫਿਕੇਸ਼ਨ ਆ ਜਾਏਗੀ, ਤੁਹਾਡਾ ਨੰਬਰ ਇੱਥੇ ਨਾਲ ਰਜਿਸਟਰਡ ਹੋਏਗਾ, ਠੀਕ ਹੈ ਜੀ। ਤੁਹਾਡੀ ਈਮੇਲ 'ਤੇ ਵੀ ਨੋਟੀਫਿਕੇਸ਼ਨ ਆ ਸਕਦੀ ਹੈ। ਸੋ ਇਟਸ ਅਪ ਟੂ ਯੂ ਕਿ ਵਿਚ ਮੋਡ ਯੂ ਵਾਂਟ ਟੂ ਬੀ ਨੋਟੀਫਾਈਡ। ਸੋ ਇਹ ਨਿਊਜ਼ ਹੈ ਕੀ, ਇਹਦੀ ਡੈਫੀਨੇਸ਼ਨ ਕੀ ਹੈ, ਤੁਸੀਂ ਇੱਥੇ ਇੱਕ ਦੇਖ ਸਕਦੇ ਹੋ ਕਿ ਇੱਥੇ 3 ਕਾਲਮ ਬਣੇ ਹੋਏ ਹੈ, ਪ੍ਰੀਵੀਅਸ, ਫੋਰਕਾਸਟ, ਐਕਚੁਅਲ। ਪ੍ਰੀਵੀਅਸ ਦਾ ਮਤਲਬ ਹੈ ਕਿ ਪ੍ਰੀਵੀਅਸਲੀ ਇਹ ਡਾਟਾ, ਇਹ ਨੰਬਰਸ ਰਿਲੀਜ਼ ਕਰਦੇ ਹੁੰਦੇ ਨਿਊਜ਼ ਵਾਲੇ, ਠੀਕ ਹੈ।
ਕਿੰਨੀ ਪਰਸੈਂਟੇਜ ਗਰੋਥ ਹੋਈ ਹੈ ਜੀ, ਪਹਿਲਾਂ ਕਿੰਨੀ ਸੀਗੀ, ਕਿੰਨੀ ਅਸੀਂ ਉਮੀਦ ਕਰ ਰਹੇ ਸੀਗੇ, ਲੇਕਿਨ ਅਸਲ ਦੇ ਵਿੱਚ ਕਿੰਨੀ ਪਰਸੈਂਟੇਜ ਆਈ ਹੈਗੀ ਹੈ। ਉਹ ਨੰਬਰ ਨੈਗੇਟਿਵ ਜਾਂ ਪੋਜ਼ਿਟਿਵ, ਰੈੱਡ ਆਏਗਾ, ਲੈਸ ਆਏਗਾ ਤਾਂ ਰੈੱਡ 'ਚ ਆਏਗਾ, ਜੇ ਉਹ ਜ਼ਿਆਦਾ ਆਏਗਾ ਐਕਸਪੈਕਟਿਡ ਤੋਂ, ਫੋਰਕਾਸਟ ਤੋਂ, ਫਿਰ ਉਹ ਗ੍ਰੀਨ 'ਚ ਆਏਗਾ। ਜਿਹੜੀ ਵੀ ਇਕੋਨਮੀ ਦੀ ਨਿਊਜ਼, ਜਿਹੜੀ ਵੀ ਕੰਟਰੀ ਦੀ ਨਿਊਜ਼ ਹੈਗੀ ਹੈ, ਜੇ ਉਹ ਗ੍ਰੀਨ ਹੈਗੀ ਹੈ ਤਾਂ ਸਿੰਪਲ ਫਾਰਮੂਲਾ ਹੈ ਕਿ ਉਸ ਕੰਟਰੀ ਦੀ ਇਕੋਨਮੀ ਵਾਸਤੇ, ਕਰੰਸੀ ਵਾਸਤੇ ਪੋਜ਼ਿਟਿਵ ਹੈ, ਠੀਕ ਹੈ। ਹੁਣ ਜੇ ਨਿਊਜ਼ ਡਾਲਰ ਵਾਸਤੇ ਪੋਜ਼ਿਟਿਵ ਆਉਂਦੀ ਹੈ, ਮਤਲਬ ਗ੍ਰੀਨ ਆਉਂਦੀ ਹੈਗੀ ਹੈ, ਓਕੇ, ਫਿਰ ਕੀ ਹੋਏਗਾ, ਕਿਉਂਕਿ ਗੋਲਡ ਨਾਲ ਡਾਲਰ ਦਾ ਪੇਅਰ ਹੈਗਾ, ਜੇ ਡਾਲਰ ਉੱਤੇ ਜਾਏਗਾ, ਕਿਉਂਕਿ ਨਿਊਜ਼ ਡਾਲਰ ਵਾਸਤੇ ਪੋਜ਼ਿਟਿਵ ਆਈ ਹੈ, ਗ੍ਰੀਨ 'ਚ ਆਈ ਹੈ, ਸੋ ਗੋਲਡ ਡਾਊਨ ਜਾਏਗਾ। ਉਦੋਂ ਅਸੀਂ ਸੈੱਲ ਦਾ ਸੋਚਣਾ, ਫਿਰ ਬਸ਼ਰਤੇ ਅਸੀਂ, ਪਹਿਲੀ ਗੱਲ ਹੈ ਕਿ ਅਸੀਂ ਨਿਊਜ਼ ਦੇ ਵਿੱਚ ਟ੍ਰੇਡ ਕਰਨਾ ਹੀ ਨਹੀਂ, ਠੀਕ ਹੈ ਜੀ, ਨਹੀਂ ਜੀ, ਓਕੇ। ਸੋ 3 ਸਟਾਰ ਨਿਊਜ਼ ਕੀ ਹੈ, ਇੱਥੇ ਕਲਿੱਕ ਕਰੋ, ਤੁਹਾਨੂੰ ਇਹਦੇ 'ਤੇ ਸਮਾਂ ਲਾਉਣ ਦੀ ਜ਼ਰੂਰਤ ਹੈਗੀ ਹੈ, ਅਤੇ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈਗੀ। The services PMI release is published monthly by Market Economics. The data are based on surveys of 400 executives in private sectors. ਮਤਲਬ CEO ਦੀ ਜਿਹੜਾ ਡਾਟਾ ਹੁੰਦਾ ਹੈ ਉਹ ਸਬਮਿਟ ਕਰਦੇ ਨੇ। The survey covers transport and communication, financial intermediaries and business and personal services, computing and IT, hotels and restaurants. Okay. So an index level of 50 on it's a change since the previous month. So ਇੱਥੇ ਤੁਸੀਂ ਸਿੰਪਲ ਪੜ੍ਹਨਾ ਲਾਸਟ ਵਿੱਚ ਆ ਕੇ, a reading that is stronger than forecast is generally supportive for the dollar. Expected ਜਿਹੜਾ forecast ਸੀਗਾ, ਅਸੀਂ ਉਮੀਦ ਕਰਦੇ ਸੀ ਕਿ ਨੰਬਰ ਆਉਣਗੇ, ਜੇ ਉਸ ਤੋਂ ਜ਼ਿਆਦਾ ਆਉਂਦੀ ਹੈ ਫਿਰ ਡਾਲਰ ਵਾਸਤੇ ਪੋਜ਼ਿਟਿਵ ਹੈ, ਠੀਕ ਹੈ। while a weaker than forecast reading is generally negative for dollar. ਸੋ ਜੇ ਇਹ ਰੈੱਡ 'ਚ ਆਉਂਦੀ ਹੈਗੀ ਹੈ ਫਿਰ ਇਹ ਗੋਲਡ ਨੂੰ ਉੱਪਰ ਲੈ ਕੇ ਜਾਏ, ਕਿਉਂਕਿ ਡਾਲਰ ਲਈ ਇਹ ਨੈਗੇਟਿਵ ਹੈਗੀ, ਡਾਲਰ ਡਾਊਨ ਅਤੇ ਗੋਲਡ ਉੱਤੇ, ਕਿਉਂਕਿ ਕ੍ਰੋਸ ਪੇਅਰ ਹੈਗਾ, ਆਪੋਜ਼ਿਟ ਇਫੈਕਟ ਹੁੰਦਾ ਹੈ ਡਾਲਰ ਦੀ ਮੂਵਮੈਂਟ ਦਾ ਗੋਲਡ ਦੇ ਉੱਤੇ, ਓਕੇ। ਇਹ ਪ੍ਰੀਵੀਅਸ ਹਿਸਟਰੀ ਹੈਗੀ ਹੈ, ਫੋਰਕਾਸਟ ਇਹ ਸੀਗੀ, ਪ੍ਰੀਵੀਅਸ ਨੰਬਰ ਇਹ ਸੀਗੇ ਅਸਲ ਦੇ ਵਿੱਚ, ਸੋ ਫੋਰਕਾਸਟ ਇਹ ਹੈਗੀ ਹੈ। ਸੋ ਰੀਅਲ ਦੇ ਵਿੱਚ ਜਦੋਂ ਇਹ ਆਇਆ ਰੈੱਡ, ਇਟ ਮੀਨਸ ਇਸ ਨਿਊਜ਼ ਕਰਕੇ ਗੋਲਡ ਉੱਤੇ ਗਿਆ ਹੋਣਾ। ਇਹ ਹੁਣ ਡਾਟਾ ਕੈਰੀ ਫੋਰਵਰਡ ਹੋ ਜਾਏਗਾ ਨੈਕਸਟ ਪ੍ਰੀਵੀਅਸ ਦੇ ਵਿੱਚ, ਠੀਕ ਹੈ। 6 ਸਤੰਬਰ ਨੂੰ ਇਹ ਨਿਊਜ਼ ਰਿਲੀਜ਼ ਹੋਏਗੀ, ਠੀਕ ਹੈ ਜੀ। ਸੋ ਫੋਰਕਾਸਟ ਦੇ ਵਿੱਚ ਉਹ ਕੀ ਰਿਲੀਜ਼ ਕਰਦੇ ਆ, ਤੁਹਾਨੂੰ ਉਹਨਾਂ ਨੇ 2 ਦਿਨ ਪਹਿਲਾਂ ਇੱਥੇ ਨੰਬਰ ਪਾ ਦੇਣੇ ਨੇ। ਜੇ ਤਾਂ ਫੋਰਕਾਸਟ ਦੇ ਬਰਾਬਰ ਆਉਂਦਾ ਹੈ, ਠੀਕ ਹੈ, ਫਿਰ ਤਾਂ ਹੋਏਗਾ ਇਹ ਬਲੈਕ 'ਚ, ਸੇਮ ਨੰਬਰ ਆਉਂਦੇ। ਅਗਰ ਜੇ ਫੋਰਕਾਸਟ ਤੋਂ ਘੱਟ ਆਉਂਦਾ ਹੈ ਫਿਰ ਹੋਏਗਾ ਰੈੱਡ 'ਚ, ਜਿਵੇਂ ਇਹ ਰਹੇਗਾ, ਦੇਖੋ 52.4 ਸੀਗਾ ਐਕਸਪੈਕਟਿਡ, 52.3 ਆਇਆ, ਸੋ 1 ਪੁਆਇੰਟ ਘੱਟ ਆਇਆ, ਸੋ ਇਹ ਰੈੱਡ 'ਚ ਆ ਗਿਆ। 54.1 ਸੀਗਾ ਐਕਸਪੈਕਟਿਡ, ਓਕੇ, 6 ਜੂਨ ਨੂੰ ਕਿੰਨਾ ਆਇਆ, 54.4 ਆਇਆ, 3 ਪੁਆਇੰਟ ਜ਼ਿਆਦਾ ਆਇਆ, ਸੋ ਇਹ ਗ੍ਰੀਨ 'ਚ ਹੈ। ਇਟ ਮੀਨਸ ਇਹ ਡਾਲਰ ਲਈ ਵਧੀਆ ਸੀਗਾ ਇਹ ਗ੍ਰੀਨ ਵਾਲਾ ਡਾਟਾ, ਠੀਕ ਹੈ। ਜੋ ਤੇ ਡਾਲਰ ਲਈ ਵਧੀਆ ਸੀਗਾ ਤਾਂ ਗੋਲਡ ਲਈ ਸਹੀ ਨਹੀਂ ਸੀ, ਨੈਗੇਟਿਵ ਗਿਆ ਗੋਲਡ, ਡਾਲਰ ਉੱਪਰ ਅਤੇ ਕ੍ਰੋਸ ਦੇ ਵਿੱਚ ਨੈਗੇਟਿਵ ਗਿਆ ਹੋਣਾ। ਸਮਝ ਆ ਗਿਆ ਜੀ? ਹਾਂਜੀ, ਕੁਝ ਸਮਝ ਆ ਰਿਹਾ ਜੀ। ਪ੍ਰੈਕਟਿਸ ਕਰਨੀ ਪਏਗੀ ਜੀ ਸਾਨੂੰ, ਨਿਊਜ਼ ਕਿਵੇਂ ਇੰਪੈਕਟ ਕਰਦੀ ਹੈ, ਠੀਕ ਹੈ ਜੀ। ਸੋ ਅਗਰ ਅਸੀਂ ਇੱਕ ਹੋਰ ਨਿਊਜ਼ ਦੇਖੀਏ ਨੈਕਸਟ ਵੀਕ ਦੀ, ਫੋਰ ਐਗਜ਼ਾਮਪਲ ਜੋਬਲੈਸ ਕਲੇਮ ਆਪਾਂ ਲੈ ਲੈਂਦੇ ਹਾਂ ਨੈਕਸਟ ਵੀਕ। ਜੋਬਲੈਸ ਕਲੇਮ ਦਾ ਅਗਰ ਆਪਾਂ ਇੰਪੈਕਟ ਦੇਖੀਏ, ਸਿੰਪਲ ਹੈ, ਜਿਹੜਾ ਇੱਥੇ ਨੰਬਰ 3 ਨੰਬਰ ਹੁੰਦੇ ਨੇ ਪ੍ਰੀਵੀਅਸ, ਅਤੇ ਫੋਰਕਾਸਟ ਉਹਨਾਂ 'ਤੇ ਲਿਖਿਆ ਹੋਣਾ ਹੈ। ਜੇ ਐਕਚੁਅਲ ਡਾਟਾ ਜਿਹੜਾ ਸਮੇਂ 'ਤੇ ਰਿਲੀਜ਼ ਹੋਏਗਾ, ਜੇ ਉਹ ਹਾਇਰ ਦੈਨ ਫੋਰਕਾਸਟ ਆਉਂਦਾ ਹੈਗਾ ਫਿਰ ਉਹ ਗ੍ਰੀਨ ਦੇ ਵਿੱਚ ਸ਼ੋਅ ਹੋਏਗਾ ਇੱਥੇ, ਜਿਵੇਂ ਤੁਸੀਂ ਦੇਖ ਸਕਦੇ ਹੋ। ਪ੍ਰੀਵੀਅਸਲੀ ਜੇ ਆਪਾਂ ਦੇਖੀਏ ਤਾਂ ਉਹ ਗ੍ਰੀਨ 'ਚ ਸ਼ੋਅ ਹੋਏਗਾ। ਜੇ ਉਹ ਲੈਸ ਦੈਨ ਫੋਰਕਾਸਟ ਆਉਂਦਾ ਹੈਗਾ ਫਿਰ ਉਹ ਰੈੱਡ ਵਿੱਚ ਆਏਗਾ, ਜਿਹੜਾ ਡਾਲਰ ਲਈ ਨੈਗੇਟਿਵ ਹੋਏਗਾ, ਡਾਲਰ ਨੂੰ ਨੀਚੇ ਲੈ ਕੇ ਜਾਏਗਾ, ਬਿਕੋਜ਼ ਦੈਟ ਇਜ਼ ਅ ਬੈਡ ਇੰਡੀਕੇਸ਼ਨ, ਡਾਲਰ ਵੀਕ ਹੋਇਆ ਉਸ ਨਿਊਜ਼, ਉਹ ਨਿਊਜ਼ ਇੰਡੀਕੇਟ ਕਰ ਰਹੀ ਹੈ ਕਿ ਇੰਨੇ ਸਮੇਂ ਦੇ ਵਿੱਚ ਡਾਲਰ ਵੀਕ ਹੈਗਾ। ਮੀਨਸ ਜੇ ਅਸੀਂ ਹੁਣ ਇਹ ਗੱਲ ਕਹੀਏ ਕਿ ਕਿਸੇ ਇਕੋਨਮੀ ਦੇ ਵਿੱਚ ਅਨਇੰਪਲੋਇਮੈਂਟ ਦਾ ਰੇਟ ਜਿਹੜਾ ਹੈਗਾ ਉਹ ਵਧਿਆ ਹੈ, ਪਹਿਲਾਂ 2 ਸੀਗਾ ਹੁਣ 3 ਹੋ ਗਿਆ। ਸੋ ਇਹ ਨਿਊਜ਼ ਮਤਲਬ ਕੈਨੇਡਾ ਦਾ ਐਗਜ਼ਾਮਪਲ ਲੈ ਲੈਂਦੇ ਆ। ਕੈਨੇਡਾ ਅਗਰ ਆਪਣਾ ਅਨਇੰਪਲੋਇਮੈਂਟ ਦਾ ਜਿਹੜਾ ਡਾਟਾ ਰਿਲੀਜ਼ ਕਰਦਾ ਹੈ, ਠੀਕ ਹੈ, ਪਹਿਲਾਂ 2 ਸੀਗਾ ਅਤੇ ਹੁਣ 3 ਹੋ ਗਿਆ ਜਾਂ 4 ਹੋ ਗਿਆ, ਕੀ ਇਹ ਨਿਊਜ਼ ਕੈਨੇਡੀਅਨ ਡਾਲਰ ਲਈ ਠੀਕ ਹੈਗੀ ਹੈ? ਨਹੀਂ ਜੀ। ਕਿਉਂ? ਨੈਗੇਟਿਵ ਇੰਪੈਕਟ ਹੈਗਾ ਜੀ, ਇਹਦੇ ਪਰਚੇਜ਼ਿੰਗ ਪਾਵਰ ਘਟੇਗੀ ਲੋਕਾਂ ਦੀ ਅਤੇ ਇਕੋਨਮੀ ਡਾਊਨ ਹੋਊਗੀ। ਪਰਫੈਕਟ। ਸੋ ਮੀਨਸ ਬੇਰੁਜ਼ਗਾਰੀ ਵਧੀਆ, ਉਹਦੇ ਪਿੱਛੇ ਕੀ ਕਾਰਨ ਨੇ? ਅਪਰਚੂਨਿਟੀਜ਼ ਘੱਟ ਹੈ। ਅਪਰਚੂਨਿਟੀਜ਼ ਘੱਟ ਕਿਉਂ ਨਹੀਂ? ਕਿਉਂਕਿ ਫੈਕਟਰੀਆਂ ਦੇ ਵਿੱਚ ਜੋਬ ਦੀ ਸਿਰਜਣਾ ਹੋ ਹੀ ਨਹੀਂ ਰਹੀ। ਪੁਰਾਣੀਆਂ ਜੋਬਸ ਬੰਦਿਆਂ ਨੂੰ ਇਹ ਪ੍ਰੈਸ਼ਰਾਈਜ਼ ਕਰ, ਤੁਸੀਂ ਇੰਨਾ ਕੰਮ ਕਰੋ ਬਈ, ਠੀਕ ਹੈ। ਸੋ ਕਿ ਮਾਰਕੀਟ 'ਚ ਡਿਮਾਂਡ ਹੀ ਨਹੀਂ ਹੈਗੀ ਹੈ, ਲੋਕਾਂ ਕੋਲ ਪੈਸੇ ਹੀ ਨਹੀਂ ਹੈ। ਸੋ ਇਹਦਾ ਇੱਕ ਸਰਕੂਲਰ ਇਫੈਕਟ ਹੁੰਦਾ ਹੈ ਇੱਕ ਸਾਈਕਲ ਦੇ ਵਿੱਚ, ਜਿਹੜਾ ਕਿ ਹਰ ਕਿਸੇ ਨੂੰ ਇੰਪੈਕਟ ਕਰਦਾ ਹੈ, ਠੀਕ ਹੈ। ਜਦੋਂ ਲੋਕ ਚੀਜ਼ਾਂ ਖਰੀਦਣਗੇ ਨਹੀਂ
ਤਾਂ ਉਹ ਬਣਾਏਗਾ ਕਿਹਨਾਂ ਦੇ ਲਈ, ਕਿੰਨਾ ਕੁ ਸਟਾਕ ਕਰ ਲਏਗਾ ਬਣਾ ਕੇ ਉਹ ਜਿਹੜਾ ਮੈਨੂਫੈਕਚਰਰ ਜਾਂ ਪ੍ਰੋਡਿਊਸਰ ਹੋਏਗਾ। ਜਦੋਂ ਉਹ ਆਪਣੀ ਪ੍ਰੋਡਕਸ਼ਨ ਘਟਾ ਦੇਗਾ ਫਿਰ ਡਿਮਾਂਡ ਦੇ ਅਕੋਰਡਿੰਗ, ਠੀਕ ਹੈ ਜੀ, ਫਿਰ ਉਹਦਾ ਇੰਪਲੋਇਮੈਂਟ 'ਤੇ ਵੀ ਅਸਰ ਪਏਗਾ। ਇੰਪਲੋਇਮੈਂਟ 'ਤੇ ਅਸਰ ਪਏਗਾ। ਜਿਹੜੇ ਲੋਕਾਂ ਨੇ ਪਲਾਨਿੰਗ ਕੀਤੀ ਸੀ ਕਿ ਮੈਂ ਜੀ ਇੱਕ ਮੋਰਟਗੇਜ ਹੋਰ ਲੈਣੀ ਹੈ ਜੀ, ਹੈ ਨਾ, ਕੋਠੀ ਇੱਕ ਮੈਨੂੰ ਕਿਰਾਇਆ ਮਿਲੇਗਾ, ਉਹ ਕੀ ਕਰੇਗਾ, ਨਹੀਂ ਯਾਰ ਇੱਥੇ ਤਾਂ ਮੇਰੀ ਨੌਕਰੀ ਆਪਣੀ ਖਤਰੇ 'ਚ ਪਈ ਹੈ। ਜਿਹੜੇ ਪੈਸੇ ਰੱਖੇ ਸੀਗੇ ਮੋਰਟਗੇਜ ਲਈ ਉਹਨੂੰ ਅਸੀਂ ਆਪਣੇ ਖਰਚੇ ਵਾਸਤੇ ਐਮਰਜੈਂਸੀ ਲਈ ਫੰਡ ਦੇ ਵਿੱਚ ਪਾ ਦਿੰਦੇ ਆ, ਠੀਕ ਹੈ ਜੀ, ਉਹਨਾਂ ਨੇ ਵੀ ਪਰਚੇਜ਼ ਕਰਨਾ ਛੱਡਤਾ। ਸੋ ਲੋਕੀ ਜਿਹੜੇ ਹੈਗੇ ਉਹਨੂੰ ਕੰਪਰੋਮਾਈਜ਼ ਕਰਨ ਲੱਗੇ। ਜਿਵੇਂ ਲੋਕਾਂ ਨੇ ਇੰਡੀਆ 'ਚ ਟਮਾਟਰ ਖਾਣੇ ਬੰਦ ਕਰਤੇ ਸੀਗੇ, ਹੁਣ ਦੁਬਾਰਾ ਸ਼ੁਰੂ ਕੀਤੇ ਹੌਲੀ ਹੌਲੀ, ਠੀਕ ਹੈ, ਕਿਉਂ? ਕਿਉਂਕਿ ਉਹ ਅਫੋਰਡੇਬਲ ਸਾਈਕਲ ਯਾਨੀ ਕਿ ਲੈਵਲ ਤੋਂ ਬਾਹਰ ਚਲੇ ਗਈ ਸੀ ਚੀਜ਼ਾਂ। ਸੋ ਐਵੇਂ ਹੀ ਹਰ ਚੀਜ਼ ਜਿਹੜਾ ਇੰਪੈਕਟ ਹੁੰਦਾ ਹੈ। ਸੋ ਜੇ ਇੰਪਲੋਇਮੈਂਟ ਰੇਟ ਵਧ ਰਿਹਾ ਹੈ, ਸੋ ਦੈਟ ਇਜ਼ ਬੈਡ ਫੋਰ ਦਾ ਇਕੋਨਮੀ, ਇਟ ਮੀਨਸ ਇਹ ਬੈਡ ਇੰਡੀਕੇਸ਼ਨ ਹੈਗਾ ਕੈਨੇਡੀਅਨ ਡਾਲਰ ਦੇ ਲਈ। ਸੋ ਡਾਲਰ ਨੀਚੇ ਜਾਏਗਾ, ਕੈਨੇਡੀਅਨ ਡਾਲਰ। ਸੋ ਉਹਦੇ ਕ੍ਰੋਸ ਪੇਅਰ ਵਿੱਚ ਜੇ CAD JPY ਤੁਸੀਂ ਕਰ ਰਹੇ ਹੋ, ਉਹ ਆਲਰੇਡੀ ਡਾਊਨ ਜਾਣਾ ਹੈ, ਅਤੇ ਜਾਪਾਨੀ ਯਨ ਆਪੋਜ਼ਿਟ ਜਾਏਗਾ ਉਸ ਟ੍ਰਾਂਜੈਕਸ਼ਨ ਦੇ ਵਿੱਚ, ਠੀਕ ਹੈ ਜੀ। ਸੋ ਇੰਝ ਅਸੀਂ ਇਹ 3 ਸਟਾਰ ਨਿਊਜ਼ ਅਸੀਂ ਮੇਨ ਰੱਖਣਾ ਹੈ। ਸੋ ਇੱਥੇ ਹੋਏਗਾ ਤੁਹਾਡਾ ਨੋਨ ਫਾਰਮ ਪੇਰੋਲ, ਤੁਸੀਂ ਇਹਨੂੰ ਦੇਖੋ ਅਗਰ, ਠੀਕ ਹੈ, ਨੋਨ ISM ਨੋਨ ਮੈਨੂਫੈਕਚਰਿੰਗ ਓਕੇ। ਸੋ GDP ਜੇ ਅਸੀਂ ਕੈਨੇਡੀਅਨ ਨਿਊਜ਼ ਦੇਖੀਏ ਕੋਈ ਵੀ, ਹਾਂ ਦੇਖੋ, ਬੈਂਕ ਆਫ ਕੈਨੇਡਾ ਇੰਟਰਸਟ ਰੇਟ ਡਿਸੀਜ਼ਨ, ਤੁਹਾਡੇ ਪਤੇ ਦੀ ਗੱਲ ਦੱਸਦਾ ਜੇ ਮੈਂ ਤੁਹਾਨੂੰ। ਪਹਿਲੀ ਗੱਲ ਤਾਂ ਜੀ ਆਰਟੀਕਲ ਪੜ੍ਹਨਾ ਜ਼ਰੂਰ ਜਾ ਕੇ, ਜਿਹੜਾ ਮੈਂ ਤੁਹਾਡੀ ਗਰੁੱਪ 'ਚ ਪਾਇਆ ਹੈਗਾ, ਠੀਕ ਹੈ, ਉਹਦੇ ਬਿਨਾਂ ਤੁਹਾਨੂੰ ਇਹ ਚੀਜ਼ਾਂ ਸਮਝ ਨਹੀਂ ਆਉਣੀਆਂ, ਓਕੇ। ਸੋ ਬਹੁਤ ਜ਼ਰੂਰੀ ਹੈਗਾ। ਸੋ ਇਹ ਕੀ ਕਹਿ ਰਿਹਾ ਇੱਥੇ ਡੈਫੀਨੇਸ਼ਨ ਦੇ ਵਿੱਚ? ਸਿੰਪਲ, Bank of Canada governing council members come to a consensus on where to set the rate. Traders watch interest rate changes closely as short-term interest rates are the primary factor in currency valuation. A higher than expected rate is positive or bullish for the CAD, and while a lower than expected rate is negative or bearish for a CAD. Okay, so ਜੇ rate of interest ਉਹ ਘਟਾਉਂਦੇ ਨੇ, ਮਤਲਬ ਨੈਗੇਟਿਵ ਨੰਬਰ ਦਿੰਦੇ ਨੇ, ਪਹਿਲਾਂ 5% ਸੀਗਾ, ਉਹ ਕਹਿੰਦੇ ਹੁਣ ਅਸੀਂ 5.5 ਨਹੀਂ ਕਰਨਾ, ਹੁਣ ਅਸੀਂ ਇਹਨੂੰ 4.75 ਕਰਨਾ। ਰੇਟ ਘਟਿਆ, ਲੋਕਾਂ 'ਚ ਉਤਸ਼ਾਹ ਹੋਇਆ, ਠੀਕ ਹੈ। ਸੋ ਉਹ ਕੈਨੇਡੀਅਨ ਡਾਲਰ ਲਈ ਤਾਂ ਠੀਕ ਮਾੜੀ ਗੱਲ ਹੈ, ਡਾਲਰ ਦੀ ਵੈਲਿਊਏਸ਼ਨ ਘਟੇਗੀ, ਠੀਕ ਹੈ, ਲੇਕਿਨ ਲੋਕਾਂ ਦੀ ਜਿਹੜੀ ਹੈਗੀ ਆ ਉਹ ਇੱਕ ਉਹਦੇ 'ਚ ਪੋਜ਼ੀਟਿਵਿਟੀ ਆਈ ਹੈ, ਠੀਕ ਹੈ। ਫਿਰ ਲੋਕਾਂ ਨੇ ਜਿਹੜਾ ਹੈਗਾ ਉਹਦੇ 'ਚ ਉਹਨਾਂ 'ਚ ਐਗਜ਼ਾਈਟਮੈਂਟ ਹੈਗੀ। ਕਿਵੇਂ? ਤੁਸੀਂ ਦੇਖ ਸਕਦੇ ਹੋ। ਇਹ ਫੋਰ ਐਗਜ਼ਾਮਪਲ ਅਸੀਂ ਅਪ੍ਰੈਲ ਤੋਂ ਲੈ ਲੈਂਦੇ ਆ, 4.50 ਆਇਆ ਸੀਗਾ, ਸੇਮ ਸੀਗਾ ਪ੍ਰੀਵੀਅਸ ਮਹੀਨਾ, ਮਤਲਬ ਇਹ ਚੇਂਜ ਨਹੀਂ ਸੀ ਆਇਆ। ਇਹਨਾਂ ਨੇ ਜਨਵਰੀ 'ਚ ਵਧਾਇਆ ਸੀਗਾ 4.25 ਤੋਂ 4.50 ਆਇਆ ਸੀ, ਐਕਸਪੈਕਟਡ ਸੀ 4.50 ਹੀ ਇਹਨਾਂ ਨੇ ਰਿਲੀਜ਼ ਕੀਤਾ। ਫਿਰ ਇਹਨਾਂ ਨੇ ਬੜੇ ਸਮੇਂ ਤੱਕ ਇਹਨੂੰ ਵਧਾਇਆ ਨਹੀਂ, ਮਾਰਚ ਤੱਕ, ਅਪ੍ਰੈਲ ਤੱਕ ਨਹੀਂ ਵਧਾਇਆ। ਫਿਰ ਜਦੋਂ 4.50 ਜਿਹੜਾ ਸੀਗਾ ਸੈਂਟ, ਜਦੋਂ ਇੱਥੇ ਗਿਆ ਹੈ 4.50, ਐਕਸਪੈਕਟਡ ਵੀ ਇਹ ਸੀਗਾ, ਲੇਕਿਨ ਇਹਨਾਂ ਨੇ ਕੀ ਕੀਤਾ, 0.25 ਵਧਾ ਛੱਡਿਆ। ਸੋ 0.5% ਜਦੋਂ ਵਿਆਜ ਆਇਆ ਇੱਥੇ, ਉਮੀਦ ਸੀਗੀ ਕਿ ਇਹਨਾਂ ਨੇ ਸੇਮ ਰੱਖਣਾ। ਕੀ ਹੋਇਆ? ਗ੍ਰੀਨ ਆਇਆ ਕੈਨੇਡੀਅਨ ਡਾਲਰ ਵਾਸਤੇ। ਸੋ ਇਹ ਗ੍ਰੀਨ 'ਚ ਆਇਆ ਕਿਉਂਕਿ ਹਾਇਰ ਦੈਨ ਫੋਰਕਾਸਟ ਆਇਆ। ਜਦੋਂ ਇਹ ਇੱਥੇ ਆਇਆ, ਇਹ 5% ਐਕਸਪੈਕਟ ਕਰ ਰਹੇ ਸੀਗੇ ਅਤੇ ਇਹਨਾਂ ਨੇ 5% ਦਿੱਤਾ, ਨੋ ਚੇਂਜ, ਕਿਉਂਕਿ ਐਕਸਪੈਕਟਡ ਸੀਗਾ ਸੇਮ, ਬਟ ਇੱਕ ਇਕੋਨਮੀ ਦੀ ਹਾਲਤ ਖਸਤਾ ਹੋਈ। ਹੁਣ ਇਹਨੂੰ ਕੈਰੀ ਫਾਰਵਰਡ ਕੀਤਾ, 5% ਪ੍ਰੀਵੀਅਸ ਸੀਗਾ, ਇਹ ਅੱਗੇ ਚਲਾ ਗਿਆ। ਕੈਰੀ ਫਾਰਵਰਡ ਦਾ ਪਤਾ ਹੈ ਅਕਾਊਂਟਸ ਵਾਲਿਆਂ ਨੂੰ ਕੀ ਹੁੰਦਾ ਹੈ, ਠੀਕ ਹੈ, ਬੈਲੈਂਸ ਸ਼ੀਟ ਦੇ ਵਿੱਚ P&L 'ਚ ਕੈਰੀ ਫਾਰਵਰਡ ਹੁੰਦੇ ਨੇ ਹਰ ਮਹੀਨੇ। ਸੋ ਇੱਕ ਜਦੋਂ ਕੈਰੀ ਫਾਰਵਰਡ ਹੋਇਆ, ਸੋ ਫੋਰਕਾਸਟ ਇਹ ਤੁਹਾਨੂੰ ਦੱਸਣਗੇ 2-4 ਦਿਨਾਂ 'ਚ ਵੀ ਸਾਡਾ ਐਕਸਪੈਕਟਡ ਇਹ ਹੈਗਾ। ਐਕਚੁਅਲ ਜਿਹੜਾ ਨੰਬਰ ਰਿਲੀਜ਼ ਹੋਏਗਾ 7:30 ਵਜੇ ਇੰਡੀਆ ਦੇ, ਠੀਕ ਹੈ, ਉਹ ਇੰਪੈਕਟ ਕਰੇਗਾ ਇੱਥੇ ਕਿ ਜਿਹੜੇ ਪੇਅਰ ਕੈਨੇਡੀਅਨ ਨਾਲ ਟਰੇਡ ਕਰਦੇ ਨੇ, GBP CAD, USD CAD, ਉਹ ਇੰਪੈਕਟ ਹੋਣਗੇ। ਉਹਨਾਂ 'ਚ ਵੱਡੀ ਮੂਵਮੈਂਟ ਹੋਏਗੀ ਜਦੋਂ ਇਹ ਰੇਟ ਆਫ ਇੰਟਰਸਟ ਦਾ ਨੰਬਰ ਰਿਲੀਜ਼ ਕਰਨਗੇ। ਜੇ ਤਾਂ ਆ ਗਿਆ ਗ੍ਰੀਨ, ਠੀਕ ਹੈ ਜੀ, ਫਿਰ ਤਾਂ ਜਾਏਗਾ ਉੱਪਰ CAD ਦਾ ਪੇਅਰ। ਜੇ ਆ ਗਿਆ ਰੈੱਡ, ਫਿਰ ਉਹ ਜਾਏਗਾ ਡਾਊਨ, ਫਿਰ ਅਸੀਂ ਚੱਲ ਕਰਨਾ ਹੈ, ਸਿੰਪਲ। ਸੋ ਤੁਹਾਨੂੰ ਇਹ ਹਾਲੇ ਟਫ ਲੱਗ ਰਿਹਾ ਹੋਏਗਾ, ਬਟ ਦਿਸ ਇਜ਼ ਅ ਮੋਸਟ ਇੰਪੋਰਟੈਂਟ ਕਿ ਫੰਡਾਮੈਂਟਲੀ ਅਸੀਂ ਕਿਵੇਂ ਆਪਣੇ ਆਪ ਨੂੰ ਟ੍ਰੇਨ ਕਰਨਾ ਹੈਗਾ। ਸੋ ਇਟਸ ਵੈਰੀ ਸਿੰਪਲ ਐਜ਼ ਵੈਲ। ਇਹਦਾ ਇੱਕ ਵੀਡੀਓ ਵੀ ਹੈਗਾ ਪਿਆ ਹੋਇਆ, ਇਹ ਵੀਡੀਓ ਵੀ ਤੁਹਾਡੀ ਹੋਏਗੀ YouTube 'ਤੇ, ਸ਼ਾਮ ਨੂੰ ਮੈਂ ਅਪਲੋਡ ਕਰ ਦਾਂਗਾ। ਸੋ ਗੋ ਥਰੂ ਇਟ ਅਗੇਨ ਐਂਡ ਅਗੇਨ। ਇਫ ਹੈਵ ਐਨੀ ਕੁਐਸਚਨਸ ਲੈਟ ਮੀ ਨੋ, ਠੀਕ ਹੈ। ਰੇਟ ਆਫ ਇੰਟਰਸਟ ਦਾ ਆਰਟੀਕਲ ਜ਼ਰੂਰ ਪੜ੍ਹੋ ਤਾਂ ਕਿ ਤੁਹਾਨੂੰ ਇਨ ਡੈਪਥ ਜਿਹੜਾ ਹੈਗਾ ਪਤਾ ਚੱਲੇ ਕਿ ਰੇਟ ਆਫ ਇੰਟਰਸਟ ਕਿਹੜੀਆਂ ਚੀਜ਼ਾਂ ਨੂੰ ਕਿਵੇਂ ਇੰਪੈਕਟ ਕਰਦਾ ਹੈ, ਉਹਦਾ ਕਿੱਦਾਂ ਦਾ ਇੰਪੈਕਟ ਹੁੰਦਾ ਹੈ, ਪੋਜ਼ੀਟਿਵ ਇੰਪੈਕਟ ਹੁੰਦਾ ਹੈ, ਨੈਗੇਟਿਵ ਹੁੰਦਾ ਹੈ, ਉਹ ਚੀਜ਼ਾਂ ਨੂੰ ਕਿਵੇਂ ਮੂਵ ਕਰਦਾ ਹੈ। ਸੋ ਰੇਟ ਆਫ ਇੰਟਰਸਟ ਐਜ਼ ਅ ਟੂਲ ਹੁੰਦਾ, ਜਿਵੇਂ ਹਾਥੀ ਨੂੰ ਕੰਟਰੋਲ ਕਰਨ ਲਈ ਇੱਕ
ਮੁਹਾਵਤ ਕੋਲ ਇੱਕ ਹਲਕਾ ਜਿਹਾ ਅੰਕੁਸ਼ ਹੁੰਦਾ, ਉਹਨੂੰ ਅਸੀਂ ਅੰਕੁਸ਼ ਕਹਿੰਦੇ, ਲੋਹੇ ਦੀ ਛੋਟੀ ਜਿਹੀ ਉਹ ਹੁੰਦੀ ਹੈ ਪਿੰਨ ਜੀ ਉਹਨੂੰ ਫੜੀ ਹੋਈ ਹੱਥ 'ਚ ਨਾ, ਠੀਕ ਹੈ। ਉਹ ਹਾਥੀ ਨੂੰ ਕਮਾਂਡ ਹੀ ਉਹਦੇ ਥਰੂ ਦਿੰਦਾ ਮਾਰ ਕੇ ਸਿਰ 'ਚ ਉਹਦੇ। ਸੋ ਇਹ ਕੀ ਹੈ, ਇਹ ਇਕੋਨਮੀ ਦੀ ਬ੍ਰੇਕ ਅਤੇ ਐਕਸੀਲੇਟਰ ਦੋਨੇ ਕੰਮ ਕਰਦਾ ਹੈ। ਜਦੋਂ ਉਹਨਾਂ ਨੇ ਇਕੋਨਮੀ ਨੂੰ ਸਪੀਡ ਦੇਣੀ ਹੈ, ਕੀ ਕਰਦੇ ਨੇ, ਉਹ ਰੇਟ ਆਫ ਇੰਟਰਸਟ ਵਧਾ ਦਿੰਦੇ ਨੇ। ਜਦੋਂ ਰੋਕਣਾ ਹੋਵੇ ਤਾਂ ਰੇਟ ਆਫ ਇੰਟਰਸਟ ਘਟਾ ਦਿੰਦੇ ਨੇ, ਠੀਕ ਹੈ। ਹੁਣ ਉਹ ਰਿਸੈਸ਼ਨ ਨੂੰ ਕੰਟਰੋਲ ਕਰਨ ਲਈ ਰੇਟ ਆਫ ਇੰਟਰਸਟ ਵਧਾਉਂਦੇ ਨੇ। ਜਦੋਂ ਰਿਸੈਸ਼ਨ ਕੰਟਰੋਲ 'ਚ ਆ ਜਾਏਗਾ ਫਿਰ ਉਹਨਾਂ ਨੇ ਨੋਰਮਲ 'ਤੇ ਲੈ ਜਾਣਾ। ਕਦੇ ਦੇਖਿਆ ਤੁਸੀਂ 4.55 'ਤੇ ਉਹਨਾਂ ਨੇ 3-4 ਮਹੀਨੇ ਚਲਾ ਕੇ ਰੱਖਿਆ। ਜੇ ਦੇਖਿਆ ਕਿ ਨਹੀਂ ਰਿਸੈਸ਼ਨ ਵੱਧਦਾ ਹੀ ਜਾ ਰਿਹਾ, ਉਹਨੂੰ ਘਟਾਉਣ ਵਾਸਤੇ ਉਹਨਾਂ ਨੇ ਕੀ ਕੀਤਾ, ਉਹਨੂੰ 4.75 ਕਰ ਛੱਡਿਆ, ਬਾਅਦ 'ਚ 5 ਕਰ ਛੱਡਿਆ, ਹੁਣ ਹੋ ਸਕਦਾ 5.25 ਕਰ ਦੇਣ। ਕੈਨੇਡੀਅਨ ਡਾਲਰ ਤਾਂ ਵਧੇਗਾ ਕਿਉਂਕਿ ਲੋਕਾਂ ਨੇ ਫਿਰ CAD 'ਚ ਇਨਵੈਸਟਮੈਂਟ ਕਰਨੀ, ਕਿਉਂਕਿ CAD ਚੰਗੀ ਰਿਟਰਨ ਦੇ ਰਿਹਾ, ਰੇਟ ਆਫ ਇੰਟਰਸਟ ਦੇ ਰਿਹਾ ਹੈ, ਗਰੋਥ ਦੇ ਨਿਸ਼ਾਨੀ ਹੈ। ਬਟ ਜਿਹੜੇ ਲੋਕੀ ਸਫਰ ਹੋਣਗੇ ਉਹਦੇ ਨਾਲ, ਜਿਹੜੀ ਇਨਡਾਇਰੈਕਟ ਇੰਪੈਕਟ ਹੋਣਗੇ, ਮੋਰਟਗੇਜਿਸ, ਠੀਕ ਹੈ, ਚੀਜ਼ਾਂ ਦੇ ਵਿੱਚ ਕੋਸਟ ਆ ਜਾਣਾ, ਹੈ ਨਾ, ਵੱਧ ਜਾਣਾ ਹਰ ਚੀਜ਼ ਦੀ ਕੀਮਤ ਨੂੰ। ਸੋ ਦੈਟ ਇਜ਼ ਏ ਨੈਗੇਟਿਵ ਥਿੰਗ, ਨੈਗੇਟਿਵ ਇਫੈਕਟ। ਸੋ ਇਵੇਂ ਉਹ ਐਜ਼ ਏ ਬ੍ਰੇਕ ਅਤੇ ਐਜ਼ ਏ ਐਕਸਲੇਟਰ ਸੇਮ ਜਿਹੜਾ ਹੈਗਾ ਉਹ ਪੈਡਲ ਨੂੰ ਯੂਜ਼ ਕਰਦੀ ਹੈ ਗੌਰਮੈਂਟ। ਸੋ ਫਿਰ ਰੇਟ ਆਫ ਇੰਟਰਸਟ ਨੂੰ ਸਮਝਣਾ ਇੱਕ ਬਹੁਤ ਜ਼ਰੂਰੀ ਹੈਗਾ, ਠੀਕ ਹੈ ਜੀ। ਨੈਕਸਟ ਅਸੀਂ ਗੱਲ ਕਰਦੇ ਹਾਂ ਮੈਕਰੋ ਅਤੇ ਮਾਈਕਰੋ ਇਕੋਨਮੀ ਇਵੈਂਟ ਨੇ। ਜਿਹੜੀ 2 ਸਟਾਰ ਨਿਊਜ਼ ਹੈਗੀ ਹੈ ਇਹ ਮਾਈਕਰੋ, 1 ਸਟਾਰ ਨਿਊਜ਼ ਹੈਗੀ ਮਾਈਕਰੋ ਇਵੈਂਟ ਨੇ। ਜਿਹੜੇ 3 ਸਟਾਰ ਹੈਗੇ ਇਹ ਮੈਕਰੋ ਇਵੈਂਟ ਨੇ। ਅਤੇ ਜਿਹੜਾ ਬੈਂਕ ਆਫ ਕੈਨੇਡਾ ਦਾ ਇੱਕ ਰੇਟ ਆਫ ਇੰਟਰਸਟ ਦੀ ਗੱਲ ਆਪਾਂ ਕਰ ਰਹੇ ਸੀਗੇ ਕਿ ਇਹਨਾਂ ਰੇਟ ਆਫ ਇੰਟਰਸਟ ਡਿਸਾਈਡ ਕਰਨਾ ਕਦੋਂ, ਇਹ ਹੈਗਾ ਤੁਹਾਡਾ ਵੈਡਨਸਡੇ ਨੂੰ ਹੈਗਾ 6 ਸਤੰਬਰ ਨੂੰ। ਸੋ ਇਹ ਮੇਜਰ ਇਵੈਂਟ ਹੈਗਾ ਇਕੋਨਮੀ ਦਾ, ਕਿਉਂਕਿ 3 ਸਟਾਰ ਹੈ ਅਤੇ ਇਹ ਪੂਰੀ ਇਕੋਨਮੀ ਨੂੰ ਹਿਲਾ ਕੇ ਰੱਖੇਗਾ। ਅਤੇ ਇਹ ਨੈਗੇਟਿਵ ਆਏ ਤਾਂ ਵੀ ਮਾਰਕੀਟ ਨੂੰ ਹਿਲਾਏਗਾ, ਮਾਰਕੀਟ ਦੇ ਵਿੱਚ ਜਿਹੜਾ ਉਤਸ਼ਾਹ ਨੈਗੇਟਿਵਿਟੀ ਆਏਗੀ। ਜੇ ਹਾਇਰ ਆਉਂਦਾ ਤਾਂ ਇਨਵੈਸਟਮੈਂਟ ਵਿੱਚ ਤਾਂ ਉਤਸ਼ਾਹ ਆਏਗਾ, ਬਟ ਜਿਹੜੇ ਕੰਜ਼ੂਮਰ ਨੇ ਉਹ ਇਹਦੇ ਨਾਲ ਬੈਡਲੀ ਇੰਪੈਕਟ ਹੋਣਗੇ, ਠੀਕ ਹੈ ਜੀ। ਉਹਨਾਂ ਦੀ ਲਾਈਫ ਜਿਹੜੀ ਹੈਗੀ ਹੋਰ ਟੈਰੀਬਲ ਹੋ ਜਾਏਗੀ। ਦੇ ਹੈਵ ਟੂ ਪੇ ਹਾਇਰ ਮੋਰਟਗੇਜ, ਦੇ ਹੈਵ ਟੂ ਪੇ ਹਾਇਰ ਪ੍ਰਾਈਸਿਸ ਔਨ ਦਾ ਪੈਟਰੋਲ ਐਂਡ ਐਵਰੀਥਿੰਗ। ਸੋ ਐਵਰੀਥਿੰਗ ਵਿਲ ਗੋ ਅਪ, ਓਕੇ। ਸੋ ਇਹ ਮਾਈਕਰੋ ਇੰਪੈਕਟ ਨੇ। ਜਿਹੜੇ 1 ਸਟਾਰ 2 ਸਟਾਰ ਨੇ ਉਹ ਮਾਈਕਰੋ ਇੰਪੈਕਟ ਨੇ, ਜਿਹੜੇ ਕਿ ਇਕੋਨਮੀ ਨੂੰ ਬਹੁਤਾ ਯਾਨੀ ਕਿ ਇੰਪੈਕਟ ਨਹੀਂ ਕਰਦੇ। ਸੋ ਇਹ ਜਿਹੜਾ ਡਾਟਾ ਹੈਗਾ ਇਹ ਹਰ ਕੰਟਰੀ ਨੂੰ ਰਿਲੀਜ਼ ਕਰਨਾ ਹੁੰਦਾ ਹੈ IFC ਕੋਲ, ਇੰਟਰਨੈਸ਼ਨਲ ਫਾਈਨੈਂਸ਼ੀਅਲ ਕਾਰਪੋਰੇਸ਼ਨਸ ਦੇ ਕੋਲ। ਦੇ ਕੈਨ ਮੈਨੂਪਲੇਟ ਇਟ ਬਟ ਨੋਟ ਟੂ ਮਚ। ਚਾਈਨਾ ਆਲਵੇਜ਼ ਮੈਨੂਪਲੇਟ ਕਰਦਾ ਹੈ, ਬਟ ਫਿਰ ਵੀ ਪਤਾ ਕਿ ਉਹਦੀ ਹਾਲਤ ਇਸ ਵੇਲੇ ਖਸਤਾ ਹੋ ਰਹੀ ਹੈ, ਓਕੇ। ਸੋ ਇਹਨੂੰ ਇਵੇਂ ਅਸੀਂ ਨਿਊਜ਼ ਪੜ੍ਹਨੀ ਹੈਗੀ ਹੈ ਜੀ, ਠੀਕ ਹੈ। ਇਹ ਅਸੀਂ ਇਹਦਾ ਜਿਹੜਾ ਤੁਸੀਂ ਵੀਡੀਓ ਦੇਖ ਸਕਦੇ ਹੋ ਬਾਅਦ 'ਚ। ਦੂਜਾ ਅਸੀਂ ਦੇਖਾ ਕੈਲੰਡਰ ਸਾਨੂੰ ਪੜ੍ਹਨਾ ਆ ਗਿਆ ਜੀ, ਠੀਕ ਹੈ। ਰੇਟ ਆਫ ਇੰਟਰਸਟ ਸਾਨੂੰ ਪਤਾ ਲੱਗ ਗਿਆ, ਆਰਟੀਕਲ ਪੜ੍ਹੋ ਜਾ ਕੇ ਜੀ ਪਲੀਜ਼, ਠੀਕ ਹੈ। ਸੋ ਮੈਕਰੋ ਇਕੋਨਮਿਕ ਜਿਹੜੇ ਇਵੈਂਟ ਨੇ ਤੁਹਾਨੂੰ ਦੱਸੇ ਮੈਂ ਕਿ ਰੇਟ ਆਫ ਇੰਟਰਸਟ ਹੋ ਗਿਆ, ਨੋਨ ਜੋਬਲੈਸ ਕਲੇਮਸ ਜਿਹੜੇ ਹੈਗੇ ਆ ਉਹ ਫਾਈਲ ਹੋ ਗਏ, ਨੰਬਰ ਉਹਨਾਂ ਦਾ ਰਿਲੀਜ਼ ਹੋਇਆ, ਇੰਪਲੋਇਮੈਂਟ ਦਾ ਰੇਟ ਆਇਆ ਕਿ ਵਧਿਆ ਘਟਿਆ, ਉਹ ਇੰਪੈਕਟ ਕਰਦਾ ਉਸ ਕਰੰਸੀ ਨੂੰ, ਹੈ ਨਾ। ਅਸੀਂ ਫੋਰੈਕਸ ਟਰੇਡਰ ਹਾਂ, ਸਾਨੂੰ ਕਰੰਸੀ ਨਾਲ ਜ਼ਿਆਦਾ ਮਤਲਬ ਹੁੰਦਾ ਹੈ, ਠੀਕ ਹੈ ਜੀ। ਸੋ ਇੰਝ ਅਸੀਂ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਟ੍ਰੇਨ ਕਰਨਾ, ਇਹ ਫੰਡਾਮੈਂਟਲ ਦੇ ਅੰਡਰ ਆਉਂਦਾ ਹੈ। ਹੁਣ ਤੱਕ ਇਸ ਦੇ ਰਿਲੇਟਿਡ ਕੋਈ ਸਵਾਲ ਹੈਗਾ ਤੁਹਾਡਾ ਜੀ? Anybody's any question? Very good so far. ਨਿੰਦਰਪਾਲ ਕੌਰ ਜੀ ਤੇ ਮਨਦੀਪ ਸਿੰਘ ਜੀ। ਨਹੀਂ ਸਰ, ਮੇਰਾ ਕੋਈ ਕੁਐਸਚਨ ਨਹੀਂ। ਪ੍ਰੈਕਟਿਸ ਜ਼ਰੂਰ ਕਰੋ, ਡਾਨਾ ਨਹੀਂ ਹੈਗਾ। ਹਾਂਜੀ ਸਰ। ਇਟਸ ਨੋਟ ਅ ਰੌਕਟ ਸਾਇੰਸ, ਬਟ ਸਾਨੂੰ ਪ੍ਰੈਕਟਿਸ ਨਾਲ ਚੀਜ਼ਾਂ ਬਹੁਤ ਆਸਾਨ ਲੱਗਣੀਆਂ। ਮੈਨੂੰ ਵੀ ਲੱਗਿਆ ਸੀ ਜਦੋਂ ਫਸਟ ਟਾਈਮ ਮੈਂ ਦੇਖਿਆ ਸੀ, ਬੇਸ਼ੱਕ ਮੈਂ ਕਾਮਰਸ ਦਾ ਸਟੂਡੈਂਟ ਹਾਂ, ਬਟ ਇੰਨੀ ਡੈਪਥ ਦੇ ਵਿੱਚ ਨੌਲੇਜ ਨਹੀਂ ਸੀ। ਅਸੀਂ ਸਪੈਸੀਫਿਕ ਇੱਕ ਟੌਪਿਕ 'ਤੇ ਗੱਲ ਨਹੀਂ ਕੀਤੀ। ਮੈਂ ਮਾਰਕੀਟਿੰਗ ਦਾ ਬੰਦਾ ਹਾਂ, ਠੀਕ ਹੈ, ਮੇਰੀ PhD ਮਾਰਕੀਟਿੰਗ 'ਚ ਹੈ। ਸੋ ਸਾਰੀ ਚੀਜ਼ਾਂ ਕੰਜ਼ੂਮਰ ਰਿਲੇਟਡ ਹੀ ਹੈਗੀਆਂ, ਲੇਕਿਨ ਕਦੀ ROI 'ਤੇ ਨਹੀਂ ਆਪਾਂ ਜ਼ਿਆਦਾ ਡਿਟੇਲ 'ਚ ਡੈਪਥ 'ਚ ਗੱਲ ਕੀਤੀ। ਹੁਣ ਅਸੀਂ ਇੱਕ ਨੈਕਸਟ ਦੀ ਤੁਹਾਨੂੰ ਮੈਂ ਲੈਸਨ ਦਿੰਦਾ ਹੈ, ਸਪੋਰਟ ਐਂਡ ਰੈਜ਼ਿਸਟੈਂਸ ਦੀ ਗੱਲ ਸਾਰਿਆਂ ਨੇ ਸੁਣੀ ਹੋਣੀ ਹੈ, ਕੀ ਹੈ ਨਾ ਜੀ। ਸਪੋਰਟ ਕੀ ਹੈ, ਰੈਜ਼ਿਸਟੈਂਸ ਕੀ ਹੈ, ਕੋਈ ਦੱਸ ਸਕਦਾ ਇਹਦੇ ਬਾਰੇ? ਸਪੋਰਟ ਇੱਕ ਬੇਸ ਹੈਗਾ ਜਿੱਥੇ ਤੱਕ ਆਪਾਂ ਉਹਨੂੰ ਅਜ਼ਿਊਮ ਕਰਕੇ ਚੱਲਦੇ ਹਾਂ ਵੀ ਇਹ ਆਪਣਾ ਮੇਨਟੇਨ ਕਰਦਾ ਹੈ, ਇਹ ਸਪੋਰਟ ਲੈਵਲ ਹੈ ਇਹਦਾ। ਰੈਜ਼ਿਸਟੈਂਸ ਹੈ ਜਿੱਥੇ ਬਾਇਰ ਐਂਡ ਸੈਲਰਸ ਲੋਅਰ ਲੈਵਲ ਤੇ ਜਾ ਕੇ ਉਹ ਆਪਣਾ ਰੈਜ਼ਿਸਟੈਂਸ ਕ੍ਰੀਏਟ ਕਰਦਾ ਕਿ ਇਹਦੇ ਤੋਂ ਥੱਲੇ ਨਹੀਂ ਜਾ ਰਿਹਾ, ਉਸ ਪ੍ਰਾਈਸ ਤੋਂ ਨੀਚੇ ਨਹੀਂ ਜਾ ਰਿਹਾ। ਪਰਫੈਕਟ ਜੀ। ਸੋ ਮੈਂ ਅਗਰ ਤੁਹਾਨੂੰ ਨਟ ਸ਼ੈਲ ਦੇ ਵਿੱਚ 5 ਮਿੰਟ 'ਚ ਐਕਸਪਲੇਨ ਕਰਦਾ ਕਿ ਸਪੋਰਟ ਐਂਡ ਰੈਜ਼ਿਸਟੈਂਸ ਕਿਵੇਂ ਕੰਮ ਕਰਦਾ ਹੈ। ਇਹ ਵੀਕਲੀ ਕੈਂਡਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ, ਠੀਕ ਹੈ। ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਸਪੋਰਟ ਕੀ ਹੈ ਅਤੇ ਰੈਜ਼ਿਸਟੈਂਸ ਕੀ ਹੈ। ਵੈਰੀ ਸਿੰਪਲ ਲੈਂਗੁਏਜ 'ਚ ਗੱਲ ਕਰਾਂ, ਤੁਹਾਡੇ ਘਰ ਦਾ ਜਿਹੜਾ ਫਰਸ਼ ਹੈਗਾ ਤੁਹਾਡੀ ਸਪੋਰਟ ਹੈਗੀ ਹੈ, ਜਿਹਨੂੰ ਮੈਂ ਮੋਸਟਲੀ ਗ੍ਰੀਨ ਕਲਰ 'ਚ ਰਿਫਲੈਕਟ ਕਰਦਾ ਵਾਂ ਕਿਉਂਕਿ ਇਹ ਸਪੋਰਟ ਹੈਗੀ ਤੁਹਾਡੀ, ਠੀਕ ਹੈ ਜੀ। ਸੋ ਇਹ ਤੁਹਾਡੀ ਸਪੋਰਟ ਹੈਗੀ ਹੈ, ਤੁਹਾਡੇ ਘਰ ਦੀ ਫਲੋਰ ਹੈਗਾ। ਸੋ ਰੈਜ਼ਿਸਟੈਂਸ ਕੀ ਹੈ, ਜਿੱਥੇ ਤੱਕ
ਸੈਲਰਸ ਬੈਠੇ ਨੇ ਜਿੱਥੇ ਤੁਹਾਨੂੰ ਘਰ ਦੀ ਜਿਹੜੀ ਸੀਲਿੰਗ ਹੈਗੀ ਜਿਹੜੀ ਤੁਹਾਨੂੰ ਉੱਪਰ ਜਾਣ ਤੇ ਰੋਕਦੀ ਹੈਗੀ ਹੈ। ਓਕੇ, ਤੁਸੀਂ ਪਹਿਲੀ ਮੰਜ਼ਿਲ ਤੇ ਬੈਠੇ ਹੋ, ਓਕੇ, ਗਰਾਊਂਡ ਫਲੋਰ ਤੇ। ਸੋ ਗਰਾਊਂਡ ਫਲੋਰ ਤੇ ਤੁਸੀਂ ਇਸ ਵੇਲੇ ਇੱਥੇ ਹੈਗੇ ਹੋ, ਰਾਈਟ। ਸੋ ਇਸ ਵੇਲੇ ਸਪੋਰਟ ਹੈਗੀ ਹੈ। ਇਹ ਤੁਹਾਨੂੰ ਕੀ ਨਜ਼ਰ ਆ ਰਿਹਾ? ਰੈਜ਼ਿਸਟੈਂਸ, ਮੀਨਸ ਇਹ ਤੁਹਾਡੀ ਘਰ ਦੀ ਛੱਤ ਹੈ। ਤੁਸੀਂ ਜੇ ਇਹਦੇ ਉੱਤੇ ਜਾਣਾ, ਤੁਹਾਨੂੰ ਕੋਈ ਪੌੜੀ ਚਾਹੀਦੀ ਹੈ, ਬਾਹਰੋਂ ਤੁਸੀਂ ਅੰਦਰੋਂ ਤੁਸੀਂ ਜੋ ਵੀ ਹੈ ਤੁਹਾਨੂੰ, ਲੇਕਿਨ ਤੁਸੀਂ ਡਾਇਰੈਕਟ ਨੂੰ ਕ੍ਰੋਸ ਨਹੀਂ ਕਰ ਸਕਦੇ ਕਿਉਂਕਿ ਇਹ ਰੈਜ਼ਿਸਟੈਂਸ ਹੈਗਾ, ਤੁਹਾਨੂੰ ਰਜਿਸਟ ਕਰੇਗੀ ਅਪ ਸਾਈਡ ਮੂਵ ਕਰਨ ਤੋਂ, ਠੀਕ ਹੈ। ਇਹ ਤੁਹਾਨੂੰ ਸਪੋਰਟ ਕਰੇਗੀ, ਤੁਸੀਂ ਨਾ ਜ਼ਿਆਦਾ ਨੀਚੇ ਨਾ ਜਾਓ, ਠੀਕ ਹੈ। ਜੇ ਦੂਜੀ ਮੰਜ਼ਿਲ 'ਚ ਫਲੋਰ ਨਾ ਹੋਏ ਤਾਂ ਕੀ ਹੋਏਗਾ, ਕੋਈ ਦੱਸ ਸਕਦਾ ਜੀ? ਦੁਬਾਰਾ ਪੁੱਛਣੀ, ਸਵਾਲ ਕੀ ਪੁੱਛਿਆ ਸੀ? ਦੂਜੀ ਮੰਜ਼ਿਲ ਨਾ ਹੋਵੇ ਘਰ, ਦੂਜੀ ਮੰਜ਼ਿਲ ਦੇ ਵਿੱਚ ਤੁਹਾਡੇ ਘਰ 2 ਮੰਜ਼ਿਲਾਂ ਹੈ, ਠੀਕ ਹੈ ਜੀ। ਆਹ ਤੁਹਾਡਾ ਇਹ ਤੁਹਾਡਾ ਫਲੋਰ ਹੋ ਗਿਆ, ਗਰਾਊਂਡ ਫਲੋਰ, ਉਹਦਾ ਫਰਸ਼ ਹੋ ਗਿਆ। ਇਹ ਤੁਹਾਡੀ ਪਹਿਲੇ ਘਰ ਦੀ ਉਹਦੀ ਛੱਤ ਹੋ ਗਈ ਪਹਿਲੀ ਮੰਜ਼ਿਲ ਦੀ, ਠੀਕ ਹੈ, ਜਿਹੜੀ ਕਿ ਦੂਜੇ ਘਰ ਦੀ ਸਪੋਰਟ ਹੋਏਗੀ ਉੱਪਰ ਦੂਜੀ ਮੰਜ਼ਿਲ ਦੀ, ਹੈ ਨਾ ਜੀ। ਇਹਦੇ ਉੱਤੇ ਅਸੀਂ ਫਰਸ਼ ਪਾਣਾ ਹੈ ਨਾ ਜੀ, ਉੱਪਰ ਜਾ ਕੇ, ਰਾਈਟ ਜੀ। ਸੋ ਇੱਕ ਤੀਜੀ ਹੋਰ ਰੈਜ਼ਿਸਟੈਂਸ ਹੋ ਗਈ, ਮੀਨਸ ਤੀਜੇ ਘਰ ਦੀ ਛੱਤ, ਇਹ ਛੱਤ ਹੋ ਗਈ ਉਹਦੀ, ਠੀਕ ਹੈ। ਫੋਰ ਐਗਜ਼ਾਮਪਲ ਇਹ ਤੁਹਾਡਾ, ਤੁਸੀਂ 2 ਮੰਜ਼ਿਲਾ ਘਰ ਬਣਾਇਆ, ਇਹ ਤੁਹਾਡੀ ਫਰਸ਼ ਹੋ ਗਿਆ, ਇਹ ਤੁਹਾਡੀ ਛੱਤ ਹੋ ਗਈ ਉਹਦੀ। ਜਿਹੜੀ ਦੂਜੀ ਮੰਜ਼ਿਲ ਹੈਗੀ ਆ ਉਹਦੀ ਇਹੀ ਜਿਹੜਾ ਤੁਹਾਡੀ ਪਹਿਲੇ ਦੀ ਛੱਤ ਹੈਗੀ ਉਹੀ ਉਹਦੀ ਫਰਸ਼ ਹੋ ਜਾਏਗਾ, ਠੀਕ ਹੈ। ਮੀਨਸ ਇਹ ਵਾਲਾ ਜਿਹੜਾ ਲੈਵਲ ਹੈ ਨਾ, ਇਹ ਜੇ ਰੈਜ਼ਿਸਟੈਂਸ ਹੈਗਾ ਪਹਿਲੀ ਮੰਜ਼ਿਲ ਦੇ ਲਈ ਤਾਂ ਉਸ ਮੰਜ਼ਿਲ ਦੇ ਲਈ ਇਹ ਸਪੋਰਟ ਹੋ ਗਿਆ, ਹਾਂਜੀ, ਉਹਦੇ ਲਈ ਇਹ ਸਪੋਰਟ ਹੋ ਗਿਆ। ਮੀਨਸ ਜਿਹੜੀ ਚੀਜ਼ ਰੈਜ਼ਿਸਟੈਂਸ ਹੈਗੀ ਹੈ ਉਹ ਸਪੋਰਟ ਵੀ ਹੋ ਸਕਦੀ ਹੈ, ਰਾਈਟ ਜੀ, ਰਾਈਟ। ਹੁਣ ਪ੍ਰਾਈਜ਼ ਫਰਜ਼ ਕਰੋ, ਪ੍ਰਾਈਜ਼ ਇੱਥੇ ਆਇਆ, ਇਹ ਪ੍ਰਾਈਜ਼ ਮੂਵ ਹੋ ਰਿਹਾ, ਠੀਕ ਹੈ ਜੀ। ਪ੍ਰਾਈਜ਼ ਮੂਵ ਹੋਇਆ ਤੇ ਪ੍ਰਾਈਜ਼ ਨੂੰ, ਕਿਉਂਕਿ ਇਹ ਸਪੋਰਟ ਹੈਗੀ ਹੈ, ਸੋ ਸਪੋਰਟ ਦੇ ਉੱਤੇ ਤੁਸੀਂ ਕੋਈ ਬੋਲ ਨੂੰ ਅਗਰ ਫਰਸ਼ ਤੇ ਗਿਰਦੇ ਹੋ, ਜਿਹੜੀ ਮਤਲਬ ਪਲਾਸਟਿਕ ਬੋਲ ਹੈਗੀ ਹੈ ਜੋ ਵੀ ਹੈ, ਉਹ ਇੱਥੇ ਆ ਕੇ ਬਾਉਂਸ, ਹਮੇਸ਼ਾ ਫਰਸ਼ ਤੇ ਜਾ ਕੇ ਬਾਉਂਸ ਕਰਦੀ ਹੈ ਇੱਕ ਵਾਰ, ਹੈ ਨਾ ਜੀ। ਜਦੋਂ ਫਰਸ਼ ਤੇ ਤੁਸੀਂ ਬੋਲ ਗਿਰਦੇ ਹੋ, ਫਰਸ਼ ਨੂੰ ਟੱਚ ਕਰਦੀ, ਬਾਉਂਸ ਕਰਦੀ ਹੈ ਨਾ ਜੀ। ਸੋ ਇਹ ਹਮੇਸ਼ਾ ਪ੍ਰਾਈਜ਼ ਨੂੰ ਬਾਉਂਸ ਕਰਦੀ, ਕਿਉਂਕਿ ਇੱਥੇ ਬਾਇਰਸ ਬੈਠੇ ਹੁੰਦੇ, ਉਹ ਪ੍ਰਾਈਜ਼ ਦਾ ਵੇਟ ਕਰ ਰਹੇ ਕਿ ਇੱਥੇ ਪ੍ਰਾਈਜ਼ ਇੱਥੇ ਆਵੇ। ਅਸੀਂ ਇੱਥੇ ਬਾਏ ਨਹੀਂ ਕਰਨਾ 3138 ਤੇ, ਅਸੀਂ ਬਾਏ ਕਰਾਂਗੇ ਲੈਸ, ਤਾਂ ਕਿ ਸਾਨੂੰ ਜਦੋਂ ਮਾਰਕੀਟ ਉੱਤੇ ਜਾਏ ਸਾਨੂੰ ਫਾਇਦਾ ਹੋਏ। ਅਸੀਂ ਜੇ 3138 ਤੇ ਬਾਏ ਕਰਾਂਗੇ 60 ਤੋਂ, ਅਸੀਂ ਅਗਰ ਇਸ ਪ੍ਰਾਈਸ ਤੋਂ ਬਾਏ ਕਰਾਂਗੇ ਸਾਨੂੰ ਮਹਿੰਗਾ ਪਏਗਾ ਗੋਲਡ, ਠੀਕ ਹੈ ਜੀ। ਅਸੀਂ ਕਿੱਥੇ ਬਾਏ ਕਰਨਾ? ਅਸੀਂ ਬਾਏ ਕਰਨਾ ਜਦੋਂ ਇਸ ਲੈਵਲ ਤੇ ਆ ਜਾਏਗਾ, ਕਿੰਨੇ ਤੇ? 2700 ਤੇ, ਤਾਂ ਕਿ ਸਾਨੂੰ ਬੈਟਰ ਪ੍ਰਾਈਸ ਮਿਲੇ। ਕਿ ਅਸੀਂ ਮਾਰਕੀਟ 'ਚ ਜਾ ਕੇ ਮਹਿੰਗੀ ਚੀਜ਼ ਲੈਂਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸਾਨੂੰ ਸਬਜ਼ੀ ਹੈ, ਕੋਈ ਵੀ ਚੀਜ਼ ਸਾਨੂੰ ਸਸਤੀ ਮਿਲੇ। ਕਦੇ ਕਦੇ ਅਸੀਂ ਵੇਟ ਕਰਦੇ ਹਾਂ ਕਿ ਚੀਜ਼ ਸਸਤੀ ਹੋ ਜਾਏ ਤਾਂ ਅਸੀਂ ਲਵਾਂਗੇ, ਅਸੀਂ 6-6 ਮਹੀਨੇ 2-2 ਸਾਲ ਵੀ ਵੇਟ ਕਰਦੇ ਹਾਂ ਕੁਛ ਚੀਜ਼ਾਂ ਦਾ, ਹੈ ਨਾ ਜੀ, ਠੀਕ ਹੈ। ਰੈਫ੍ਰਿਜਰੇਟਰ ਆਪਾਂ ਸਰਦੀ 'ਚ ਲੈਣਾ ਪਸੰਦ ਕਰਦੇ ਹੋ ਕਿ ਆਫ ਸੀਜ਼ਨ ਦੇ ਵਿੱਚ ਸਟਾਕ ਪਿਆ ਹੁੰਦਾ ਅਤੇ ਅਗਲਾ ਕਹਿੰਦਾ ਚਲੋ 500-1000 ਘੱਟ ਦੇ ਦਿਓ, ਇੱਦਾਂ ਹੁੰਦਾ ਨਾ ਜੀ, ਠੀਕ ਹੈ। ਸੋ ਅਸੀਂ ਵੇਟ ਕਰਦੇ ਹਾਂ ਕਿ ਪ੍ਰਾਈਸ ਇਸ ਲੈਵਲ ਤੱਕ ਆਏ ਤਾਂ ਕਿ ਅਸੀਂ ਇੱਥੇ ਉਹ ਲੋਕ ਬੈਠੇ ਨੇ ਜਿਹੜੇ ਬਾਇਰਸ ਨੇ, ਇੱਥੇ ਬੈਠੇ ਨੇ, ਉਹਨਾਂ ਨੇ ਜਦੋਂ ਬਾਏ ਕਰਨਾ ਮੀਨਸ ਡਿਮਾਂਡ ਵੱਧ ਗਈ ਹੈ, ਠੀਕ ਹੈ ਜੀ। ਸੋ ਪ੍ਰਾਈਸ ਨੇ ਉੱਪਰ ਜਾਣਾ ਸ਼ੁਰੂ ਹੋ ਜਾਣਾ, ਠੀਕ ਹੈ, ਠੀਕ ਹੈ, ਠੀਕ ਹੈ। ਤਾਂ ਇੱਥੇ ਸੈਲਰ ਦੇ ਵਿੱਚ ਦੀ ਜਿਹੜੀ ਫਾਈਟ ਹੈਗੀ ਹੈ ਕਿ ਸੈਲਰਸ ਉਹਨੂੰ ਹਾਇਰ ਪ੍ਰਾਈਸ 'ਤੇ ਵੇਚਣਾ ਚਾਹੁੰਦੇ ਨੇ, ਜਿਹੜੇ ਬਾਇਰਸ ਨੇ ਉਹਨੂੰ ਉਹ ਲੋਅਰ ਪ੍ਰਾਈਸ 'ਤੇ ਬਾਏ ਕਰਦੇ ਨੇ, ਠੀਕ ਹੈ। ਹੁਣ ਇਹ ਤੁਹਾਡਾ ਇੱਕ ਰੈਜ਼ਿਸਟੈਂਸ ਮੰਨੋ ਇਹਨੂੰ, ਠੀਕ ਹੈ, ਇਹ ਤੁਹਾਡੀ ਸਪੋਰਟ ਹੈਗੀ ਹੈ, ਤੁਹਾਡਾ ਪ੍ਰਾਈਸ ਸਪੋਰਟ 'ਤੇ ਆਇਆ, ਇੱਥੇ ਲੋਕਾਂ ਨੇ ਬਾਏ ਕਰਨਾ ਸ਼ੁਰੂ ਕੀਤਾ, ਉੱਤੇ ਚਲਾ ਗਿਆ, ਠੀਕ ਹੈ ਜੀ। ਹੁਣ ਇਹ ਸਪੋਰਟ ਦੇਖ ਕੇ, ਸਪੋਰਟ ਇੱਥੇ ਆਈ ਹੈ ਜੀ, ਸਪੋਰਟ 'ਤੇ ਇਹ ਲੈਵਲ ਦੇ ਆ ਕੇ ਬੇਸ਼ੱਕ ਪ੍ਰਾਈਸ ਇਹਨੂੰ ਤੋੜ ਦੇਗਾ, ਬਟ ਇੱਕ ਵਾਰ ਆ ਕੇ ਰਿਸਪੈਕਟ ਜ਼ਰੂਰ ਕਰੇਗਾ। ਹੁਣ ਜੇ ਇਹ ਸਪੋਰਟ 5 ਮਿੰਟ ਦੇ ਵਿੱਚ ਤੁਸੀਂ ਲਾਈ ਹੋਈ ਹੈ, ਫਿਰ ਇਹ ਵੀਕ ਸਪੋਰਟ ਮੰਨੀ ਜਾਏਗੀ, ਕਿਉਂਕਿ 5 ਮਿੰਟ ਖੁਦ ਵਿੱਚ ਇੱਕ ਲੋਅਰ ਟਾਈਮ ਫਰੇਮ 'ਚ ਆਉਂਦਾ ਹੈ ਨਾ ਜੀ, ਸਭ ਨੂੰ ਪਤਾ ਹੈ। ਸੋ ਜੇ ਇਹ ਸਪੋਰਟ 30 ਮਿੰਟ 'ਚ ਆ ਜਾਏਗੀ, ਮਿਡ ਟਾਈਮ ਫਰੇਮ 'ਚ ਆ ਜਾਂਦੀ ਹੈ, ਫਿਰ ਇਹ ਥੋੜ੍ਹੀ ਜਿਹੀ ਬੈਟਰ ਹੈ। 30 ਮਿੰਟ ਦੇ ਵਿੱਚ ਕੈਂਡਲਸ ਨੇ ਸਪੋਰਟ ਬਣਾਈ ਹੈ। ਸੋ 1 ਆਵਰ ਦੇ ਵਿੱਚ ਸਪੋਰਟ ਹੋਏਗੀ ਤਾਂ ਸਟਰੋਂਗ ਹੋਏਗੀ, 4 ਆਵਰ ਦੀ ਸਪੋਰਟ ਹੈਗੀ ਤਾਂ ਜ਼ਿਆਦਾ ਸਟਰੋਂਗ ਹੋਏਗੀ, ਡੇਲੀ ਦੇ ਕੈਂਡਲ ਦੇ ਵਿੱਚ ਸਪੋਰਟ ਹੋਏਗੀ ਤਾਂ ਪਰਫੈਕਟ ਹੋਏਗੀ, ਮੀਨਸ ਇਹ ਕੰਮ ਕਰੇਗੀ ਇੱਕ ਵਾਰ। ਸੋ 30 ਮਿੰਟ ਦੀ ਮੰਨ ਕੇ ਚੱਲਦੇ ਹਾਂ, ਇੱਥੇ ਆ ਕੇ ਮਾਰਕੀਟ ਰਿਐਕਟ ਕਰੇਗੀ। ਲੇਕਿਨ ਹੋਇਆ ਕਿ ਪ੍ਰਾਈਸ ਨੇ ਪਿੱਛੇ ਹਟ ਕੇ ਇਹਨੂੰ ਤੋੜ ਛੱਡਿਆ, ਜਿਹੜੀ ਸੀਲਿੰਗ ਸੀ ਤੋੜ ਛੱਡੀ, ਰਾਈਟ। ਸੋ ਜਿਹੜੀ ਪਹਿਲਾਂ ਰੈਜ਼ਿਸਟੈਂਸ ਸੀਗਾ ਉਹ ਹੁਣ ਜਦੋਂ ਪ੍ਰਾਈਸ ਇੱਥੇ ਆ ਕੇ ਦੁਬਾਰੇ ਟੱਚ ਕੀਤਾ ਅਤੇ ਉੱਪਰ ਗਿਆ, ਇਹ ਹੁਣ ਤੁਹਾਡੀ ਰੈਜ਼ਿਸਟੈਂਸ ਨਹੀਂ ਰਹੀ। ਫਿਰ ਇਹ ਉਦੋਂ ਰੈਜ਼ਿਸਟੈਂਸ ਸੀਗੀ ਜਦੋਂ ਪ੍ਰਾਈਸ ਇਹਦੇ ਡਾਊਨ ਸੀਗਾ, ਜਦੋਂ ਪ੍ਰਾਈਸ ਨੂੰ ਤੋੜ ਕੇ ਉੱਤੇ ਚਲਾ ਗਿਆ, ਤੁਸੀਂ ਜਦੋਂ ਪਹਿਲੀ ਮੰਜ਼ਿਲ ਨੂੰ ਕ੍ਰੋਸ ਕਰਕੇ ਦੂਜੀ 'ਤੇ ਚਲੇ ਗਏ, ਫਿਰ ਤੁਹਾਡੇ ਲਈ ਛੱਤ ਦਾ ਕੰਮ ਨਹੀਂ ਕਰ ਰਹੀ ਹੈ, ਤੁਹਾਡੇ ਲਈ ਫਰਸ਼ ਦਾ ਕੰਮ ਕਰ ਰਹੀ, ਠੀਕ ਹੈ ਜੀ, ਠੀਕ ਹੈ। ਜਦੋਂ ਤੁਸੀਂ ਪਹਿਲੀ ਮੰਜ਼ਿਲ 'ਤੇ ਗਰਾਊਂਡ ਫਲੋਰ 'ਤੇ ਬੈਠੇ ਹੋ, ਉਦੋਂ ਤੱਕ ਹੀ ਤੁਹਾਡੇ ਲਈ ਸੀਲਿੰਗ ਦਾ ਕੰਮ ਕਰ ਰਹੀ ਹੈ, ਰੈਜ਼ਿਸਟੈਂਸ ਦਾ ਕੰਮ ਕਰ ਰਹੀ ਹੈ। ਤੁਸੀਂ ਜਦੋਂ ਇਹਨੂੰ ਤੋੜ ਕੇ ਜਾਂ ਚੜ੍ਹ ਕੇ ਦੇ ਉੱਪਰ ਚਲੇ ਗਏ, ਪ੍ਰਾਈਸ ਨੂੰ ਲੈ ਕੇ ਆਪਣੇ ਆਪ ਉੱਪਰ ਚਲੇ ਗਏ, ਫਿਰ ਇਹ ਤੁਹਾਡੇ ਲਈ ਛੱਤ ਨਹੀਂ ਹੈਗੀ, ਤੁਹਾਡੇ ਲਈ ਇਹ ਫਰਸ਼ ਹੈ। ਤੁਹਾਡੇ ਲਈ ਛੱਤ ਹੈਗਾ ਨੈਕਸਟ ਲੈਵਲ, ਨੈਕਸਟ ਫਲੋਰ, ਨੈਕਸਟ ਸੀਲਿੰਗ,
ਸੋ ਰੈਜ਼ਿਸਟੈਂਸ ਜਿਹੜਾ ਹੈਗਾ ਉਹ ਸਪੋਰਟ ਦੇ ਵਿੱਚ ਟਰਨ ਹੋਇਆ। ਸੋ ਹੁਣ ਇਹ ਰੈਜ਼ਿਸਟੈਂਸ ਨਹੀਂ ਹੈ, ਹੁਣ ਇਹ ਸਪੋਰਟ ਹੋ ਗਈ। ਪ੍ਰਾਈਜ਼ ਇਹਦੇ ਉੱਪਰ ਰਹੇਗਾ। ਹੁਣ ਪ੍ਰਾਈਜ਼ ਇਹਨੂੰ ਇਹ ਲੈਵਲ ਇਹਨੂੰ ਨੀਚੇ ਜਾਣ ਤੋਂ ਰੋਕੇਗਾ, ਫਿਰ ਪ੍ਰਾਈਜ਼ ਜਿਹੜਾ ਹੈਗਾ ਉੱਤੇ ਮੂਵ ਕਰੇਗਾ। ਨੈਕਸਟ, ਕਦੇ ਕਦੇ ਕੀ ਹੁੰਦਾ ਹੈ, ਹੁਣ ਪੈਟਰਨਸ ਬਣਦੇ ਨੇ ਫਿਰ ਕੈਂਡਲਸ। ਹੁਣ ਤੁਹਾਨੂੰ ਇਹ ਸਪੋਰਟ ਐਂਡ ਰੈਜ਼ਿਸਟੈਂਸ ਦਾ ਸਮਝ ਆ ਗਿਆ ਜੀ? ਜੀ। ਕੋਈ ਡਾਊਟ ਹੈਗਾ ਇਹਦੇ 'ਚ? ਕਿਸੇ ਨੂੰ ਦੱਸੋ ਪਲੀਜ਼, ਤਾਂ ਕਿ ਮੈਂ ਅੱਗੇ ਕੰਟੀਨਿਊ ਕਰਾਂ ਫਿਰ। ਸਰ ਮੈਨੂੰ ਡਾਊਟ ਹੈਗਾ, ਪਲੀਜ਼ ਰਿਪੀਟ ਕਰ ਦਿਓ ਥੋੜਾ ਜਿਹਾ, ਬਸ ਲਾਈਕ ਜਿੱਦਾਂ ਸਮਰੀ ਟਾਈਪ। ਓਕੇ, ਮੈਂ ਥੋੜ੍ਹਾ ਜਿਹਾ ਲਿਖ ਵੀ ਦੇਵਾਂ ਇੱਥੇ, ਤੁਸੀਂ ਕਨਫਿਊਜ਼ ਨਹੀਂ ਹੋਣਾ। ਸੋ ਸਪੋਰਟ ਨੂੰ ਅਸੀਂ ਡਿਮਾਂਡ ਜ਼ੋਨ ਵੀ ਕਹਾਂਗਾ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਕਦੇ ਵੀ, ਠੀਕ ਹੈ। ਇੱਥੇ ਬਾਇਰਸ ਪ੍ਰੈਜ਼ੈਂਟ ਨੇ, ਓਕੇ। ਸੋ ਜੇ ਅਸੀਂ ਰੈਜ਼ਿਸਟੈਂਸ ਦੀ ਗੱਲ ਕਰੀਏ, ਰੈਜ਼ਿਸਟੈਂਸ ਨੂੰ ਅਸੀਂ ਰੈਜ਼ਿਸਟੈਂਸ ਹੀ ਕਹਿਣਾ ਹੈ, ਅਸੀਂ ਉਹਨੂੰ ਸਪਲਾਇਰ ਜ਼ੋਨ ਵੀ ਕਹਿੰਦੇ ਨੇ, ਸਪਲਾਈ ਵੀ ਅਸੀਂ ਕਹਿ ਦਿੰਦੇ ਨੇ, ਅਤੇ ਅਸੀਂ ਇਹਨੂੰ ਸੈਲਰਸ ਜ਼ੋਨ ਵੀ ਕਹਿ ਦਿੰਦੇ ਨੇ, ਠੀਕ ਹੈ ਜੀ। ਹੁਣ ਤੁਸੀਂ ਇਹਨੂੰ ਯਾਦ ਰੱਖਣਾ, ਮੈਂ ਤੁਹਾਨੂੰ ਇਹਦਾ ਸਕਰੀਨਸ਼ਾਟ ਵੀ ਭੇਜ ਦਿੰਦਾ ਵਾਂ, ਤਾਂ ਕਿ ਤੁਹਾਨੂੰ ਇਹ ਈਜ਼ਲੀ ਮੈਮੋਰਾਈਜ਼ ਕਰਨ 'ਚ ਯਾਦ ਹੋਵੇ। ਇਹ ਸਾਰਿਆਂ ਦੇ ਇਹਦੇ ਸਿਨੋਨੀਅਮਸ ਨੇ ਐਕਚੁਅਲੀ। ਇਹ ਸਾਡੀ ਸਾਰੀ ਪ੍ਰਾਈਜੈਕਸ਼ਨ ਦੀ ਜਿਹੜੀ ਥਿਊਰੀ ਹੈਗੀ ਆ, ਇਹਨਾਂ ਨੇਮਸ ਦੇ ਉੱਤੇ ਖੜੀ ਹੈ, ਓਕੇ। ਸੋ ਮੈਂ ਤੁਹਾਨੂੰ ਇਹ ਸ਼ੇਅਰ ਕਰ ਦਾਂਗਾ, ਗਰੁੱਪ 'ਚ ਪਾ ਛੱਡਦਾ ਤੁਹਾਨੂੰ ਮੈਂ, ਓਕੇ। ਸੋ ਲੈਟਸ ਸੀ। क्यों नहीं आ रहा? माय गुडनेस। फोटो डाउनलोड्स, ओके। ठीक है जी। सो ਨਿੰਦਰਪਾਲ ਕੌਰ ਜੀ, ਮੈਂ ਕਹਿ ਰਿਹਾ ਸੀਗਾ, ਜਿਹੜੀ ਚੀਜ਼ ਪ੍ਰਾਈਜ਼ ਨੂੰ ਸਾਂਭੇਗੀ, ਨੀਚੇ ਜਾਣ ਤੋਂ ਰੋਕੇਗੀ, ਉਹ ਸਪੋਰਟ ਮੰਨੀ ਜਾਏਗੀ, ਠੀਕ ਹੈ ਜੀ। ਉਹ ਮੰਨੀ ਜਾਏਗੀ ਸਪੋਰਟ, ਜਿਹੜੀ ਪ੍ਰਾਈਜ਼ ਨੂੰ ਸਪੋਰਟ ਕਰਦੀ ਹੈ। ਸਪੋਰਟ ਅਸੀਂ ਕਿਹਨੂੰ ਕਹਿੰਦੇ? ਜਿਹੜੀ ਸਾਨੂੰ ਨੀਚੇ ਡਿੱਗਣ ਤੋਂ ਰੋਕਦਾ ਹੈ ਨਾ, ਵੀ ਤੂੰ ਮੇਰੀ ਸਪੋਰਟ ਕਰ ਭਾਈ, ਠੀਕ ਹੈ, ਮਤਲਬ ਮੇਰੀ ਹੈਲਪ ਕਰਦਾ ਕਿ ਮੈਂ ਇਸ ਕੰਡੀਸ਼ਨ ਨੂੰ ਮੇਨਟੇਨ ਰੱਖਾਂ। ਜੇ ਪ੍ਰਾਈਜ਼ ਇਸ ਵੇਲੇ ਇੱਥੇ ਹੈਗਾ, ਅਤੇ ਜੇ ਇਹਨੂੰ ਨੀਚੇ ਜਾਣ ਤੋਂ ਇਹ ਜਿਹੜੀ ਸਪੋਰਟ ਲੈਵਲ ਹੋਏਗਾ, ਇਹ ਅਸੀਂ ਬਾਅਦ 'ਚ ਡਿਸਕਸ ਕਰਨਾ ਨੈਕਸਟ ਸੈਸ਼ਨ, ਕਿ ਅਸੀਂ ਕਿਵੇਂ ਮਾਰਕ ਕਰਨੀ ਹੈ ਸਪੋਰਟ ਕਿੱਥੇ ਹੈ ਅਤੇ ਰੈਜ਼ਿਸਟੈਂਸ ਕਿੱਥੇ ਹੈ। ਦੈਟ ਵਿਲ ਬੀ 3 ਆਵਰ ਸੈਸ਼ਨ, ਠੀਕ ਹੈ। ਅਸੀਂ ਉਹਨੂੰ 1.5 ਘੰਟਾ ਸੈਚਰਡੇ ਨੂੰ, ਨੈਕਸਟ 1.5 ਘੰਟਾ ਅਸੀਂ ਉਹਨੂੰ ਜਿਹੜਾ ਹੈ ਸੰਡੇ ਨੂੰ ਕੰਟੀਨਿਊ ਕਰਾਂਗੇ। ਸੋ ਪ੍ਰਾਈਜ਼ ਇੱਥੇ ਹੈਗਾ, ਕੈਂਡਲਸ ਇੱਥੇ ਆ ਰਹੀਆਂ ਇਸ ਵੇਲੇ, ਕਰੰਟ ਪ੍ਰਾਈਜ਼ ਇੱਥੇ ਆ ਰਿਹਾ, ਡਾਊਨ ਆ ਰਿਹਾ, ਠੀਕ ਹੈ। ਇੱਥੇ ਆ ਕੇ ਪ੍ਰਾਈਜ਼ ਨੇ ਇਹ ਸਪੋਰਟ ਹੈਗੀ ਹੈ। ਪਹਿਲਾਂ ਵੀ ਇੱਥੇ ਪ੍ਰਾਈਜ਼ ਆ ਚੁੱਕਿਆ ਹੈ, ਰਿਜੈਕਟ ਹੋਇਆ ਪ੍ਰਾਈਜ਼, ਇੱਥੋਂ ਪ੍ਰਾਈਜ਼ ਬਾਉਂਸ ਹੋਇਆ ਸੀਗਾ। ਸੋ ਹੁਣ ਵੇਲੇ ਫਿਰ ਇੱਥੋਂ ਪ੍ਰਾਈਜ਼ ਬਾਉਂਸ ਹੋ ਗਿਆ, ਓਕੇ। ਸੋ ਹੁਣ ਇਹ ਕੀ ਹੈ, ਇਹਨੇ ਐਜ਼ ਏ ਸਪੋਰਟ ਕੰਮ ਕੀਤਾ ਕਿ ਇਹਨਾਂ ਪ੍ਰਾਈਜ਼ ਨੂੰ ਨੀਚੇ ਜਾਣ ਤੋਂ ਤਾਂ ਰੋਕਿਆ ਹੀ, ਬਟ ਇਹਨਾਂ ਨੂੰ ਬਾਉਂਸ ਕਰਕੇ ਉੱਤੇ ਵੀ ਧੱਕਿਆ। ਕਿਉਂ? ਇੱਥੇ ਬਾਇਰਸ ਬੈਠੇ ਨੇ, ਬਾਇਰਸ। ਸੋ ਸਪੋਰਟ ਮੀਨਸ ਡਿਮਾਂਡ ਜ਼ੋਨ ਅਸੀਂ ਕਹਿੰਦੇ ਨੂੰ, ਬਾਇਰਸ ਪ੍ਰੈਜ਼ੈਂਟ ਨੇ ਇੱਥੇ, ਬਾਇਰਸ ਜ਼ੋਨ ਵੀ ਹੁੰਦਾ। ਸੋ ਇੱਥੇ ਜਦੋਂ ਵੀ ਪ੍ਰਾਈਜ਼ ਆਏਗਾ, ਇੱਥੇ ਵਾਪਸੀ ਦੀ ਤਿਆਰੀ ਰੱਖੋ, ਤੁਸੀਂ ਇੱਥੇ ਆ ਕੇ ਬਾਏ ਕਰ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਇੱਥੇ ਆ ਕੇ ਜਿਵੇਂ ਪ੍ਰਾਈਜ਼ ਆਏਗਾ ਉਹਨੇ ਰਿਐਕਟ ਕੀਤਾ, ਨੀਚੇ ਨਹੀਂ ਗਿਆ ਪ੍ਰਾਈਜ਼, ਨੀਚੇ ਬ੍ਰੇਕ ਨਹੀਂ ਕੀਤਾ, ਇੱਥੋਂ ਆ ਕੇ ਜਦੋਂ ਬਾਉਂਸ ਹੋਇਆ, ਸ਼ੋਰ ਹੈ ਕਿ ਨੈਕਸਟ ਰੈਜ਼ਿਸਟੈਂਸ ਤੱਕ ਜਾਏਗਾ। ਸੋ ਤੁਸੀਂ ਇੱਥੋਂ ਬਾਏ ਕਰਨਾ, ਇੱਥੋਂ ਇਸ ਲੈਵਲ ਤੋਂ ਲੈ ਕੇ ਉਸ ਲੈਵਲ ਤੱਕ। ਅਸੀਂ ਲੈਵਲ ਕਿਵੇਂ ਮਾਰਕ ਕਰਨੇ, ਦੈਟ ਇਜ਼ ਅ ਡਿਫਰੈਂਟ ਟੋਪਿਕ। ਫਿਲਹਾਲ ਤੁਸੀਂ ਇਹਨੂੰ ਰੈਜ਼ਿਸਟੈਂਸ ਮੰਨੋ ਕਿ ਇਹ ਰੈਜ਼ਿਸਟੈਂਸ ਹੈਗਾ, ਦਿਸ ਇਜ਼ ਦਾ ਰੈਜ਼ਿਸਟੈਂਸ ਅਤੇ ਸਪੋਰਟ। ਹੁਣ ਜਦੋਂ ਪ੍ਰਾਈਜ਼ ਇੱਥੋਂ ਬਾਉਂਸ ਕਰਦਾ ਹੋਇਆ ਉੱਤੇ ਚਲਾ ਗਿਆ, ਇਹ ਰੈਜ਼ਿਸਟੈਂਸ ਦਾ ਕੰਮ ਕੀ ਹੈ? ਇਹ ਰੈਜ਼ਿਸਟ ਕਰੇਗਾ ਪ੍ਰਾਈਜ਼ ਦੀ ਮੂਵਮੈਂਟ ਨੂੰ। ਜਿਵੇਂ ਸਪੀਡ ਬ੍ਰੇਕਰ ਜਿਹੜਾ ਹੈਗਾ ਉਹਨੂੰ ਤੁਸੀਂ ਦੇਖ ਕੇ ਸਲੋ ਹੋ ਜਾਂਦੇ ਹੋ, ਤੁਹਾਨੂੰ ਪਤਾ ਸਪੀਡ ਬ੍ਰੇਕਰ ਹੈ, ਉਹਨਾਂ ਨੇ ਬੋਰਡ ਵੀ ਲਾਏ ਹੋਏ ਹੈ, 200 ਅਹੈਡ ਦੇयर ਇਜ਼ ਅ ਸਪੀਡ ਬ੍ਰੇਕਰ, 100 ਮੀਟਰ, 50 ਮੀਟਰ, ਸਟੇ ਅਲਰਟ, ਓਕੇ। ਸੋ ਇੱਦਾਂ ਦੇ ਉਹਨਾਂ ਨੇ ਕੀਤੇ ਹੁੰਦੇ। ਸੋ ਇੱਥੇ ਰੈਜ਼ਿਸਟੈਂਸ ਹੈਗਾ, ਮੀਨਸ ਇੱਥੇ ਸੈਲਰਸ ਬੈਠੇ ਨੇ। ਸੈਲਰਸ ਨੇ ਜਦੋਂ ਪ੍ਰਾਈਜ਼ ਇੱਥੇ ਆਏਗਾ ਨੀਚੇ ਤੱਕਣ ਦੀ ਕੋਸ਼ਿਸ਼ ਕਰਨੀ, ਕਿਉਂਕਿ ਉਹਨਾਂ ਨੇ ਪ੍ਰਾਈਜ਼ ਨੂੰ, ਉਹਨਾਂ ਨੇ ਉਸ ਚੀਜ਼ ਨੂੰ ਸੈੱਲ ਕਰਨਾ ਹੈ, ਉਹਨਾਂ ਨੂੰ ਬੈਟਰ ਸੈਲਿੰਗ ਇੱਥੇ ਮਿਲ ਰਹੀ ਹੈਗੀ ਹੈ, ਠੀਕ ਹੈ। ਉਹਨਾਂ ਨੂੰ ਇੱਕ ਪ੍ਰੋਪਰ ਰੇਂਜ ਮਿਲ ਰਹੀ ਹੈਗੀ ਹੈ। ਸੋ ਬਾਇਰਸ ਨੇ ਇਸ ਲੈਵਲ 'ਤੇ ਬਾਏ ਕਰਨਾ ਹੈ, ਠੀਕ ਹੈ, ਤੁਸੀਂ ਦੇਖ ਸਕਦੇ ਹੋ ਇਸ ਲੈਵਲ 'ਤੇ। ਸੋ ਬਾਇਰਸ ਨੇ ਕੋਸ਼ਿਸ਼ ਕਰਨੀ ਕਿ ਪ੍ਰਾਈਜ਼ ਇਸ ਲੈਵਲ ਤੋਂ ਡਾਊਨ ਨਾ ਜਾਏ, ਸੈਲਰਸ ਨੇ ਕੋਸ਼ਿਸ਼ ਕਰਨੀ ਕਿ ਪ੍ਰਾਈਜ਼ ਇਸ ਤੋਂ ਉੱਤੇ ਨਾ ਜਾਏ, ਕਿਉਂਕਿ ਉਹ ਬਾਏ ਸੈਲ ਦੀ ਪੋਜੀਸ਼ਨ ਨਾਲ ਆ ਕੇ ਬੈਠੇ।
ਜੇ ਉਹਨਾਂ ਦਾ ਉੱਪਰ ਚਲਾ ਗਿਆ, ਉਹਨਾਂ ਦੇ ਸਟਾਪ ਲੋਸ ਹਿੱਟ ਹੋ ਜਾਣੇ ਨੇ ਇੱਥੇ, ਕਿਉਂਕਿ ਉਹ ਸੈਲ ਕਰਕੇ ਬੈਠੇ ਨੇ ਡਾਊਨ ਸਾਈਡ ਦਾ ਸੋਚ ਕੇ। ਠੀਕ ਹੈ ਜੀ। ਜਦੋਂ ਪ੍ਰਾਈਸ ਨੈਕਸਟ ਟਾਈਮ ਕੀ ਆ, ਪ੍ਰਾਈਸ ਬਾਇਰਸ ਬਹੁਤ ਪਾਵਰ 'ਚ ਸੀਗੇ, ਉਹਨਾਂ ਨੇ ਇਸ ਲੈਵਲ ਨੂੰ ਤੋੜ ਛੱਡਿਆ। ਜਦੋਂ ਉੱਪਰ ਤੋੜ ਕੇ ਉੱਪਰ ਗਏ ਨੇ, ਜਿਹੜਾ ਇਹ ਰੈਜ਼ਿਸਟੈਂਸ ਸੀਗਾ ਇਹ ਫਿਰ ਸਪੋਰਟ ਬਣ ਗਿਆ। ਕਿਉਂ ਬਦਿਆ ਸਿੰਘ ਜੀ? ਇੰਜੀ ਹੈ ਨਾ? ਹਾਂਜੀ ਵੀਰ ਜੀ। ਓਕੇ, ਫਿਰ ਇਹ ਰੈਜ਼ਿਸਟੈਂਸ ਫਿਰ ਸਪੋਰਟ ਬਣ ਗਿਆ। ਪਹਿਲਾਂ ਇਹ ਇੱਥੇ ਪ੍ਰਾਈਸ ਰੁਕਿਆ ਸੀਗਾ, ਬਟ ਥਰਡ ਟਾਈਮ ਜਿਹੜਾ ਸੈਕੰਡ ਟਾਈਮ ਪ੍ਰਾਈਸ ਬਹੁਤ ਜ਼ੋਰ ਨਾਲ ਉੱਪਰ ਬ੍ਰੇਕ ਹੋਇਆ, ਉੱਪਰ ਗਿਆ ਪ੍ਰਾਈਸ। ਸੋ ਇਹ ਹੁਣ ਰੈਜ਼ਿਸਟੈਂਸ, ਇਹ ਸਪੋਰਟ ਬਣ ਗਿਆ। ਹੁਣ ਪ੍ਰਾਈਸ ਕੀ ਹੋਏਗਾ, ਪਹਿਲਾਂ ਇਹਨੂੰ ਰੋਕ ਰਿਹਾ ਸੀਗਾ ਆਹ ਵਾਲਾ ਲੈਵਲ, ਪ੍ਰਾਈਸ ਨੂੰ ਉੱਤੇ ਨਹੀਂ ਸੀ ਜਾਣ ਦੇ ਰਿਹਾ, ਹੁਣ ਇਹ ਪ੍ਰਾਈਸ ਨੂੰ ਨੀਚੇ ਜਾਣ ਤੋਂ ਰੋਕੇਗਾ, ਫਿਰ ਉੱਪਰ ਵਾਪਸ ਬਾਉਂਸ ਕਰੇਗਾ। ਇੰਜ ਹੀ ਇਹ ਰੈਜ਼ਿਸਟੈਂਸ ਦਾ ਕੰਮ ਕਰੇਗਾ ਨੈਕਸਟ ਲੈਵਲ ਦੇ ਉੱਤੇ, ਫਿਰ ਉੱਪਰ ਅਗਰ ਤੋੜ ਜਾਂਦਾ ਹੈ ਫਿਰ ਇਹ ਸਪੋਰਟ ਦਾ ਕੰਮ ਕਰੇਗਾ। ਸੋ ਰੈਜ਼ਿਸਟੈਂਸ ਇਨਟੂ ਸਪੋਰਟ, ਅਸੀਂ ਇਹਨੂੰ SNR RSN ਕਹਿੰਦੇ ਨੇ, ਰੈਜ਼ਿਸਟੈਂਸ ਟਰਨਡ ਇਨਟੂ ਸਪੋਰਟ। ਜਦੋਂ ਰੈਜ਼ਿਸਟੈਂਸ ਨਹੀਂ ਟੁੱਟਿਆ ਫਿਰ ਤਾਂ ਰੈਜ਼ਿਸਟੈਂਸ ਹੈ, ਜਦੋਂ ਟੁੱਟ ਕੇ ਪ੍ਰਾਈਸ ਉਹਦੇ ਉੱਤੇ ਆ ਗਿਆ ਦੈਟ ਇਜ਼ ਸਪੋਰਟ। ਦੈਨ ਜਿਵੇਂ ਇਹ ਰੈਜ਼ਿਸਟੈਂਸ ਸੀਗਾ ਪਹਿਲਾਂ, ਇਹ ਸਪੋਰਟ ਸੀਗੀ, ਰੈਜ਼ਿਸਟੈਂਸ ਨੇ ਪ੍ਰਾਈਸ ਨੂੰ ਵਾਪਸ ਧੱਕਿਆ, ਡਾਊਨ ਸਾਈਡ ਨੀਚੇ ਆ ਗਿਆ, ਨੀਚੇ ਤੋਂ ਫਿਰ ਪ੍ਰਾਈਸ ਬਾਉਂਸ ਹੋਇਆ, ਇੱਥੇ ਬਾਇਰਸ ਬੈਠੇ ਨੇ, ਬਾਇਰਸ ਨੇ ਫਿਰ ਪ੍ਰਾਈਸ ਨੂੰ ਉੱਪਰ ਚੱਕਿਆ, ਲੇਕਿਨ ਇਸ ਵੇਲੇ ਉਹਨਾਂ ਨੂੰ ਤੋੜਤਾ। ਜਿਹੜੀ ਰੈਜ਼ਿਸਟੈਂਸ ਸੀਗੀ ਉਹ ਸਪੋਰਟ ਬਣ ਗਈ, ਸਪੋਰਟ ਬਣ ਗਈ। ਫਿਰ ਨੈਚੁਰਲੀ ਸਪੋਰਟ ਕੀ ਕੰਮ ਕਰਦੀ ਹੈ, ਪ੍ਰਾਈਸ ਨੂੰ ਵਾਪਸ ਅਪ ਲੈ ਕੇ ਜਾਂਦੀ ਹੈ। ਇਹ ਗੱਲ ਯਾਦ ਰੱਖੋ, ਡਿਮਾਂਡ ਜ਼ੋਨ ਹੈ, ਉੱਥੇ ਬਾਇਰਸ ਬੈਠੇ ਨੇ, ਉਹਨਾਂ ਨੇ ਜਦੋਂ ਬਾਏ ਕਰਨਾ, ਉਹਨਾਂ ਨੇ ਡਿਮਾਂਡ ਕਰਨੀ ਹੈ ਜਦੋਂ, ਤਾਂ ਜਿਹੜੀ ਚੀਜ਼ ਦੀ ਡਿਮਾਂਡ ਵੱਧ ਜਾਂਦੀ ਹੈ ਉਹਦਾ ਕੀ ਹੁੰਦਾ, ਉਹਦਾ ਪ੍ਰਾਈਸ ਵੀ ਵੱਧਦਾ ਜਾਂਦਾ। ਠੀਕ ਹੈ, ਇਸ ਕਰਕੇ ਪ੍ਰਾਈਸ ਵੱਧ ਵੀ ਰਿਹਾ। ਸੋ ਉਹਨਾਂ ਦੀ ਡਿਮਾਂਡ, ਜੇ ਡਿਮਾਂਡ ਆਰਡਰ ਫਿਲ ਹੋ ਰਹੇ ਨੇ, ਫਿਰ ਉੱਪਰ ਪ੍ਰਾਈਸ 'ਚ ਆਏਗਾ। ਤੁਹਾਨੂੰ ਮੈਂ ਇਹਦਾ ਬੈਸਟ ਐਗਜ਼ਾਮਪਲ ਦਿੰਦਾ ਜੀ ਹੁਣ। ਠੀਕ ਹੈ, ਇਹ ਮੈਂ ਵੀਕਲੀ ਚਾਰਟ ਖੋਲ੍ਹਿਆ ਹੋਇਆ, ਇੱਕ ਕੈਂਡਲ ਇੱਕ ਵੀਕ ਦੀ ਹੈਗੀ ਹੈ। ਓਕੇ, ਫੋਰ ਐਗਜ਼ਾਮਪਲ, ਰੈਜ਼ਿਸਟੈਂਸ ਦਾ ਕੀ ਕੰਮ ਹੁੰਦਾ ਜੀ, ਪ੍ਰਾਈਸ ਨੂੰ ਵਾਪਸ ਨੀਚੇ ਲੈ ਕੇ ਜਾਣਾ, ਉੱਪਰ ਜਾਣ ਤੋਂ ਰੋਕਣਾ, ਹੈ ਨਾ ਜੀ? ਐਨੀਬਡੀ, ਐਨੀ ਰਿਸਪੌਂਸ? ਰੈਜ਼ਿਸਟੈਂਸ ਪ੍ਰਾਈਸ ਉੱਪਰ ਜਾਣ ਤੋਂ ਰੋਕੇਗਾ, ਰੈਜ਼ਿਸਟੈਂਸ ਪ੍ਰਾਈਸ ਨੂੰ ਉੱਪਰ ਜਾਣ ਤੋਂ ਰੋਕੇਗਾ। ਇਹ ਗੋਲਡ ਦਾ ਚਾਰਟ ਹੈਗਾ 2020 ਦਾ, ਜਦੋਂ ਕਰੋਨਾ ਆਇਆ ਸੀ। ਕਰੋਨਾ ਕਦੋਂ ਡਿਕਲੇਅਰ ਹੋਇਆ ਸੀਗਾ ਜੀ? 2000 ਮਾਰਚ ਦੇ ਵਿੱਚ, ਹੈ ਨਾ, ਜਨਵਰੀ ਦੇ ਵਿੱਚ। ਕੀ ਹੋਇਆ ਸੀ ਉਦੋਂ? ਪ੍ਰਾਈਸ ਇੱਥੇ ਸੀਗਾ ਦਸੰਬਰ, ਜਨਵਰੀ, ਫਰਵਰੀ ਵਿੱਚ ਲੋਕਡਾਊਨ ਡਿਕਲੇਅਰ ਹੋ ਗਿਆ ਸੀਗਾ। ਦੇਖੋ, ਉਸ ਤੋਂ ਬਾਅਦ ਗੋਲਡ ਨੇ ਆਪਣਾ ਆਲ ਟਾਈਮ ਹਾਈ ਬਣਾਇਆ ਸੀ, ਇੱਥੋਂ ਗੋਲਡ ਨੇ ਚੜ੍ਹਨਾ ਸ਼ੁਰੂ ਕੀਤਾ ਸੀਗਾ ਇਸ ਲੈਵਲ ਤੋਂ। ਓਕੇ, ਇਹ ਤੁਸੀਂ ਇਹਨੂੰ ਡਿਮਾਂਡ ਜ਼ੋਨ ਮੰਨ ਸਕਦੇ ਹੋ। ਠੀਕ ਹੈ, ਇਹਨੇ ਇੱਥੇ ਸਪੋਰਟ ਲਿੱਤੀ ਸੀ ਗੋਲਡ ਨੇ ਇਸ ਲੈਵਲ ਦੇ ਉੱਤੇ। ਸੋ ਇੱਥੋਂ ਪ੍ਰਾਈਸ ਜਦੋਂ ਮੂਵ ਹੋਇਆ, ਕੀ ਰੇਟ ਸੀਗਾ? 1400, ਮਤਲਬ 1500 ਸੀਗਾ ਗੋਲਡ ਦਾ ਰੇਟ ਉਦੋਂ, ਮਾਰਚ 23 ਨੂੰ, ਹੈ ਨਾ। 1500 ਦਾ ਰੇਟ ਸੀਗਾ। ਕਿੰਨਾ ਚੱਲ ਗਿਆ ਸੀ ਕਰੋਨਾ ਦੇ ਵਿੱਚ, ਜਦੋਂ ਹਰ ਕੰਪਨੀ ਫੇਲ ਹੋ ਰਹੀ ਸੀ, ਬਿਜ਼ਨਸ ਫੇਲ ਹੋ ਰਹੇ ਸੀ, ਹੋਟਲਸ ਬੰਦ ਹੋ ਰਹੇ ਸੀਗੇ, ਟਰਾਂਸਪੋਰਟੇਸ਼ਨਸ, ਏਅਰਲਾਈਨਸ ਬੰਦ ਹੋ ਰਹੀਆਂ ਸੀਗੀਆਂ, ਏਅਰਬਸ ਕਰੈਸ਼ ਕਰ ਗਈ ਸੀਗੀ, ਜਿਹੜੇ ਉਹਨਾਂ ਦੇ ਸ਼ੇਅਰ ਸੀਗੇ ਸਾਰੇ, ਹੈ ਨਾ। ਸੋ ਆਇਲ ਜਿਹੜਾ ਹੈਗਾ ਉਹਦਾ ਨੈਗੇਟਿਵ ਪ੍ਰਾਈਸ ਹੋ ਗਿਆ ਸੀ। ਆਇਲ ਜਿਹੜਾ ਹੈਗਾ $7 ਮਾਈਨਸ 'ਚ ਆ ਗਿਆ ਸੀਗਾ ਸਾਊਦੀਆ ਦਾ। ਓਕੇ, ਜਿਹੜਾ ਓਪੈਕਸ ਦਾ ਸੀਗਾ, ਓਪੇਕ ਦਾ, WTI। ਸੋ ਦੇਖੋ ਕਿੱਥੇ ਗਿਆ ਇਹ, 2080 ਤੱਕ ਗਿਆ ਸੀਗਾ ਉਦੋਂ। ਇਹ ਸੀਗਾ, ਦੇਖੋ, ਆਲ ਟਾਈਮ ਹਾਈ ਸੀਗਾ ਇਹਦਾ, ਆਲ ਟਾਈਮ ਹਾਈ। ਫਿਰ ਕੀ ਹੋਇਆ, ਜਿਵੇਂ ਜਿਵੇਂ ਕਰੋਨਾ ਕੰਟਰੋਲ ਹੁੰਦਾ ਚਲਾ ਗਿਆ, ਮੈਡੀਸਿਨਸ ਆਉਣ ਲੱਗ ਗਈ ਨਵੰਬਰ 20 ਤੱਕ। ਓਕੇ, ਫਿਰ ਪ੍ਰਾਈਸ ਡਾਊਨ ਆਉਣਾ ਸ਼ੁਰੂ ਹੋ ਗਿਆ, ਹੈ ਨਾ। ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉੱਪਰ ਜਾਣ ਲੱਗ ਗਈਆਂ, ਗੋਲਡ ਡਾਊਨ ਆਉਣਾ ਸ਼ੁਰੂ ਹੋ ਗਿਆ, ਇੱਥੋਂ ਗੋਲਡ ਅਪ ਗਿਆ ਸੀ। ਇਸ ਕਰਕੇ ਅਸੀਂ ਗੋਲਡ 'ਚ ਟ੍ਰੇਡ ਕਰਦੇ ਹਾਂ। ਜਦੋਂ ਹਰ ਚੀਜ਼ ਡਾਊਨ ਜਾ ਰਹੀ ਹੁੰਦੀ, ਗੋਲਡ ਉਹਦੇ ਆਪੋਜ਼ਿਟ ਉੱਪਰ ਜਾ ਰਿਹਾ ਹੁੰਦਾ। ਸੋ ਇਟਸ ਈਜ਼ੀ ਟੂ ਟ੍ਰੇਡ ਵਿਦ ਗੋਲਡ। ਵਰਲਡ ਇਜ਼ ਫੁੱਲ ਆਫ ਨੈਗੇਟਿਵ ਨਿਊਜ਼। ਠੀਕ ਹੈ ਜੀ। ਸੋ ਅੱਗੇ ਦੇਖੋ ਤੁਸੀਂ ਕੀ ਹੋਏਗਾ। ਇਹਨੂੰ ਤੁਸੀਂ ਰੈਜ਼ਿਸਟੈਂਸ ਮੰਨਿਆ ਨਾ ਜੀ, ਰੈਜ਼ਿਸਟੈਂਸ ਆਲ ਟਾਈਮ ਹਾਈ ਸੀਗਾ, ਰੈਜ਼ਿਸਟੈਂਸ ਬਣ ਗਿਆ ਇਹ ਲੋ ਸੀਗਾ, ਇਹ ਸਪੋਰਟ ਬਣ ਗਿਆ। ਹੁਣ ਵਿੱਚ ਮੈਂ ਸਪੋਰਟ ਜ਼ੋਨ ਹੋਰ ਵੀ ਬਣਦੇ ਨੇ, ਇਹ ਵੀ ਸਪੋਰਟ ਜ਼ੋਨ ਹੈਗਾ, ਆਹ ਵਾਲਾ ਵੀ ਸਪੋਰਟ ਜ਼ੋਨ ਹੈਗਾ। ਤੁਸੀਂ ਇਹਨੂੰ ਵੀ ਮਾਰਕ ਕਰਨਾ ਹੈ, ਤੁਸੀਂ ਇਹਨੂੰ ਵੀ ਮਾਰਕ ਕਰ ਸਕਦੇ ਹੋ ਇੱਥੇ। ਤੁਸੀਂ ਜਿਹੜਾ ਆਹ ਵਾਲਾ ਲੈਵਲ ਹੈਗਾ, ਤੁਸੀਂ ਇਸ ਨੂੰ ਵੀ ਮਾਰਕ ਕਰ ਲਓ। ਓਕੇ ਜੀ, ਆ ਦੇਖੋ ਹੁਣ ਕੀ ਹੋਇਆ, ਇੱਥੇ ਪ੍ਰਾਈਸ ਆਇਆ, ਫਿਰ ਦੁਬਾਰਾ ਇੱਥੇ ਆਇਆ। ਹੁਣ ਤੁਸੀਂ ਇਹਨੂੰ ਇੱਧਰ ਖਿੱਚ ਲਓ। ਹੁਣ ਧਿਆਨ ਨਾਲ ਦੇਖਿਓ ਜੀ, ਇਹ ਬਹੁਤ ਜ਼ਰੂਰੀ ਹੈਗਾ। ਇੱਥੇ ਜਿਹੜਾ ਟਰਨਿੰਗ ਪੁਆਇੰਟ ਹੋਏਗਾ ਤੁਹਾਡੀ ਥਿੰਕਿੰਗ ਦੇ ਵਿੱਚ, ਇੱਥੇ ਆ ਕੇ ਪ੍ਰਾਈਸ ਰਜਿਸਟ ਹੋਇਆ ਸੀ ਨਾ, ਹੈ ਨਾ ਜੀ। ਇਹ ਪਹਿਲਾਂ ਰੈਜ਼ਿਸਟੈਂਸ ਸੀਗਾ ਵਾਲਾ ਏਰੀਆ, ਰੈਜ਼ਿਸਟੈਂਸ। ਇਹਨੇ ਪ੍ਰਾਈਸ ਨੂੰ ਉੱਪਰ ਜਾਣ ਤੋਂ ਰੋਕਿਆ। 3 ਹਫ਼ਤੇ ਪ੍ਰਾਈਸ ਨੇ ਜ਼ੋਰ ਲਾਇਆ ਬ੍ਰੇਕ ਕਰਨ ਦਾ, ਪ੍ਰਾਈਸ ਬ੍ਰੇਕ ਨਹੀਂ ਹੋਇਆ, ਨੀਚੇ ਆਇਆ। ਇਹਨਾਂ ਸੇਮ ਲੈਵਲ ਤੋਂ ਇੱਕ ਸਪੋਰਟ ਲਿੱਤੀ, ਫਿਰ ਇਹਨਾਂ ਨੂੰ ਬ੍ਰੇਕ ਕੀਤਾ, ਰੀਟੈਸਟ ਕੀਤਾ। ਤਾਂ ਹੁਣ ਦੇਖੋ, ਇਹ ਜਿਹੜਾ ਲੈਵਲ ਸੀ ਨਾ ਪਹਿਲਾਂ ਰੈਜ਼ਿਸਟੈਂਸ ਸੀਗਾ, ਇਹ ਪ੍ਰਾਈਸ ਨੂੰ ਨੀਚੇ ਨਹੀਂ ਆਉਣ ਦੇ ਰਿਹਾ। ਦੇਖੋ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਨਾ ਜੀ ਸਾਰਿਆਂ ਨੂੰ,
ਰਾਈਟ। ਹਾਂਜੀ ਓਕੇ, ਪਹਿਲਾਂ ਇਹਨੇ ਰੈਜ਼ਿਸਟੈਂਸ ਦਾ ਕੰਮ ਕੀਤਾ, ਨੀਚੇ ਪ੍ਰਾਈਸ ਆਇਆ, ਇਹ ਸਪੋਰਟ ਸੀਗੀ, ਫਿਰ ਇਹਨਾਂ ਨੂੰ ਤੋੜ ਛੱਡਿਆ। ਤੋੜਨ ਤੋਂ ਬਾਅਦ ਇਹ ਲੈਵਲ ਨੇ ਜਿਹੜਾ ਪਹਿਲਾਂ ਪ੍ਰਾਈਸ ਨੂੰ ਦੇਖੋ 1 2 3 ਕੈਂਡਲਸ ਦੇ ਵਿੱਚ ਉੱਪਰ ਨਹੀਂ ਸੀ ਜਾਣ ਦੇ ਰਿਹਾ, ਫਿਰ ਇਹਨੂੰ ਨੀਚੇ ਨਹੀਂ ਆਉਣ ਦੇ ਰਿਹਾ। ਦੇਖੋ 1 2 3 4 5 7 ਵੀਕ ਦੀਆਂ ਕੈਂਡਲਾਂ ਹੈਗੀਆਂ, ਇਹ ਪ੍ਰਾਈਸ ਇਸ ਲੈਵਲ ਤੋਂ ਨੀਚੇ ਨਹੀਂ ਆਇਆ, ਫਿਰ ਇਹਨੇ ਐਜ ਸਪੋਰਟ ਦਾ ਕੰਮ ਕੀਤਾ। ਸੋ ਰੈਜ਼ਿਸਟੈਂਸ ਸਪੋਰਟ ਬਣ ਗਿਆ। ਸਪੋਰਟ ਤੋਂ ਬਾਅਦ ਕੀ ਬਣਿਆ, 골ਡ 1688 ਤੇ ਉੱਪਰ ਚੜ੍ਹਨਾ ਸ਼ੁਰੂ ਹੋਇਆ ਫਿਰ ਦੁਬਾਰੇ, ਤੇ 2080 ਤੱਕ 골ਡ ਗਿਆ ਨਾ ਜੀ। ਜਦੋਂ ਫਿਰ ਇਹ ਨੀਚੇ ਆਉਣਾ ਸ਼ੁਰੂ ਹੋਇਆ, ਕਿਉਂਕਿ ਇਹ ਰੈਜ਼ਿਸਟੈਂਸ ਦੇ ਬਾਅਦ ਸਪੋਰਟ ਬਣ ਗਈ ਸੀਗੀ, ਇਹਨਾਂ ਦੁਬਾਰੇ ਫਿਰ 골ਡ ਨੂੰ ਇੱਥੇ ਸਪੋਰਟ ਕੀਤਾ 1680 ਤੇ ਕੀਤਾ ਨਾ ਸਪੋਰਟ। ਦੇਖੋ ਤੁਸੀਂ ਆਪਣੇ ਆਪ, ਰੈਜ਼ਿਸਟੈਂਸ ਸੀਗਾ ਇਹ, 골ਡ ਇੱਥੋਂ ਬਾਉਂਸ ਟੱਚ ਕਰਕੇ ਵਾਪਸ ਨੀਚੇ ਆਇਆ, ਇਹਨੂੰ ਨੀਚੇ ਫਲੋਰ ਮਿਲ ਗਿਆ, ਫਿਰ ਜਿਹੜਾ ਪਹਿਲਾਂ ਫਲੋਰ ਸੀਗਾ ਇੱਥੇ ਇਹ ਸਪੋਰਟ ਬਣ ਚੁੱਕੀ ਹੈ, ਰੈਜ਼ਿਸਟੈਂਸ ਤੋਂ ਬਾਅਦ ਸਪੋਰਟ। ਇੱਥੇ ਆ ਕੇ 골ਡ ਫਿਰ ਰੁਕਿਆ ਪ੍ਰਾਈਸ, ਫਿਰ ਉੱਤੇ ਗਿਆ, ਦੇਖੋ ਫਿਰ ਉੱਤੇ ਗਿਆ, ਆ ਦੇਖੋ ਇੱਥੇ 2 ਸਾਲ ਬਾਅਦ ਇਹ ਜਿਹੜਾ ਆਲ ਟਾਈਮ ਹਾਈ ਸੀਗਾ ਅਗਸਤ 2020 ਦਾ ਸੀਗਾ, ਇੱਥੇ 2022 ਮਾਰਚ 2022 ਨੂੰ ਫਿਰ ਇਹਨੇ ਉੱਤੇ ਜਾਣ ਤੋਂ 골ਡ ਦੇ ਪ੍ਰਾਈਸ ਨੂੰ ਰੋਕਿਆ। ਆ ਦੇਖੋ ਇੱਥੇ ਰੋਕਿਆ ਸੀ, ਇੱਥੇ ਰੋਕਿਆ, ਠੀਕ ਹੈ ਜੀ। ਫਿਰ 골ਡ ਨੇ ਨੀਚੇ ਆਉਣਾ ਸ਼ੁਰੂ ਕੀਤਾ, ਕਿਉਂਕਿ ਇੱਥੋਂ ਰਿਜੈਕਸ਼ਨ ਮਿਲ ਗਈ ਸੀਗੀ, ਡਾਊਨ ਆਇਆ ਇਹ, ਕਿਉਂਕਿ ਪਹਿਲਾਂ ਸਪੋਰਟ ਸੀਗੀ, ਇਹਨੇ ਸਪੋਰਟ ਦੀ ਤਰ੍ਹਾਂ ਕੋਸ਼ਿਸ਼ ਕੀਤੀ, ਬਟ ਸਪੋਰਟ ਫਿਰ ਉੱਪਰ ਨਹੀਂ ਜ਼ਿਆਦਾ ਜਾ ਸਕੀ, ਨੀਚੇ ਆ ਗਈ। ਇੱਥੇ ਨਵੀਂ ਸਪੋਰਟ ਬਣੀ, ਆਹ ਵਾਲਾ ਦੇਖੋ ਲਗਾਤਾਰ ਕੈਂਡਲਸ। ਉਸ ਤੋਂ ਬਾਅਦ ਪ੍ਰਾਈਸ ਜਿਵੇਂ ਉੱਪਰ ਆਇਆ, ਸਪੋਰਟ ਬਣ ਗਿਆ, ਤੀਜੀ ਦਫਾ ਫਿਰ ਇਹ ਦੇਖੋ ਸੇਮ ਲੈਵਲ ਤੇ 골ਡ ਨੀਚੇ ਜਾ ਰਿਹਾ। ਮੰਨਦੇ ਹੋ ਪਾਵਰ, ਰੈਜ਼ਿਸਟੈਂਸ ਦੀ ਪਾਵਰ ਕਿੰਨੀ ਹੈ। ਇੱਥੇ ਇੱਕ ਵਾਰ ਪ੍ਰਾਈਸ ਆਇਆ ਸੀ, ਫਿਰ ਇਹਨਾਂ ਨੀਚੇ ਧੱਕਿਆ, ਇੱਥੇ ਪ੍ਰਾਈਸ ਦੂਜੀ ਵਾਰ 1.5 ਪੌਣੇ 2 ਸਾਲ ਬਾਅਦ ਪ੍ਰਾਈਸ ਇੱਥੇ ਫਿਰ ਆਇਆ 2072 ਤੇ, ਫਿਰ ਡਾਊਨ ਗਿਆ। 30 ਵਾਰ 2023 ਦੇ ਵਿੱਚ ਪ੍ਰਾਈਸ ਇੱਥੇ 7 ਮਈ ਨੂੰ ਆਇਆ ਸੀ, ਫਿਰ ਇਹਨਾਂ ਵਾਪਸ ਧੱਕਿਆ। ਸੋ ਇਹ ਰੈਜ਼ਿਸਟੈਂਸ ਦੇਖੋ ਕਿਵੇਂ ਕੰਮ ਕਰ ਰਿਹਾ। ਸੈਲਰਸ ਇੱਥੋਂ ਸੈਲ ਕਰ ਰਹੇ, ਬਾਇਰਸ ਇੱਥੋਂ ਬਾਏ ਕਰ ਰਹੇ, ਪ੍ਰਾਈਸ ਇੱਕ ਰੇਂਜ ਵਿੱਚ ਜਾ ਰਿਹਾ। ਇਸ ਵੇਲੇ ਪ੍ਰਾਈਸ ਦਾ ਕੋਈ ਟ੍ਰੈਂਡ ਨਹੀਂ ਹੈਗਾ ਵੀਕਲੀ ਕੈਂਡਲਸ ਦੇ ਅਕੋਰਡਿੰਗ। ਪ੍ਰਾਈਸ ਉੱਤੋਂ ਰਿਜੈਕਟ ਹੋ ਰਿਹਾ, ਨੀਚੇ ਆ ਕੇ ਟੱਚ ਕਰਕੇ ਫਰਸ਼ ਨੂੰ ਉੱਤੇ ਜਾ ਰਿਹਾ, ਛੱਤ ਨਾਲ ਵੱਜ ਰਿਹਾ ਹੈ ਰੈਜ਼ਿਸਟੈਂਸ ਦੇ ਨਾਲ, ਫਿਰ ਨੀਚੇ ਆ ਰਿਹਾ ਹੈ, ਫਿਰ ਉੱਤੇ ਜਾ ਰਿਹਾ ਹੈ, ਫਿਰ ਨੀਚੇ ਆਏਗਾ, ਫਿਰ ਉੱਤੇ ਜਾਏਗਾ। ਉੱਪਰੋਂ ਅਸੀਂ ਸੈਲ ਕਰਨਾ, ਨੀਚੋਂ ਅਸੀਂ ਬਾਏ ਕਰਨਾ। ਹੁਣ ਤੱਕ ਸਮਝ ਆ ਗਿਆ ਜੀ? ਹਾਂਜੀ ਹਾਂਜੀ ਸਰ। ਤੇ ਜੇ ਕੋਈ ਇਹ ਕਹੇ ਨਾ ਵੀ ਸਪੋਰਟ ਤੇ ਰੈਜ਼ਿਸਟੈਂਸ ਕੰਮ ਨਹੀਂ ਕਰਦੇ, ਤੁਸੀਂ ਇਹਨੂੰ ਇਹ ਐਗਜ਼ਾਮਪਲ ਦੇ ਸਕਦੇ ਹੋ ਵੀ ਭਾਈ ਜੇ ਸਪੋਰਟ ਰੈਜ਼ਿਸਟੈਂਸ ਕੰਮ ਨਹੀਂ ਕਰਦੇ ਤਾਂ 골ਡ ਇੱਥੋਂ 3 ਵਾਰ ਕਿਉਂ ਮੁੜ ਗਿਆ ਵਾਪਸ, ਉੱਤੇ ਕਿਉਂ ਨਹੀਂ ਗਿਆ। ਇੱਥੇ ਸੈਲਰਸ ਬੈਠੇ, ਇੱਥੇ ਵੱਡੇ ਵੱਡੇ ਬੈਂਕਸ ਬੈਠੇ ਨੇ, ਉਹ ਪ੍ਰਾਈਸ ਦਾ ਇਸ ਲੈਵਲ ਤੇ ਆਉਣ ਦਾ ਵੇਟ ਕਰ ਰਹੇ। ਜਦੋਂ ਇੱਥੇ ਪ੍ਰਾਈਸ ਆਉਂਦਾ ਉਹ ਸੈਲ ਕਰਨਾ ਸ਼ੁਰੂ ਕਰ ਦਿੰਦੇ ਨੇ, ਜਦੋਂ ਪ੍ਰਾਈਸ ਡਾਊਨ ਆਉਂਦਾ ਇੱਥੇ ਵੀ ਬੈਂਕ ਦੇ ਬੜੇ ਵੱਡੇ ਟਰੇਡਰ ਬੈਠੇ ਨੇ, ਇੱਥੋਂ ਬਾਏ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੇ ਇੱਥੋਂ ਬਾਏ ਪੋਜੀਸ਼ਨ ਖੋਲ੍ਹਣੀ ਹੈ 100 ਲੋਟ 1000 500 5000 ਲੋਟਸ ਦੀ, ਪ੍ਰਾਈਸ ਨੇ ਉੱਤੇ ਜਾਣਾ, ਉਸ ਪਾਵਰ ਨਾਲ ਸ਼ੁਰੂ ਕਰ ਦੇਣਾ, ਉੱਤੇ ਗਏ ਉਹੀ ਲੋਕ ਸੈਲ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਸਾਡੇ ਦਿਮਾਗ ਦੇ ਨਾਲ ਖੇਡਦੇ ਨੇ। ਦਿਸ ਇਜ਼ ਹਾਊ ਮਾਰਕੀਟ ਵਰਕ, ਦਿਸ ਇਜ਼ ਹਾਊ ਪ੍ਰਾਈਸ ਇਜ਼ ਡਿਸਾਈਡਡ, ਦਿਸ ਇਜ਼ ਹਾਊ ਕਿ ਕਿਸੇ ਵੀ ਚੀਜ਼ ਦਾ ਜਿਹੜਾ ਹੈਗਾ ਪ੍ਰਾਈਸ ਕਿਵੇਂ ਡਿਸਾਈਡ ਹੁੰਦਾ, ਤੁਹਾਨੂੰ ਪਤਾ ਲੱਗ ਗਿਆ ਹੁਣ। ਡਿਮਾਂਡ ਅਤੇ ਸਪਲਾਈ ਹੀ ਪ੍ਰਾਈਸ ਕੀਮਤ ਦਾ ਜਿਹੜਾ ਹੈਗਾ ਉਹ। ਮੰਨ ਲਓ ਕਿ ਗੱਡੀ ਵਿਕ ਨਹੀਂ ਰਹੀ ਕਿਸੇ ਕੰਪਨੀ ਦੀ, ਕੀ ਕਰਦੇ ਨੇ ਉਹ, ਇੰਸ਼ੋਰੈਂਸ ਫ੍ਰੀ ਲੈ ਲਓ, ਸਾਲ ਦਾ ਪੈਟਰੋਲ ਫ੍ਰੀ ਲੈ ਲਓ, ਇੱਦਾਂ ਕਹਿੰਦੇ ਨਾ, ਠੀਕ ਹੈ ਜੀ। ਇੰਨੀ ਸਰਵਿਸ ਤੁਹਾਨੂੰ ਅਸੀਂ ਲੱਖ ਕਿਲੋਮੀਟਰ ਤੱਕ ਦੀ ਸਰਵਿਸਿਜ਼ ਫ੍ਰੀ ਦੇਵਾਂਗੇ, ਕਿਉਂਕਿ ਗੱਡੀਆਂ ਵਿਕ ਨਹੀਂ ਰਹੀਆਂ, ਕੰਪੀਟੀਸ਼ਨ ਜ਼ਿਆਦਾ ਹੈ। ਡਿਮਾਂਡ ਨੂੰ ਵਧਾਉਣ ਵਾਸਤੇ ਉਹ ਕੀ ਕਰ, ਸਪਲਾਈ ਨੂੰ ਵਧਾਉਣ ਵਾਸਤੇ ਕੀ ਕਹਿ ਰਹੇ ਨੇ ਕਿ ਡਿਮਾਂਡ ਕ੍ਰੀਏਟ ਕਰ ਰਹੇ, ਲੋਕਾਂ ਨੂੰ ਇਨਕਰੇਜ ਕਰ ਰਹੇ, ਇੱਕ ਨਾਲ ਇੱਕ ਫ੍ਰੀ ਕਰ ਦਿੰਦੇ ਨੇ। ਮਤਲਬ ਕਾਰ ਦੀ ਗੱਲ ਨਹੀਂ, ਮੈਂ ਪਾਊਡਰ ਦੀ ਗੱਲ ਕਰ ਰਿਹਾ, ਜਿਹੜੇ ਆਮ ਸਾਡੀ ਯੂਟਿਲਿਟੀਜ਼ ਹੁੰਦੇ ਨੇ, ਹੈ ਨਾ, ਇੱਕ ਨਾਲ ਇੱਕ ਫ੍ਰੀ ਲੈ ਲਓ ਤੁਸੀਂ, ਲੋਕਾਂ ਨੂੰ ਆਪਣੀ ਸੇਲ ਵਧਾਉਣ ਦੇ ਲਈ। ਸੋ ਦਿਸ ਇਜ਼ ਹਾਊ ਪ੍ਰਾਈਸ ਇਜ਼ ਡਿਸਾਈਡਡ ਬਾਈ ਡਿਮਾਂਡ ਐਂਡ ਸਪਲਾਈ। ਸੋ ਡਿਮਾਂਡ ਐਂਡ ਸਪਲਾਈ ਹੀ ਪ੍ਰਾਈਸ ਨੂੰ ਡਿਸਾਈਡ ਕਰਦੀ ਹੈ। ਸੋ 3 ਵਾਰ ਇੱਥੇ ਰੈਜ਼ਿਸਟੈਂਸ ਨੇ 골ਡ ਨੂੰ 2080 ਤੋਂ ਉੱਪਰ ਨਹੀਂ ਜਾਣ ਦਿੱਤਾ, ਥੋੜ੍ਹਾ ਜਿਹਾ ਫਰਕ ਪੈਂਦਾ ਹੈ, ਜ਼ਿਆਦਾ ਨਹੀਂ, ਲੇਕਿਨ 2080 ਇਜ਼ ਦਾ ਮੈਕਸਿਮਮ ਲਿਮਿਟ। 81 ਤੱਕ ਗਿਆ ਸੀ 골ਡ ਇਸ ਵੇਲੇ। ਪਹਿਲੀ ਵਾਰ ਕਿੰਨਾ ਸੀਗਾ 2076 ਤੇ ਗਿਆ, ਫਿਰ ਉਹ 70 ਤੱਕ ਆਇਆ, ਡਾਊਨ ਆ ਗਿਆ, ਫਿਰ ਉਹ 81 ਤੱਕ ਗਿਆ ਹੈ, ਉਸ ਦੇ ਉੱਪਰ ਹੁਣ ਸ਼ਾਇਦ ਤੀਸਰੀ ਦਫਾ ਜਾਏਗਾ। ਸੋ ਇੱਥੋਂ ਆਉਣਾ ਅਸੀਂ ਸੈੱਲ ਕਰਨਾ, ਕਿਉਂਕਿ ਰੈਜ਼ਿਸਟੈਂਸ ਜਿੱਥੇ ਵੀ ਹੋਏਗਾ ਉੱਥੇ 골ਡ ਕੋਈ ਵੀ ਚੀਜ਼ ਸੈੱਲ ਹੁੰਦੀ ਹੈ, ਔਰ ਬਾਊਂਸ ਕਰਦਾ, ਔਰ ਨੀਚੇ ਨੂੰ ਰਿਪੈਲ ਕਰਦਾ, ਚੀਜ਼ ਨੂੰ ਵਾਪਸ ਹੀ ਭੇਜਦਾ ਹੈ ਡਾਊਨ। ਜਿੱਥੇ ਵੀ ਇਮੀਡੀਏਟ ਸਪੋਰਟ ਹੋਏਗੀ ਉਹ ਪ੍ਰਾਈਸ ਨੂੰ ਪਰ ਉੱਪਰ ਲੈ ਕੇ ਜਾਂਦੀ ਹੈ, ਇੱਥੋਂ ਉੱਪਰ ਗਿਆ, ਇੱਥੋਂ ਉੱਪਰ ਗਿਆ, ਠੀਕ ਹੈ, ਇੱਥੋਂ ਉੱਪਰ ਗਿਆ। ਸੋ ਜਿਹੜਾ ਇਹ ਰੈਜ਼ਿਸਟੈਂਸ ਹੈਗਾ, ਜੇ 골ਡ ਇਨ ਫਿਊਚਰ ਇਹਨੂੰ ਤੋੜ ਕੇ ਉੱਤੇ ਚਲਾ ਜਾਂਦਾ ਹੈ, ਇਹ ਇਸ ਵੇਲੇ ਕੀ ਹੈ, ਰੈਜ਼ਿਸਟੈਂਸ ਇਸ ਵੇਲੇ ਰੈਜ਼ਿਸਟੈਂਸ ਹੈ। ਜੇ 골ਡ ਇਹਨੂੰ ਤੋੜ ਕੇ ਉੱਪਰ ਚਲਾ ਗਿਆ ਪ੍ਰਾਈਸ, ਫਿਰ ਇਹ ਕੀ ਬਣ ਜਾਏਗਾ,
ਸਪੋਰਟ ਸਪੋਰਟ ਫਿਰ ਇਹਨੂੰ ਨੀਚੇ ਜਾਣ ਤੋਂ ਰੋਕੇਗਾ ਇਹ ਵਾਲਾ, ਫਿਰ ਉੱਪਰ ਜਾਏਗਾ ਕੋਲ, ਠੀਕ ਹੈ ਜੀ। ਸੋ ਇੰਜ ਜਿਹੜਾ ਹੈਗਾ ਉਹ ਡਿਮਾਂਡ ਇਨਟੂ ਰੈਜ਼ਿਸਟੈਂਸ ਇਨਟੂ ਸਪੋਰਟ ਇਨਟੂ ਰੈਜ਼ਿਸਟੈਂਸ ਜਿਹੜਾ ਹੈਗਾ ਕ੍ਰੀਏਟ ਹੁੰਦਾ ਹੈ। ਇਸ ਟਰਮੀਨੋਲੋਜੀ ਨੂੰ ਅਸੀਂ ਪੂਰਾ 5 ਡੇਜ਼ ਪ੍ਰੈਕਟਿਸ ਕਰੋ। ਚਾਰਟਸ ਦੇ ਉੱਤੇ ਲੈਵਲ ਕਿਵੇਂ ਮਾਰਕ ਕਰਨੇ ਨੇ ਤੁਸੀਂ ਅਗਰ ਡੇਲੀ ਵੀ ਦੇਖ ਲਓ, ਹੈ ਨਾ, ਡੇਲੀ ਦਾ ਜਿੱਥੇ ਵੀ ਤੁਹਾਨੂੰ ਇੱਕਦਮ ਸ਼ਾਰਪ ਮੂਵਮੈਂਟ ਨਜ਼ਰ ਆ ਰਹੀ ਹੈ, ਵੀ ਸ਼ੇਪ ਸਾਰਾ ਰਿਮੂਵ ਕਰ ਦਿਓ। ਓਕੇ ਜੀ, ਇੱਕ ਮਿੰਟ ਜਰਾ ਹੋਲਡ ਕਰਨਾ ਜੀ। ਸੋ ਕਿਵੇਂ ਅਸੀਂ ਮਾਰਕ ਕਰਨਾ ਹੈ, ਇਹਦਾ ਇੱਕ ਇੰਡੀਕੇਟਰ ਵੀ ਆਉਂਦਾ ਹੈ, ਇਹਦਾ ਡਿਮਾਂਡ ਐਂਡ ਸਪਲਾਈ ਮਾਰਕ ਕਰਨ ਦਾ, ਬਟ ਅਸੀਂ ਇੰਡੀਕੇਟਰ ਯੂਜ਼ ਨਹੀਂ ਕਰਦੇ। ਤੁਹਾਨੂੰ ਕੁਝ ਨਜ਼ਰ ਆ ਰਿਹਾ ਇੱਥੇ ਵੀ ਸ਼ੇਪ ਨਜ਼ਰ ਆ ਰਹੀ, ਇੱਕਦਮ ਪ੍ਰਾਈਸ ਗਿਆ ਤੇ ਸ਼ਾਰਪ ਮੂਵਮੈਂਟ ਹੋਈ ਹੈ ਨਾ, ਰਾਈਟ ਜੀ। ਤੁਹਾਨੂੰ ਇੱਥੇ ਨਜ਼ਰ ਆਇਆ, ਤੁਹਾਨੂੰ ਇੱਥੇ ਵੀ ਸ਼ੇਪ ਨਜ਼ਰ ਆ ਰਹੀ ਹੈ ਜੀ। ਇੱਥੋਂ ਦੇਖੋ ਇੱਕਦਮ ਡਾਊਨਵਰਡ, ਜਿੱਥੇ ਵੀ ਬਹੁਤ ਸ਼ਾਰਪ ਐਂਗਲ ਬਣੇ ਹੋਏ ਨੇ ਨਾ, ਆ ਦੇਖੋ ਇੱਥੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਵੀ ਸ਼ੇਪ ਉੱਤੋਂ ਵੀ ਸ਼ੇਪ ਡਾਊਨ, ਜਿੱਥੇ ਵੀ ਸ਼ੇਪ ਬਣੇਗੀ ਉਹ ਤੁਸੀਂ ਲੈਵਲ ਮਾਰਕ ਕਰ ਲੈਣੇ ਨੇ, ਉਹ ਡਿਮਾਂਡ ਹੈਗੀ ਹੈ। ਉੱਪਰ ਅਗਰ ਹੈਗਾ ਪ੍ਰਾਈਸ ਤੇ ਫਿਰ ਉਹ ਰੈਜ਼ਿਸਟੈਂਸ ਹੈ। ਇਸ ਵੇਲੇ ਇਹ ਰੈਜ਼ਿਸਟੈਂਸ ਹੈਗਾ, ਨੀਚੇ ਡਿਮਾਂਡ ਹੈਗਾ, ਆਹ ਵਾਲਾ ਵੀ ਸ਼ੇਪ, ਆਹ ਵਾਲਾ ਵੀ ਸ਼ੇਪ। ਸੋ ਅਸੀਂ ਵੀ ਸ਼ੇਪ ਦੇਖਣੀ ਕਿੱਥੇ ਜਿਹੜੀ ਸ਼ਾਰਪ ਵੀ ਸ਼ੇਪ ਬਣੀ ਹੋਈ ਹੈ ਪ੍ਰਾਈਸ ਦੇ ਵਿੱਚ, ਸੋ ਦੈਟ ਇਜ਼ ਏ ਡਿਮਾਂਡ ਐਂਡ ਸਪਲਾਈ ਜ਼ੋਨ ਹੁੰਦੇ ਨੇ, ਠੀਕ ਹੈ ਜੀ। ਸੋ ਇਨਫ ਫॉर द ਡੇ ਜੀ। ਸੋ ਹਾਂਜੀ ਸਰ। ਸੋ ਫਾਰ ਮੈਨੂੰ ਲੱਗਦਾ ਜ਼ਿਆਦਾ ਹੋ ਗਿਆ ਹੈ, ਕਿਉਂਕਿ ਟਿਪੀਕਲ ਚੀਜ਼ਾਂ ਨੇ ਇਹ, ਹੈ ਨਾ।